ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਅੰਤਰਗਤ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਇਸ ਪ੍ਰੋਗਰਾਮ ਦੇ ਅੰਤਰਗਤ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀਆਂ ਸਾਡੇ ਉਹਨਾਂ ਮਨਾਂ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਿਹੜਾ ਸਾਡੇ ਖੇਤਰੀ ਇਲਾਕੇ ਨੂੰ ਆਪਣਾ ਭਾਵੀ ਸਮਿਆਂ ਦੇ ਵਿੱਚ ਆਉਣ ਵਾਲੇ ਵਕਤਾਂ ਦੇ ਵਿੱਚ ਘਰ ਬਣਾਉਣਾ ਚਾਹੁੰਦੇ ਆ। ਰਿਹਾਇਸ਼ ਹੈ ਜਾਂ ਕਿਸੇ ਕਾਰਨ ਵੀ ਵਕਤੀ ਤੌਰ ਤੇ ਜਾਂ ਸਥਾਈ ਤੌਰ ਤੇ ਸਾਡੇ ਖੇਤਰ 'ਚ ਹਨ। ਸੁਭਾਵਕ ਹੈ ਜਿੱਥੇ ਬਹੁਨਸਲੀ ਵਸੋਂ ਹੁੰਦੀ ਹੈ ਉੱਥੇ ਨਾਲ ਦੀ ਨਾਲ ਹੋਰ ਵੀ ਬਹੁਤ ਕੁਝ ਚੱਲਦਾ ਹੈ। ਸਾਡੇ ਮਾਸ਼ਰੇ ਦੇ ਵਿੱਚ ਨਾਲ ਸੰਬੰਧਤ ਅੱਜ ਦਾ ਪ੍ਰੋਗਰਾਮ ਹੈ ਜੋ ਸਾਡੀ ਜ਼ੁਬਾਨ, ਅਕੀਦੇ ਤੇ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫੀਅਤ ਰੱਖਦੇ ਹੈ। ਜੀਵਨ ਜਾਂਚ ਦਾ ਵੱਡਾ ਪੱਖ ਹੈ ਜਿਹੜਾ ਉਹਨਾਂ ਦੀਆਂ ਇਸ ਆਦਤਾਂ ਆਪਣੀਆਂ ਤੇ ਦੂਸਰਿਆਂ ਦੀਆਂ ਸਮਝਣ ਦੇ ਨਾਲ ਮਲਗੋਬਾ ਹੋਇਆ ਹੈ। ਨਿਰਸੰਦੇਹ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਕੁਝ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਹੋਇਆ ਉਸ ਤੋਂ ਭਲੀ ਭਾਂਤ ਬੜੇ ਲੋਕ ਜਾਣੂ ਨੇ, ਪਰ ਯਾਦ ਰਹੇ ਚਲਦੀ ਗੱਡੀ ਹੈ ਜਿਹੜੀ ਉਹਦੇ ਤੇ ਛਾਲ ਮਾਰ ਕੇ ਚੜ੍ਹਨ ਦੀ ਮਨਸ਼ਾ ਇੱਕ ਤੇ ਹੁੰਦੀ ਹੈ, ਇੱਕ ਉਕਸਾਈ ਜਾਂਦੀ ਹੈ ਔਰ ਉਕਸਾਉਣ ਵਾਲਿਆਂ ਦਾ ਅਕਸਰ ਆਪਣਾ ਨਿੱਜੀ ਮਫਾਦ ਉਸ ਦੇ ਵਿੱਚ ਜ਼ਰੂਰ ਹੁੰਦਾ ਹੈ। ਸਾਡੇ ਪਾਸ ਆਪ ਸਭ ਵੱਲੋਂ ਬੇਅੰਤ ਤਰ੍ਹਾਂ ਦੀਆਂ ਜਾਣਕਾਰੀਆਂ ਪਹੁੰਚਾਈਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅੱਜ ਦੇ ਪ੍ਰੋਗਰਾਮ ਦੇ ਵਾਅਦੇ ਦੇ ਮੁਤਾਬਕ ਪਿਕਸ ਦੇ ਬੋਰਡ ਆਫ ਡਾਇਰੈਕਟਰ, ਸਸਪੈਂਡਡ ਰੀਅਲਟਰ ਕੈਂਪ ਪਵਾਰ ਦੇ ਸੰਬੰਧ ਦੇ ਵਿੱਚ ਨਵਾਂ ਸਕੈਂਡਲ ਸਾਡੇ ਪਾਸ ਆਇਆ ਜਿਹੜਾ ਕਿ ਅਸੀਂ ਅੱਜ ਦੇ ਪ੍ਰੋਗਰਾਮ ਦੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਚਤੰਨ ਤੇ ਸਾਵਧਾਨ ਸਾਡੇ तमाम ਲੋਕਾਂ ਨੂੰ ਉਹਨਾਂ ਨੂੰ ਵੀ ਕਰਾਂਗੇ ਜੋ ਇਸ ਤਰ੍ਹਾਂ ਦੇ ਲੋਕਾਂ ਦੇ ਚੱਕਰਾਂ ਦੇ ਵਿੱਚ ਹਨ ਜਾਂ ਚੱਕਰਾਂ ਦੇ ਵਿੱਚ ਪਏ ਸਨ। ਕਿਉਂਕਿ ਜਦੋਂ ਗੱਡੀ ਬੜੀ ਤੇਜ਼ ਰਫ਼ਤਾਰ ਜਾਂਦੀ ਹੈ ਉਦੋਂ ਬੜਾ ਹਲਾਰਾ ਆਉਂਦਾ ਹੈ ਔਰ ਰੀਅਲ ਅਸਟੇਟ ਦੀ ਇਸ ਤੇਜ਼ ਰਫ਼ਤਾਰ ਗੱਡੀ ਦੇ ਹਲਾਰੇ ਬੜਿਆਂ ਨੇ ਲਏ ਨੇ, ਕਈਆਂ ਨੇ ਝੂਟੇ ਦੂਸਰਿਆਂ ਦੇ ਮੋਢਿਆਂ 'ਤੇ ਬੈਠ ਕੇ ਲਏ ਨੇ। ਅੱਜ ਉਹਨਾਂ ਸਾਰਿਆਂ ਦੇ ਖੁਲਾਸੇ ਜਿਹੜੇ ਨੇ ਉਹ ਕੀਤੇ ਜਾਣਗੇ। ਕੈਂਪ ਵਾਰ ਨੇ ਕਿਸ ਪ੍ਰਕਾਰ ਇਸ ਚੱਲ ਰਹੀ ਗੱਡੀ ਦੇ ਵਿੱਚ ਕਿੰਨਿਆਂ ਨੂੰ ਚੜ੍ਹਾ ਕੇ ਉਹਨਾਂ ਦੀ ਜੇਬ ਤੋਂ ਕਿਰਾਇਆ ਲਵਾ ਕੇ ਤੇ ਆਪ ਝੂਟੇ ਲੈ ਕੇ ਉਹਨਾਂ ਦੇ ਮੋਢੇ ਤੋਂ ਛਾਲ ਮਾਰ ਕੇ ਉਤਰ ਕੇ ਆਪਣਾ ਬਚਾਅ ਕਰਦੇ ਹੋਏ ਦੂਜਿਆਂ ਨੂੰ क्रैश लैंडिंग दे विच पा दिता। जी आशन है जी। बिल्कुल, जितने भी लोग इस समय हमारे साथ जुड़े हुए हैं, जी आई नो वेलकम एंड खुश आमदीद। ऐप के ज़रिए अगर आप हमारे पास हमारे प्रोग्राम सुन रहे हैं तो जी बहुत अच्छी बात है। और अगर आपने अभी तक ऐप्स नहीं डाउनलोड किया है, आपसे गुजारिश है कि ऐप डाउनलोड कर लीजिए सो दैट वी आर कनेक्टेड थ्रू आउट द डे 24/7। और जहाँ जहाँ आप चलेंगे वहाँ वहाँ हम चलेंगे, यही उम्मीद रखते हैं। और अगर आप हमारी आवाज़ सरी ब्यूटीफुल ब्रिटिश कोलंबिया 106.9 माई FM पर सुन रहे हैं तो भी आप सभी को स्वागत करते हैं www.mwlive.ca पर। और आपने एक और पर्दाफाश किया है जी। हमारे पिक्स जो एक नॉन प्रॉफिट ऑर्गेनाइजेशन है, पिक्स के बोर्ड ऑफ डायरेक्टर कैम पवार बारे जो एक सस्पेंडेड रियल्टर रह चुके हैं, उनका एक और स्कैंडल आज के इस प्रोग्राम में। वैसे बिफोर वी गो अहेड दीदी, मैं उन लिसनर्स को बहुत ज़्यादा तहे दिल से शुक्रिया अदा कर रही हूँ जो कैम पवार के डॉक्यूमेंट्स और कैम पवार के बारे में बातें हम तक पहुँचाते हैं। और प्रोग्राम शुरुआत करने से पहले जितने भी डॉक्यूमेंट्स हमारे पास है, जो हमारे पास सबूत है, अगर आपने देखना है तो आप मुझे कांटेक्ट कर सकते हो 6044493333 पर। आई हैव अ फाइल मेड अप जो आप आकर व्यू कर सकते हो। कैम पवार के स्कैम्स और जो लेटेस्ट डॉक्यूमेंट्स हमारे पास पहुँचे हैं। अरे वो लोग जिन्होंने हड्ड बीती है उन्हों की कहानी है कि किस प्रकार जिहड़ी कैम पवार ने शरेआम ਰੀਅਲ ਅਸਟੇਟ ਬੋਰਡ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ, ਕਾਦੇ, ਕਾਨੂੰਨ ਤੇ ਸਿੱਖਿਆਵਾਂ ਦੀਆਂ ਧੱਜੀਆਂ ਉਡਾਈਆਂ ਨੇ ਔਰ ਸਿਰਫ ਆਪਣਾ ਨਿੱਜੀ ਮਫਾਦ ਤੇ ਮੁਨਾਫਾ ਜਿਹੜਾ ਉਸ ਨੂੰ ਮੁੱਖ ਰੱਖਦੇ ਹੋਏ ਆਸ਼ਾ ਨਾ ਰੀਅਲ ਅਸਟੇਟ ਜਿਹੜਾ ਹੈ ਨਾ ਖਾਸ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ। जी बिल्कुल, ज़रूरत है। जिंदगी गुजर जाती है दीदी कमा कर जोड़ कर घर खरीदने के लिए। और हर कोई, हर फैमिली, चाहे वो घर की वाइफ है, हस्बैंड है, बच्चे हैं, ग्रैंड पेरेंट्स है, वो सारे सपने देखते हैं घर खरीदने के लिए और वो चाहते हैं कि उनका घर
एक एक पेनी जोड़ जोड़ कर घर खरीदे वो, और दैट्स अ बिगेस्ट इन्वेस्टमेंट ऑफ द लाइफ। कई लोग पूरी ज़िंदगी मेहनत करते रह जाते हैं लेकिन घर नहीं खरीद पाते हैं। आशा ना बिगेस्ट इन्वेस्टमेंट बिगेस्ट लाइबिलिटी है किसी हाँ जी। भी व्यक्ति की। हाँ जी। और कोई भी जड़ा रियल्टर आ अगर उस इस जड़ी अपनी जॉब है उसनों संजीदगी दे नाल नहीं लैंदा तो मैं ਉਹਦੀ कंपैरिजन करदी हाँ। जी। ਤੁਸੀਂ ਬਿਮਾਰ ਹੋ हाँ हाँ। ਤੇ ਡਾਕਟਰ ਤੁਹਾਨੂੰ ਗਲਤ ਦਵਾਈ ਦੇਵੇ ਜੀ। ਗਲਤ ਚੀਜ਼ ਪ੍ਰੈਸਕ੍ਰਾਈਬ ਕਰੇ ਤਾਂ ਤੁਹਾਡੀ ਜਾਨ ਨੂੰ ਖਤਰਾ ਹੈ हम्म। ਔਰ ਬਹੁਤੇਰੀ ਦਫਾ ਹੋ ਵੀ ਜਾਂਦਾ ਹੈ। जी। ਠੀਕ ਉਸੇ ਤਰੀਕੇ ਨਾਲ ਅਗਰ ਰੀਅਲਟਰ ਜਿਹੜਾ ਹੈ ਉਹ ਕਤਾਈਆਂ ਕਰ ਜਾਵੇ ਤਾਂ ਤੁਹਾਡੀ ਫਾਈਨੈਂਸ਼ੀਅਲ ਹੈਲਥ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। हम्म। ਜਿਸ ਤਰ੍ਹਾਂ ਗਲਤ ਦਵਾਈ ਔਰ ਗਲਤ ਡਾਕਟਰ ਦੀ ਹਦਾਇਤ ਦੇ ਨਾਲ ਤੁਹਾਡੀ ਸਰੀਰਕ ਤੌਰ ਦੇ ਉੱਤੇ ਤੁਹਾਡੀ ਸਰੀਰ ਤਬਾਹ ਹੋ ਸਕਦਾ ਹੈ। ਇਸੇ ਤਰੀਕੇ ਨਾਲ ਇੱਕ ਗਲਤ ਜਿਹੜਾ ਰਿਐਲਟਰ ਆ ਉਹਦੀਆਂ ਕਾਰਗੁਜ਼ਾਰੀਆਂ ਦੇ ਕਰਕੇ ਤੁਹਾਡੀ ਫਾਈਨੈਂਸ਼ੀਅਲ ਹੈਲਥ ਖਤਮ ਹੋ ਸਕਦੀ ਹੈ। हाँ जी। ਔਰ ਇਹੋ ਜਿਹੇ ਨੁਕਸਾਨਾਂ ਔਰ ਖਾਤਮਿਆਂ ਦੇ ਵਿੱਚੋਂ ਲੋਕ ਉੱਠ ਨਹੀਂ ਸਕਦੇ ਹੁੰਦੇ। ਹਾਂ ਇਹ ਗੱਲ ਵੱਖਰੀ ਹੈ ਕਿ ਇਸ ਤਰ੍ਹਾਂ ਦੇ ਮੌਕੇ ਦੇ ਉੱਤੇ ਆਪਣੇ ਕਮਿਸ਼ਨ ਲਈ ਆਪਣੇ ਹਿੱਸੇਦਾਰੀ ਲਈ ਆਪਣੀ ਪੱਤੀ ਲਈ ਜਿਸ ਤਰ੍ਹਾਂ ਦੀਆਂ ਨਿਸੰਗ ਕਾਰਵਾਈਆਂ ਤੇ ਕ੍ਰਿਤੀਆਂ ਤੇ ਕਾਰਗੁਜ਼ਾਰੀਆਂ ਪਿਛਲੇ ਕੁਝ ਸਮੇਂ ਦੇ ਵਿੱਚ ਰਿਐਲਟਰ ਕੈਂਪਵਾਰ ਨੇ ਕੀਤੀਆਂ ਨੇ ਔਰ ਇਹਦੇ ਵਰਗੇ ਕੁਝ ਹੋਰਾਂ ਨੇ ਕੀਤੀਆਂ ਨੇ ਉਹ ਇੰਨੀਆਂ ਜ਼ਿਆਦਾ ਸ਼ਰਮਨਾਕ ਨੇ ਕਿ ਲੋਕਾਂ ਦੀ ਸਾਰੀ ਜ਼ਿੰਦਗੀ ਦੀ ਇੱਕ ਇੱਕ ਪੈਸਾ ਕਮਾਇਆ ਹੋਇਆ ਮਿਹਨਤ ਨਾਲ ਆ ਜਿਹੜਾ ਉਸ ਨੂੰ ਇਹ ਲੋਕ ਅੜਾ ਕੇ ਆਪਣੀਆਂ ਅਯਾਸ਼ੀਆਂ ਦੀ ਪੂਰਤੀ ਕਰਦੇ ਰਹੇ ਹੈ। ਔਰ ਜਿਨ੍ਹਾਂ ਦੇ ਕਿ ਜਿਹੜਾ ਕਿ ਹਰਜਾਨੇ ਜਿਹੜੇ ਲੋਕ ਭੁਗਤ ਰਹੇ ਨੇ ਉਹ ਆ ਕੇ ਸਾਡੇ ਨਾਲ ਕੰਟੈਕਟ ਕਰ ਰਹੇ ਹੈ ਕਿ ਇਹ ਉਹੀ ਕੈਂਪਵਾਰ ਹੈ ਜਿਹਦੇ ਸਾਡੇ ਨਾਲ ਐ ਕੀਤਾ ਸੀ। ਔਰ ਜ਼ਿਆਦਾਤਰ ਸਿਰਫ ਔਰ ਸਿਰਫ ਕਮਿਸ਼ਨ ਹੀ ਨਹੀਂ ਆਸ਼ਨ हाँ जी। ਉਹਦੇ ਵਿੱਚ ਜਿਹੜਾ ਪ੍ਰਾਪਰਟੀ ਆ ਉਹਦੇ ਉੱਤੇ ਟਾਈਟਲ ਦੇ ਉੱਤੇ ਆਪਣਾ ਨਾਂ ਰੱਖ ਲੈਣਾ ਆਪਣਾ ਟਾਈਟਲ ਦੇ ਉੱਤੇ ਨਾਂ ਪਾ ਲੈਣਾ ਤੇ ਉਸ ਤੋਂ ਬਾਅਦ ਜਬਰੀ ਉਸ ਦੀ ਸੇਲ ਕਰਾਉਣੀ ਫਿਰ ਉਹਦੇ ਚੋਂ ਕਮਿਸ਼ਨ ਲੈਣਾ। ਇੱਕ ਪ੍ਰਾਪਰਟੀ ਨੂੰ ਕਈ ਦਫਾ ਇਸੇ ਤਰੀਕੇ ਦੀ ਕਾਰਗੁਜ਼ਾਰੀ ਕੀਤੀ ਗਈ ਆ। जी। ਯਾਦ ਰਹੇ ਕਿ ਕੋਈ ਵੀ ਰਿਐਲਟਰ ਹੈ ਜਿਹੜਾ ਤੁਹਾਡਾ ਆ ਕੇ ਤੁਹਾਨੂੰ ਕਹਿੰਦਾ ਜੀ ਤੋਂ ਮੈਂ ਫੀਸ ਘੱਟ ਲੈ ਲਾਂਗਾ ਤੇ ਤੁਸੀਂ ਮੈਨੂੰ ਦਿਓ ਮੈਂ ਤੁਹਾਡਾ ਘਰ ਵੇਚ ਦਾਂਗਾ ਫਲਾਣਾ ਤਾਂ ਜ਼ਿਆਦਾ ਵੇਚਦਾ ਹੈ। जी। ਮੈਂ ਤੁਹਾਨੂੰ ਵਾਪਸ ਲੈ ਕੇ ਚੱਲਦੀ ਹਾਂ ਜਿਹੜਾ ਸਾਡੇ ਪਾਸ ਲੇਟੈਸਟ ਸਕੈਂਡਲ ਆਇਆ ਮੈਂ ਉਹਦੀ ਵੀ ਗੱਲ ਕਰਦੀ ਹਾਂ ਤੁਹਾਡੇ ਨਾਲ ਕਿ ਕਿਸ ਪ੍ਰਕਾਰ ਇੱਕ ਤੁਸੀਂ ਇਮੇਜਿਨ ਕਰੋ ਕਿ ਬਜ਼ੁਰਗ ਜਿਹੜਾ ਵਿਅਕਤੀ ਹੈ ਜਿਹਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਉਹਨੇ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਉਹਨੇ ਘਰ ਬਣਾਇਆ ਔਰ ਉਸ ਘਰ ਦੇ ਵਿੱਚ ਜਿਹੜੀ ਅਨਿਊਟੀ ਹੈ ਉਹਦੀ ਜਿਹੜੀ ਪਿਛਲੀ ਉਮਰ ਹੈ ਉਸ ਦੇ ਵਿੱਚ ਉਹਦੀ ਉਹ ਸਾਰੇ ਦਾ ਸਾਰਾ ਖਜ਼ਾਨਾ ਉਹਨੇ ਜਮ੍ਹਾਂ ਕੀਤਾ ਔਰ ਉਹ ਲੋਕ ਜਿਹੜੇ ਪਿਛਲੇ 10-15 ਸਾਲਾਂ ਤੋਂ 3 ਜਾਂ 4% ਮੈਕਸਿਮਮ ਇੰਟਰਸਟ ਰੇਟ ਪੇ ਕਰਕੇ ਆਪਣੀਆਂ ਛਾਲਾਂ ਮਾਰਦੇ ਤੇ ਆਪਣੇ ਆਪ ਨੂੰ ਅਮੀਰ ਕਹਾਉਂਦੇ ਲਗਜ਼ਰੀ ਗੱਡੀਆਂ ਤੇ ਵੱਡੇ ਘਰਾਂ ਦੇ ਵਿੱਚ ਰਹਿਣ ਦੇ ਹਵਾਲੇ ਦਿੰਦੇ ਹੋਏ ਆਪਣੇ ਆਪ ਨੂੰ ਸੋਚਦੇ ਵੀ ਕੈਨੇਡਾ ਆ ਕੇ ਅਕਲ ਸਾਨੂੰ ਹੀ ਆਈ ਹੈ। ਇਹ ਉਹ ਲੋਕ ਨੇ ਜਿਹੜੇ ਹੁਣ 70 80 60 ਦੀ ਉਮਰ ਦੇ ਵਿੱਚ ਨੇ ਜਿਨ੍ਹਾਂ ਨੇ 18 ਤੋਂ 22% ਇੰਟਰਸਟ ਰੇਟ ਦੇ ਕੇ ਆਪਣੇ ਘਰ ਜਿਹੜੇ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਘਰ ਖੜੇ ਕੀਤੇ ਸਨ ਔਰ ਉਹਨਾਂ ਹੀ ਘਰਾਂ ਦੇ ਵਿੱਚ ਇਹਨਾਂ ਦੀ ਅਨਿਊਟੀ ਇਹਨਾਂ ਦੀ 올ਡ ਏਜ ਦੀ ਅਗਰ ਕੋਈ ਸਿਕਿਉਰਿਟੀ ਹੈ ਫਾਈਨੈਂਸ਼ੀਅਲ ਤਾਂ ਉਸ ਦੇ ਵਿੱਚ ਹੈ। ਹੋਇਆ ਕਿ ਪਿਛਲੇ 10-15 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੇ ਇਹੋ ਜਿਹੇ ਛਾਤਰ ਜਿਹੜੇ ਆਪਣੇ ਆਪ ਨੂੰ ਰਿਐਲਟਰ ਕਹਾਉਂਦੇ ਆ ਔਰ ਮੈਂ ਇਹਨਾਂ ਨੂੰ ਰਿਐਲਟਰ ਨਹੀਂ ਕਹਿੰਦੀ ਮੈਂ ਇਹਨਾਂ ਨੂੰ ਵਲਚਰਸ ਕਹਿੰਦੀ ਹਾਂ ਕਿਉਂਕਿ ਕਿਸੇ ਦਾ ਮਾਸ ਨੋਚ ਕੇ ਖਾਣ ਵਾਲੇ ਸਿਰਫ ਔਰ ਸਿਰਫ ਗਿਰਜਾਂ ਹੁੰਦੀਆਂ ਨੇ ਇੱਲਾਂ ਹੁੰਦੀਆਂ ਨੇ ਜਿਹੜੇ ਕਿ ਮੁਰਦੇ ਦਾ ਮਾਸ ਖਾਣ ਦੇ ਵਿੱਚ ਵੀ ਨਸੰਗ ਹੁੰਦੀਆਂ ਨੇ। ਇਹਨਾਂ ਲੋਕਾਂ ਨੇ ਉਹਨਾਂ ਬਜ਼ੁਰਗਾਂ ਨੂੰ ਉਹ ਲੋਕ ਜਿਹੜੇ ਵੱਡੀ ਉਮਰ ਦੇ ਵਿੱਚ ਜਾ ਚੁੱਕੇ ਹੈ ਉਹਨਾਂ ਤੋਂ ਪ੍ਰਾਪਰਟੀਆਂ ਜਿਹੜੀਆਂ ਨੇ ਘੱਟ ਕੀਮਤ ਦੇ ਉੱਤੇ ਖਰੀਦੀਆਂ ਕੁਝ ਨੇ ਵਿਕਵਾ ਦਿੱਤੀਆਂ ਔਰ ਉਹਦੇ ਵਿੱਚ ਆਪਣਾ ਹਿੱਸਾ ਰੱਖ ਲਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਆਸ਼ਾ ਨਾਲ ਕੀ ਕੀਤਾ ਉਹਨਾਂ ਪ੍ਰਾਪਰਟੀਆਂ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਚਾਰ ਵਾਰੀ ਵੇਚ ਕੇ ਉਹਨਾਂ ਦੇ ਵਿੱਚੋਂ ਜਿੱਥੇ ਆਪਣਾ ਕਮਿਸ਼ਨ ਹਰ ਵਾਰੀ ਰਾਖਵਾਂ ਰੱਖਿਆ ਉੱਥੇ ਨਾਲ ਦੀ ਨਾਲ ਅਖੀਰ ਦੇ ਵਿੱਚ ਫਿਰ ਵੀ ਆਪਣੀ ਜਿਹੜੀ ਮਲਕੀਅਤ ਆ ਉਹਦੇ ਉੱਤੇ ਕਾਇਮ ਰੱਖੀ ਹੈ। ਯਾਦ ਰਹੇ ਰੀਅਲ ਅਸਟੇਟ ਬੋਰਡ ਨੇ ਇਸ ਤਰ੍ਹਾਂ ਦੀਆਂ ਕਤਾਈਆਂ ਦੇ ਕਰਕੇ 10-15 ਸਾਲ ਪਹਿਲਾਂ ਡਿਊਲ ਮਤਲਬ ਦੋਵੇਂ ਪਾਸਿਆਂ ਦੇ ਰਿਐਲਟਰ ਹੋਣ ਦੇ ਉੱਤੇ ਪਹਿਲਾਂ ਹਦਾਇਤਾਂ ਦਿੰਦੇ ਰਹੇ ਬਾਅਦ ਦੇ ਵਿੱਚ ਉਹਨਾਂ ਨੇ ਪਾਬੰਦੀ ਵੀ ਲਗਾਈ ਕਿ ਕੋਈ ਵੀ ਵਿਅਕਤੀ ਫਰਜ਼ ਕੀਤਾ ਆਸ਼ਾ ਨਾਲ ਤੁਸੀਂ ਪ੍ਰਾਪਰਟੀ ਖਰੀਦਦੇ ਹੋ ਹਾਂਜੀ ਤੇ ਤੁਹਾਡੇ ਸਾਹਮਣੇ ਕੋਈ ਹੋਰ ਨੇ ਉਹ ਵੇਚ ਰਹੇ ਆ ਜੀ ਮੈਂ ਕਹਾਂ ਤੁਹਾਡਾ ਘਰ ਹੈ ਜਿਹੜਾ
ਮੈਂ ਤੁਹਾਨੂੰ ਵਧੀਆ ਕੀਮਤ ਤੇ ਲੈ ਕੇ ਦਵਾਂਗੀ ਹਾਂ ਹਾਂ ਤੇ ਉਹਨਾਂ ਨੂੰ ਮੈਂ ਕਹਿ ਰਹੀ ਹਾਂ ਤੁਹਾਨੂੰ ਤਾਂ ਕੀਮਤ ਮੈਂ ਬਹੁਤ ਜ਼ਿਆਦਾ ਵਧੀਆ ਦਵਾਉਂਗੀ ਤੁਸੀਂ ਮੈਨੂੰ ਐ ਦੱਸੋ ਵੀ ਮੈਂ ਉਹਨਾਂ ਦਾ ਪੱਖ ਪੂਰਾਂਗੀ ਜਾਂ ਤੁਹਾਡਾ ਪੂਰਾਂਗੀ ਯੂ ਟੈਲ ਮੀ ਕਿ ਮੈਂ ਉਹਨਾਂ ਨੂੰ ਮਹਿੰਗੀ ਤੋਂ ਮਹਿੰਗੀ ਕੀਮਤ ਦੇ ਵਿੱਚ ਘਰ ਵਿਕਵਾਵਾਂਗੀ ਜਾਂ ਕਿ ਤੁਹਾਨੂੰ ਸਸਤੇ ਤੋਂ ਸਸਤਾ ਘਰ ਲੈ ਕੇ ਦਵਾਂਗੀ ਯੂ ਟੈਲ ਮੀ ਯੈਸ ਔਰ ਇਹ ਕਤਾਹੀ ਰੀਅਲਟਰਾਂ ਨੇ ਕੀਤੀ ਹੈ ਇਸੇ ਕਰਕੇ ਬੋਰਡ ਨੇ ਜਿਹੜਾ ਸੀ ਦੋਹਰੇ ਪਾਸਿਆਂ ਤੋਂ ਡਿਊਲ ਏਜੰਸੀ ਜਿਹੜਾ ਉਹ ਖਤਮ ਕਰ ਦਿੱਤਾ ਸੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਤਾਂ ਐਥੀਕਲੀ ਗਲਤ ਹੈ ਐਥੀਕਲੀ ਗਲਤ ਹੈ ਆਸ਼ਾ ਨਾ ਹਾਂਜੀ ਇਹ ਤਾਂ ਕਹਿੰਦੇ ਦੋ ਕਿਸ਼ਤੀਆਂ ਤੇ ਸਵਾਰ ਚੱਲ ਕੇ ਚੱਲਣ ਵਾਲੀ ਗੱਲ ਹੈ ਬਿਲਕੁਲ ਔਰ ਯਾਦ ਰਹੇ ਤਕਰੀਬਨ 30 ਸਾਲ ਪਹਿਲਾਂ ਇਹ ਪੋਸੀਬਿਲਿਟੀ ਸੀ ਕਿਉਂਕਿ ਲੋਕਾਂ ਦੇ ਵਿੱਚ ਜੋ ਮਰਜ਼ੀ ਹੋ ਪੈਸੇ ਦਾ ਲਾਲਚ ਇੰਨਾ ਜ਼ਿਆਦਾ ਪ੍ਰਧਾਨ ਨਹੀਂ ਸੀ ਲਾਲਚ ਪ੍ਰਧਾਨ ਨਹੀਂ ਸੀ ਕੋਡ ਆਫ ਕੰਡਕਟ ਤੇ ਕੋਡ ਆਫ ਐਥਿਕਸ ਨੇ ਉਹ ਜ਼ਿਆਦਾਤਰ ਰੀਅਲਟਰਾਂ ਦੇ ਵਿੱਚ ਜ਼ਿਆਦਾਤਰ ਪ੍ਰੋਫੈਸ਼ਨਲ ਦੇ ਵਿੱਚ ਪ੍ਰਾਇੋਰਟੀ ਦੇ ਤੌਰ ਤੇ ਸਨ ਕਿਤੇ ਇੱਕਾ ਦੁੱਕਾ ਕਿਸੇ ਤੋਂ ਗਲਤੀ ਹੋ ਜਾਂਦੀ ਊਣਤਾਈ ਰਹਿ ਜਾਂਦੀ ਦੈਟਸ ਅ ਡਿਫਰੈਂਟ ਸਟੋਰੀ ਪਰ ਹੁਣ ਪਿਛਲੇ 10-15 ਸਾਲਾਂ ਦੇ ਵਿੱਚ ਕੀ ਹੋਇਆ ਵੀ ਇਹ ਤਾਂ ਸਾਰੇ ਬੇਵਕੂਫ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਲਓ ਉਹਨਾਂ ਨੂੰ ਤੁਸੀਂ ਜੀ ਲੈ ਲਓ ਤੇ ਉਹਨਾਂ ਨੂੰ ਕਹੋ ਜੀ ਬਸ ਇਸ ਤੋਂ ਵੱਧ ਨਹੀਂ ਵਿਕਣੀ ਕੰਟਰੈਕਟ ਸਾਈਨ ਕਰਾਓ ਤੇ ਉਹ ਤੋਂ ਬਾਅਦ ਚੱਕ ਕੇ ਫਟਾਫਟ ਉਸੇ ਪ੍ਰਾਪਰਟੀ ਨੂੰ ਉਹਦੇ ਨਾਲੋਂ ਦੁੱਗਣੀ ਔਰ ਕਈ ਹਾਲਾਤਾਂ ਦੇ ਵਿੱਚ ਤਿੱਗਣੀ ਭਾਅ ਦੇ ਵਿੱਚ ਵੇਚਣ ਦੀ ਨਸੰਗ ਨਾਚ ਹੈ ਜਿਹੜਾ ਇਸ ਤਰ੍ਹਾਂ ਦੇ ਕਰਪਟ ਔਰ ਗੰਦੇ ਰੀਅਲਟਰਾਂ ਨੇ ਕੀਤਾ ਇਹ ਸਾਰੇ ਜਣੇ ਕਹਿੰਦੇ ਆ ਕਿ ਪ੍ਰਾਪਰਟੀਆਂ ਮਹਿੰਗੀਆਂ ਹੋ ਗਈਆਂ ਪ੍ਰਾਪਰਟੀਆਂ ਦੇयर ਆਰ ਸੋ ਮੈਨੀ ਐਸਪੈਕਟਸ ਮੈਂ ਐਗਰੀ ਵਿਦ ਯੂ ਪਰ ਬਹੁਤ ਜ਼ਿਆਦਾ ਵੱਡਾ ਜਿਹੜਾ ਯੋਗਦਾਨ ਆ ਇਸ ਤਰ੍ਹਾਂ ਦੇ ਗਲਤ ਔਰ ਗੰਦੇ ਰੀਅਲਟਰਾਂ ਨੇ ਇਹਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਜਿਹੜਾ ਮਾੜਾ ਵਿਚੋਲਾ ਹੈ ਨਾ ਕਈ ਵਾਰੀ ਹਾਂਜੀ ਕੁੜੀ ਕੋਈ ਹੋਰ ਦਿਖਾ ਦਿੰਦੇ ਵਿਆਹ ਕੋਈ ਹੋਰ ਦਿੰਦੇ ਇਸ ਤਰ੍ਹਾਂ ਦੇ ਰੀਅਲਟਰਾਂ ਨੇ ਇਹ ਵੀ ਕੀਤਾ ਤੁਸੀਂ ਇਮੇਜਿਨ ਕਰੋ ਕਿ ਕੋਈ ਵਿਅਕਤੀ ਤੁਹਾਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ ਜਿਹੜੀ ਉਹ ਕਰਨ ਦੇ ਵਿੱਚ ਤੁਹਾਨੂੰ ਗਾਈਡ ਕਰ ਰਿਹਾ ਹੈ ਤੁਹਾਨੂੰ ਸੁਜੈਸਟ ਕਰ ਸਲਾਹ ਦੇ ਰਿਹਾ ਹੈ ਔਰ ਉਸ ਦੇ ਬਦਲੇ ਉਹ ਆਪਣੀਆਂ ਸਰਵਿਸਿਜ਼ ਦੇ ਪੈਸੇ ਵੀ ਲੈ ਰਿਹਾ ਹੈ ਔਰ ਸਲਾਹ ਤੁਹਾਨੂੰ ਦੇ ਰਿਹਾ ਹੈ ਆਪਣੇ ਉਸ ਦੇ ਨਿੱਜੀ ਮਫਾਦ ਨੂੰ ਮੁੱਖ ਰੱਖਦੇ ਹੋਏ ਬੋਰਡ ਬੜੀ ਚੰਗੀ ਤਰ੍ਹਾਂ ਕਲੀਅਰ ਕਰਦਾ ਕਿ ਤੁਸੀਂ ਕੰਮ ਹੈ ਜਿਹੜਾ ਉਹ ਸਰਵਿਸਿਜ਼ ਪ੍ਰਦਾਨ ਕਰਨ ਲਈ ਕਰਦੇ ਹੋ ਨਾ ਕਿ ਕਮਿਸ਼ਨ ਦੇ ਲਈ ਕਮਿਸ਼ਨ ਤੁਹਾਡੀ ਮਿਹਨਤ ਹੈ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪੇ ਕੀਤਾ ਜਾਂਦਾ ਪਰ ਤੁਹਾਡੀ ਪ੍ਰਾਇੋਰਟੀ ਨਹੀਂ ਹੋਣੀ ਚਾਹੀਦੀ ਕੋਈ ਵੀ ਰੀਅਲਟਰ ਆ ਜਿਹੜਾ ਕਮਿਸ਼ਨ ਨੂੰ ਜਿਹੜਾ ਪਹਿਲਾਂ ਸੋਚੇਗਾ ਆਸ਼ਾਨਾ ਉਹ ਹਮੇਸ਼ਾ ਗਲਤ ਥਾਂ ਦੇ ਉੱਤੇ ਜਾਂ ਗਲਤ ਡੀਲ ਦੇ ਵਿੱਚ ਪਾਰਟਿਸਿਪੇਟ ਕਰੇਗਾ बिल्कुल प्रोग्राम जारी रखेंगे विद आफ्टर क्विक कमर्शियल ब्रेक सुनते रहिए www.live.ca जो मांगे ठाकुर अपने ढूंढिए अपने सपनों का घर सपना भाटिया के संग सपना एवं तन्मयी माँ बेटी की खूबसूरत जोड़ी EXP रियल्टी से जो ढूंढेगी आपके लिए सपनों का घर या आपकी मदद करेगी घर बेचने और ख़रीदने में आज ही कॉल करें 6043377043 जी हाँ फिर से सुने 6043377043 आपके सपनों का घर सपना भाटिया के संग ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ Reflection Banquet and Convention Center, a new and best hall in Surrey. Modern, elegant, top class, big patios ke saath, best food, lots of variety. You want to give the best to your guests? Party book karo Reflection Banquet and Convention Center te 604-618-5114 6638-152 A Street, Surrey. Reflection Banquet and Convention Center. Plan Insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ ਇੱਕ ਕਲੇਮ ਆਨ ਦੇ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 6043632200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ ABC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 6043632200 604-363-2200 or visit planinsurance.ca
ਐਕਸਪ੍ਰੈਸ ਐਂਟਰੀ ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 2097928 ਸਟਰੀਟ 604-597-1119 ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤੋਂ ਬਿਨਾ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604-231-9592। बिरयानी, गोट कढ़ाई, निहारी चिकन कढ़ाई, बाबा की बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਮੀਡੀਆ ਵੇਜ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗੀ ਨੇ ਫੈਮਿਲੀ ਕੇਅਰ ਫਾਰਮੇਸੀ। ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ ਜਿੱਥੋਂ ਤੁਸੀਂ ਹਰ ਪ੍ਰਕਾਰ ਦੀ ਦਵਾਈ ਬੂਟੀ, ਵਿਟਾਮਿਨ, ਸਪਲੀਮੈਂਟਸ ਤੇ ਹਰਬਲ ਮੈਡੀਸਿਨਸ ਲੈ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫ਼ਤੇ ਦੇ 7 ਦਿਨ ਖੁੱਲ੍ਹੀ ਰਹਿਣ ਵਾਲੀ ਫੈਮਿਲੀ ਕੇਅਰ ਫਾਰਮੇਸੀ ਦੀਆਂ 3 ਲੋਕੇਸ਼ਨ ਨੇ, ਸਰੀ, ਡੈਲਟਾ ਤੇ ਵਾਈਟ ਰੌਕ ਵਿਖੇ। 604-581-1900 ਦੇ ਉੱਤੇ ਕਰੋ ਕਾਲ। ਬਾਕੀ ਪਾਇਲ ਚਾਟ ਹਾਊਸ ਸਰੀ ਦਾ ਪਹਿਲਾ ਰੈਸਟੋਰੈਂਟ ਹੈ ਜਿਹੜਾ 24 ਘੰਟੇ ਖੁੱਲ੍ਹਣਾ ਸ਼ੁਰੂ ਹੋਇਆ ਸੀ। ਅੱਜ ਵੀ 24 ਘੰਟੇ ਖੁੱਲ੍ਹਦਾ ਪਾਇਲ ਬਿਜ਼ਨਸ ਸੈਂਟਰ ਵਿਖੇ ਹੈ। ਅੱਧੀ ਰਾਤ ਪਹਿਰ ਦੇ ਤੜਕੇ ਜਦੋਂ ਵੀ ਭੁੱਖ ਲੱਗਦੀ ਹੈ ਤਾਂ ਖਾਣੇ ਕਰੋ ਆਰਡਰ ਜਾਂ ਬੈਠ ਕੇ ਖਾਣੇ ਦਾ ਆਨੰਦ ਮਾਣੋ। 604-596-1990 ਤੇ। 100 ਬੰਦੇ ਦੀ ਕੇਟਰਿੰਗ ਦੇ ਲਈ ਹਰਨੇਕ ਹੋਰਾਂ ਨਾਲ ਕਰ ਸਕਦੇ ਹੋ ਸੰਪਰਕ 604-518-7444। ਬਾਕੀ ਜੀ ਟਰੱਕ ਡਰਾਈਵਰ ਚਾਹੀਦੇ ਨੇ ਪਰ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਲੋਕਲ ਕੰਪਨੀ ਨੂੰ ਲੋਕਲ ਤੇ ਲੌਂਗ ਹਾਲ ਲਈ ਟਰੱਕ ਡਰਾਈਵਰ ਚਾਹੀਦੇ ਨੇ। ਲੌਂਗ ਹਾਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਨਾਲ ਪੇ ਕੀਤਾ ਜਾਏਗਾ। ਸੰਪਰਕ ਕਰੋ 604-725-4259 ਤੇ। ਬਾਕੀ ਇਸ ਦੇ ਨਾਲ ਫੌਜਦਾਰੀ ਮਾਮਲਾ ਪੈ ਗਿਆ। ਸੈਕਸ਼ੂਅਲ ਅਸੌਲਟ, ਥੈਫਟ ਤੇ ਡਰਾਈਵਿੰਗ ਅਫੈਂਸਿਸ ਵਰਗੇ ਚਾਰਜਸ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਡਾ ਫੌਜਦਾਰੀ ਮੁਕੱਦਮਾ ਲੜਨ ਤੇ ਜਿੱਤਣ ਦੇ ਵਿੱਚ ਮਾਹਰ ਗਗਨ ਨਾਹਲ ਕ੍ਰਿਮੀਨਲ ਲਾਇਰ ਨੂੰ 604-527-4769 ਤੇ ਸੰਪਰਕ ਕਰ ਸਕਦੇ ਹੋ। ਇਹ BC, ਅਲਬਰਟਾ, ਮੈਨੀਟੋਬਾ ਤੇ ਅੰਟਰੀਓ ਵਰਗੇ 4 ਸੂਬਿਆਂ ਦੇ ਵਿੱਚ ਬੜੇ ਪੇਚੀਦਾ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਨੇ। ਕ੍ਰਿਮੀਨਲ ਲਾਇਰ ਗਗਨ ਨਾਲ ਦੇ ਦਫ਼ਤਰ ਦਾ ਪਤਾ ਹੈ 6625 152A ਸਟਰੀਟ 604-527-4769 ਦੇ ਉੱਤੇ ਕਰੋ ਕਾਲ। ਘਰ ਬਣਾ ਰਹੇ ਹੋ ਨਵਾਂ ਜਾਂ ਰੈਨੋਵੇਟ ਕਰ ਰਹੇ ਹੋ ਤਾਂ HTA ਪ੍ਰੋਡਕਟਸ ਦੇ ਸ਼ੋਰੂਮ ਦੇ ਵਿੱਚ ਜ਼ਰੂਰ ਇੱਕ ਵਾਰੀ ਗੇੜਾ ਮਾਰ ਕੇ ਆਓ। ਹਾਈ ਐਂਡ ਬ੍ਰਾਂਡ ਨੇਮਸ ਨੂੰ ਕੈਰੀ ਕਰਨ ਵਾਲਾ ਲੋਅਰ ਮੇਲੈਂਡ ਦਾ ਮਸ਼ਹੂਰ ਨਾਮ ਹੈ ਔਰ HTA ਪ੍ਰੋਡਕਟਸ ਦੇ ਸ਼ਾਨਦਾਰ ਸ਼ੋਰੂਮਸ ਰਿਚਮੰਡ, ਵੈਨਕੂਵਰ ਤੇ ਸਰੀ ਵਿਖੇ ਨੇ। ਸ਼ੋਰੂਮ 'ਚ ਜਾਓ, ਚੱਲਦੇ ਪ੍ਰੋਡਕਟ ਦੇਖੋ, ਪਸੰਦ ਕਰੋ, ਆਪਣੇ ਘਰ ਦੇ ਵਿੱਚ ਲਗਵਾਓ। ਔਰ HTA ਪ੍ਰੋਡਕਟਸ ਦੇ ਮੁਤਲਕ ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਦੇ ਲਈ ਸਾਬੀ ਔਲਖ ਹੋਰਾਂ ਨਾਲ ਕਰੋ ਸੰਪਰਕ 604-728-5339 ਦੇ ਉੱਤੇ। ਔਰ ਮੀਡੀਆ ਵੇਜ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਜਿਹੜੀ ਚੱਲ ਰਹੀ ਹੈ, ਪਿਕਸ ਦੇ ਬੋਰਡ ਆਫ ਡਾਇਰੈਕਟਰ ਸਸਪੈਂਡਡ ਰੀਅਲਟਰ ਕੈਂਪ ਪਵਾਰ, ਉਹਨਾਂ ਦਾ ਸਕੈਂਡਲ ਆ ਜਿਹੜਾ ਸਾਹਮਣੇ ਆਇਆ। ਔਰ ਕਈ ਦਫਾ ਸੁਣ ਕੇ ਜਿਹੜੀਆਂ ਲੋਕਾਂ ਦੀਆਂ ਹੱਡ ਬੀਤੀਆਂ ਨੇ, ਜਦੋਂ ਪੇਪਰ ਕੱਢ ਕੇ ਦਿਖਾਉਂਦੇ ਆ ਤੇ ਦੱਸਦੇ ਆ ਆਪਣੀ ਰਾਮ ਕਹਾਣੀ, ਤਾਂ ਜਿੱਥੇ ਦੁੱਖ ਤਕਲੀਫ ਹੁੰਦੀ ਹੈ ਉੱਥੇ ਗੁੱਸਾ ਵੀ ਬੜਾ ਆਉਂਦਾ ਹੈ ਤੇ ਨਾਲ ਦੀ ਨਾਲ ਸਵਾਲ ਵੀ ਖੜਾ ਹੁੰਦਾ ਹੈ ਕਿ ਰੀਅਲ ਅਸਟੇਟ ਖੇਤਰ ਜਿਸ ਦੇ ਵਿੱਚ ਕਿ ਇੱਕ ਰੀਅਲਟਰ ਤੋਂ ਹਰ ਤਰ੍ਹਾਂ ਦੀ ਪਾਏਦਾਰੀ, ਸਮਝਦਾਰੀ ਤੇ ਵਫਾਦਾਰੀ ਦੀ ਉਮੀਦ ਕੀਤੀ ਜਾਂਦੀ ਹੈ, ਉੱਥੇ ਉਸ ਦੀਆਂ ਧੱਜੀਆਂ ਜਿਹੜੀਆਂ ਨੇ ਉਹ ਕੈਂਪਵਾਰ ਨੇ ਕਿਵੇਂ ਉਠਾਈਆਂ ਨੇ। ਆਪਣੇ ਘਰ ਦੇ ਵਿੱਚ, ਘਰ ਸੀ ਜੀ ਨਿਊਟਨ ਦੇ ਵਿੱਚ,
80 ਸਾਲਾਂ ਦੇ ਕਰੀਬ ਬਜ਼ੁਰਗ ਸੀ, ਉਹਨੂੰ ਉਹਦੇ ਘਰ ਦੀ ਕੀਮਤ ਹੀ ਘੱਟ ਪਾ ਦਿੱਤੀ ਗਈ। ਘੱਟ ਕੀਮਤ ਦੇ ਉੱਤੇ ਘਰ ਖਰੀਦ ਲਿਆ ਗਿਆ ਔਰ ਉਹਦੇ ਵਿੱਚ ਆਪਣਾ ਨਾਂ ਰੱਖ ਲਿਆ ਗਿਆ, ਹਿੱਸੇਦਾਰੀ ਦੇ ਵਿੱਚ ਆਪਣਾ ਨਾਂ ਰੱਖ ਲਿਆ। ਖਰੀਦੋ ਫਰੋਖਤ ਹੋ ਗਈ। ਫਿਰ ਉਸ ਘਰ ਨੂੰ ਦੁਬਾਰਾ ਫੇਰ ਵੇਚ ਦਿੱਤਾ ਗਿਆ ਕਿਸੇ ਹੋਰ ਆਪਣੇ ਦੋਸਤ ਨੂੰ, ਔਰ ਉਹਦੀ ਕੀਮਤ ਹੋਰ ਵਧਾ ਦਿੱਤੀ ਗਈ, ਹਿੱਸਾ ਆਪਣਾ ਵਿੱਚ ਬਰਕਰਾਰ ਰੱਖਿਆ ਗਿਆ। ਇਹ ਸੈਲਿੰਗ ਰੀਅਲਟਰ ਹੈ ਜੀ, ਆਪ ਕੈਂਪ ਪਵਾਰ, ਪ੍ਰਾਪਰਟੀ ਉਹਦੇ ਨਾਂ ਤੇ ਹੈ, ਆਪਣੀ ਹਿੱਸੇਦਾਰੀ ਹੈ ਵਿੱਚ, ਔਰ ਉਸ ਨੂੰ ਤੀਜੀ ਵਾਰੀ ਫੇਰ ਵੇਚ ਦਿੱਤਾ ਗਿਆ ਔਰ ਉਹਦੇ ਵਿੱਚ ਆਪਣਾ ਹਿੱਸਾ ਫੇਰ ਰੱਖਿਆ ਗਿਆ। ਤਿੰਨੋਂ ਵਾਰੀ ਕਮਿਸ਼ਨ ਵੀ ਲਿਆ ਗਿਆ, ਹਿੱਸੇਦਾਰੀ ਵੀ ਵਿੱਚ ਰੱਖੀ ਗਈ, ਔਰ ਜਿਹੜੇ ਓਨਰ ਨੇ ਉਹ ਬਦਲਦੇ ਰਹੇ, ਨਾਲ ਦੇ ਜਿਹੜੇ ਪਾਰਟਨਰ ਸਨ। ਤੁਸੀਂ ਦੇਖੋ ਇਹ ਤਾਂ ਕਿੰਨੀਆਂ ਜ਼ਿਆਦਾ ਪ੍ਰਿਵਿਲੇਜਡ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਵੀ ਰੀਅਲਟਰ ਦੇ ਪਾਸ, ਕਿਸੇ ਵੀ ਪ੍ਰਾਪਰਟੀ ਦੀ ਕੰਪੈਰੀਜ਼ਨ ਕਰਨ ਤੋਂ ਬਾਅਦ ਕਿ ਇਸ ਇਲਾਕੇ ਦੇ ਵਿੱਚ ਇਹ ਪ੍ਰਾਪਰਟੀ ਦੀ ਕਿੰਨੀ ਕੀਮਤ ਹੈ ਔਰ ਇਹਦੇ ਵਿੱਚ ਪੋਟੈਂਸ਼ੀਅਲ ਕਿੰਨੀ ਹੈ। ਔਰ ਅੱਜ ਕੱਲ੍ਹ ਤਾਂ ਖਾਸ ਤੌਰ ਦੇ ਉੱਤੇ ਕੰਪੈਰੀਜ਼ਨ ਕਰਨ ਦੇ ਵਿੱਚ ਆਸ਼ਾ ਨਾ ਕੋਈ ਬਹੁਤਾ ਟਾਈਮ ਨਹੀਂ ਲੱਗਦਾ, ਫਟਾਫਟ ਤੁਸੀਂ ਲਿਸਟਿੰਗਸ ਕਰਦੇ ਹੋ ਕਿ ਇਸ ਏਰੀਆ ਦੇ ਵਿੱਚ ਇੰਨੇ ਸਕੁਆਇਰ ਫੁੱਟ ਆਫ ਪ੍ਰਾਪਰਟੀ ਹੈ ਜਿਹੜੀ ਕਿੰਨੇ ਦੀ ਵਿਕੀ ਆ, ਮਾਰਕੀਟ ਰੇਟ ਕਿਵੇਂ ਚੱਲ ਰਿਹਾ, ਔਰ ਇਸ ਪ੍ਰਾਪਰਟੀ ਜਿਹੜੀ ਹੈ ਇਹਦੇ ਵਿੱਚ ਹੋਰ ਕਿਹੜੀਆਂ ਪੋਟੈਂਸ਼ੀਅਲਸ ਹਨ। 80 ਸਾਲਾਂ ਦੇ ਬਜ਼ੁਰਗ ਨੇ, ਹੋ ਸਕਦਾ ਉਹ ਘਰ ਹੈ ਪੁਰਾਣੇ ਟਾਈਮ ਦੇ ਵਿੱਚ $1,00,000 ਤੋਂ ਵੀ ਥੱਲੇ ਲਿਆ ਹੋਵੇ, ਪਰ ਉਹਨੇ ਕੈਰੀ ਕੀਤਾ, ਉਸਨੂੰ ਕੈਰਿੰਗ ਕਾਸਟ ਭਰੀ ਆ, ਉਹਨੇ ਮਾਰਗੇਜ ਭੇਜੀ ਆ, ਭਰੀ ਆਪਣੀ ਇੰਨੇ ਸਾਲਾਂ ਦੀ, ਔਰ ਉਸ ਨੂੰ ਇਹ ਇਨਫੋਰਮੇਸ਼ਨ ਦੇ ਕੇ, ਇਹ ਇੱਕ ਨਾਲ ਨਹੀਂ ਸਾਰੇ ਦੇ ਸਾਰਿਆਂ ਦੇ ਨਾਲ ਅੰਡਰ ਮਾਰਕੀਟ ਪ੍ਰਾਈਸ ਹੈ ਜਿਹੜੀ ਉਹ ਦੱਸ ਕੇ ਉਸ ਦੇ ਉੱਤੇ ਬਗਵਾ ਕੇ ਨੈਕਸਟ ਦੇ ਵਿੱਚ ਫਟਾਫਟ ਆਪਣੇ ਪੈਸੇ ਵਿੱਚੋਂ ਕੱਢ ਕੇ ਗਾਂਹ ਚੱਲੇ। ਕੋਈ ਵੀ ਪ੍ਰਾਪਰਟੀ ਤੁਹਾਡੇ ਨਾਂ ਦੇ ਉੱਤੇ ਹੈ ਨਾ, ਸ਼ਾਇਦ ਤੁਸੀਂ ਤੁਹਾਡੀ ਵਿੱਚ ਬੱਚੇਦਾਰੀ ਹੈ, ਯੂ ਡਿਸਕਲੋਜ਼ ਇਟ। ਹਾਂਜੀ, ਰੀਅਲ ਏਸਟੇਟ ਦਾ ਇੱਕ ਅਸੂਲ ਹੈ, ਡਿਸਕਲੋਜ਼। ਈਵਨ ਤੁਹਾਨੂੰ ਕਿਸੇ ਪ੍ਰਾਪਰਟੀ ਬਾਰੇ ਇਹ ਜਾਣਕਾਰੀ ਹੋਵੇ ਕਿ ਇਸ ਪ੍ਰਾਪਰਟੀ ਦੇ ਉੱਤੇ ਲੋਕਾਂ ਦਾ ਜਿਹੜਾ ਅੰਦੇਸ਼ਾ ਹੈ, ਜਿਵੇਂ ਕਈ ਪ੍ਰਾਪਰਟੀਆਂ ਹੁੰਦੀਆਂ, ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦੀ ਹਾਂ ਕਿ ਕਈ ਪ੍ਰਾਪਰਟੀ ਦੇ ਹੁੰਦੇ ਵੀ ਹਾਂ ਵੀ ਦੇਖੋ ਇੱਥੇ ਸ਼ਾਇਦ ਨਾ ਭੂਤ ਰਹਿੰਦੇ ਆ, ਇੱਥੇ ਡਰਦੇ ਆ, ਜਾਂ ਇੱਥੇ ਕੋਈ ਮਰਿਆ ਸੀ ਬੰਦਾ, ਜਾਂ ਇੱਥੇ ਮੈਰੀਜੁਆਨਾ ਉਗਾਇਆ ਗਿਆ ਸੀ ਜੀ। ਅਗਰ ਤੁਹਾਨੂੰ ਪਤਾ ਲੱਗਦਾ ਹੈ ਘਰਦਿਆਂ ਤੋਂ ਜਾਂ ਘਰਦਿਆਂ ਤੋਂ ਬਾਹਰ ਰਹਿੰਦੇ, ਇਟ ਇਜ਼ ਯੂਰ ਡਿਊਟੀ ਟੂ ਡਿਸਕਲੋਜ਼ ਦੈਟ। ਯੈਸ, ਐਥੀਕਲੀ ਇਟ ਇਜ਼, ਜਦੋਂ ਤੁਸੀਂ ਲਾਇਸੈਂਸ ਹੈ ਨਾ ਤੁਹਾਡੇ ਪਾਸ ਰੀਅਲ ਏਸਟੇਟ ਬੋਰਡ ਦਾ, ਯੂ ਡਿਸਕਲੋਜ਼ ਇਟ, ਯੂ ਡੋਂਟ ਹੈਵ ਦਾ ਪ੍ਰਿਵਿਲੇਜ ਟੂ ਹਾਈਡ ਇਟ। ਜਦੋਂ ਕੋਈ ਰੀਅਲਟਰ ਇਸ ਤਰ੍ਹਾਂ ਦੀ ਜਾਣਕਾਰੀ ਅਸ਼ਾ ਨਾ ਲੁਕਾਉਂਦਾ ਹੈ ਨਾ, ਉਹਦੇ ਪਿੱਛੇ ਉਹਨੂੰ ਹੁੰਦਾ ਵੀ ਫਟਾਫਟ ਮੇਰੀ ਸੇਲ ਨਾ ਕਿਤੇ ਡੁੱਬ ਜਾਵੇ, ਮੇਰਾ ਕਮਿਸ਼ਨ ਚਲਿਆ ਜਾਏ, ਪੈਸੇ ਨਾ ਚਲਾ ਜਾਏ, ਮੇਰੇ ਪੈਸੇ ਨਾ ਚਲੇ ਜਾਣ, ਮੇਰੀ ਸੇਲ ਨਾ ਚਲੀ ਜਾਵੇ। ਔਰ ਕਈ ਸ਼ੈਤਾਨ ਇਹੋ ਜਿਹੇ ਵੀ ਹੁੰਦੇ ਆ ਕਿ ਉਹਦੇ ਬੇਸ ਦੇ ਉੱਤੇ ਹੋਰ ਜ਼ਿਆਦਾ ਕੀਮਤ ਘਟਾ ਕੇ ਇਹ ਖਾਸ ਤੌਰ ਦੇ ਉੱਤੇ ਆਪਣੇ ਰੀਅਲਟਰਾਂ ਨੇ, ਕਈਆਂ ਨੇ ਇਹ ਕਤਾਈਆਂ ਰੱਜ ਕੇ ਬੜੇ ਬਸ਼ਰਮ ਤਰੀਕੇ ਨਾਲ ਕੀਤੀਆਂ ਨੇ, ਆਪਣੀ ਸਾਹਮਣੇ ਵਾਲੇ ਵਿਅਕਤੀ ਤੋਂ ਕੀਮਤ ਘਟਾਉਣ ਦੀ ਮਨਸ਼ਾ ਹੈ। लेट्स गो बैक टू दिस स्कैम। हाँ 80 साल का बुजुर्ग जी, न्यूटन इलाका में ये घर, हाँ हाँ एड्रेस वगैरह सारे हमारे पास है। अगर कोई देखना चाहता है डॉक्यूमेंट्स तो हमें ज़रूर कॉल कर सकते हैं, यू कैन कम एंड व्यू द डॉक्यूमेंट्स। कैंप पवार के अगर कोई यार बेलियाँ भी देखना चाहते हैं, दे आर मोस्ट वेलकम टू कॉल मी 604-449-3333। आई विल शो यू ऑल द डॉक्यूमेंट्स, जिसमें हर एक ट्रांजैक्शन में जो ये हुई है उनके तीनों का 3 कॉन्ट्रैक्ट्स जो है वो मेरे पास पहुँचे, जिसमें कैंप पवार के सिग्नेचर्स मौजूद हैं, इन्होंने खुद साइन किए। न्यूटन का ये घर है और 80 साल का बुज़ुर्ग जब हमारे पास चल कर आए हैं और उन्होंने ये डॉक्यूमेंट्स दी है और उन्होंने ये कहा है कि ही इज़ गोना सू कैंप पवार, क्योंकि ये काम कैंप पवार ने किया है एंड इट इज़ शेम। बुज़ुर्गों को लूट रहे हो, तुम्हारे बाप की उम्र के आदमी होगा, उसको आप लूट रहे हो, शर्म नहीं आई आपको इस तरह की हरकत करते हुए? थोड़ा सा भी नहीं शर्म आई कि मेरे बाप की उम्र का बंदा है, उसके घर में आपने उसको सेल लगाकर वो कहते हैं कि मार्केट से कम प्राइस में सेल किया। बिल्कुल आशा ना, लिस्टेड रियल्टर भी आप, पार्टनर भी आप, फिर उसी घर को खुद तीसरी बार सेल किया। लाइक व्हाट इज गोइंग ऑन?
कैंपवार आपके अंदर इतना तहजीब नहीं थी, आपके अंदर इतना एथिक्स नहीं थी कि आप अपने खुद के काम कर सके, ऐसे बुजुर्गों को लूट कर आपने पैसे बनाने थे? इज दिस व्हाट यू डिड? शर्म आ रही है मुझे। एक बार बात और मुझे पता चला दीदी, हाँ, कहते जो टाउन हाउसेस है ही नहीं हाँ, वो भी बेच चुका है कैंपवार। दे डोंट एग्जिस्ट, लेकिन लोगों को बेच चुका है। मुझे कुछ लोगों ने कहा, कहते कि आप बताओ हम कहाँ आकर बोले ये बात। जो टाउन हाउस एग्जिस्ट नहीं कर रहे, वो भी जो बेचते हैं। टाउन हाउस बिके नहीं है, बने नहीं है और बना भी नहीं है, यानी वो टाउन हाउस है ही नहीं, उनको भी बेच चुके हैं। ख्याली ਪਲਾ ਜਿਹੜੇ ਨੇ ਨਾ प्लॉट बेचने वाली काम कर दी ना इसने। ਆਸ਼ਾ ਨਾ ਇਹ ਤਾਂ ਨਾ ਇੰਜ ਹੁੰਦਾ ਵੀ ਟੋਬੇ 'ਚ ਸਿੱਟ ਦੋ ਇੱਟ ਤੇ ਦੇਖੀ ਜਾਏਗੀ। ਔਰ ਯਾਦ ਰਹੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਨਾ ਵੀ ਹਾਂ ਟਰੰਕ ਦੇ ਵਿੱਚ ਬੋਤਲਾਂ ਖੁੱਲੀਆਂ ਹੁੰਦੀਆਂ ਤੇ ਨਾਲ ਗਲਾਸੀ ਰੱਖੀ ਹੁੰਦੀ ਹੈ, ਹਾਂਜੀ। 2 ਪੈਗ ਪੜਾ ਕੇ ਹੌਸਲਾ ਜਿਹਾ ਹੋ ਜਾਂਦਾ ਬੰਦੇ ਦਾ ਤੇ ਫਿਰ ਪੇਪਰ ਤੇ ਸਾਈਨ ਕਰਾਈਦੇ ਆ। ਕੋਈ ਵੀ ਰੀਅਲਟਰ ਪੁਰਾਣੇ ਵਕਤਾਂ ਤੋਂ ਲੈ ਕੇ ਅੱਜ ਤੱਕ ਜਿਹਨੇ ਇਹ ਕੰਮ ਕੀਤੇ ਨੇ, ਇਹਦਾ ਮਤਲਬ ਉਹਦਾ ਆਪਣਾ ਨਿੱਜੀ ਮਫਾਦ ਮੁੱਖ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਟ੍ਰਾਂਜੈਕਸ਼ਨ ਹੈ ਜਿਹੜੀ, ਤੁਸੀਂ ਉਹਨੂੰ ਕਰਨ ਤੋਂ ਪਹਿਲਾਂ ਤੁਹਾਡਾ ਦਿਮਾਗ, ਤੁਹਾਡੀ ਸੋਚ ਸਮਝ ਔਰ ਖਿਆਲ ਪੂਰੀ ਪਲਾਨ ਔਰ ਬੈਲੈਂਸਡ ਹੋਣਾ ਚਾਹੀਦਾ ਹੈ। ਨਾ ਕਿ ਤੁਸੀਂ ਨਸ਼ੇ ਦੇ ਕਿਸੇ ਵੀ ਤਰੀਕੇ ਦੇ ਜਿਹੜਾ ਨਸ਼ਾ ਹੈ ਉਹਦੇ ਅਧੀਨ ਤੁਸੀਂ ਇਸ ਤਰ੍ਹਾਂ ਦੇ ਸਾਈਨ ਕਰੋ। ਨਸ਼ੇ ਦਾ ਇੱਕ ਪੈਗ ਪੀਤਾ ਹੋਇਆ ਕਹਿੰਦੇ ਗੱਡੀ ਨਹੀਂ ਚਲਾਉਣੀ। ਇਹ ਜ਼ਿੰਦਗੀ ਦੀ ਪੂਰੀ ਵੱਡੀ ਇਨਵੈਸਟਮੈਂਟ ਦੇ ਲਈ ਜਿਹੜੇ ਫੈਸਲੇ ਨੇ ਪੈਗ ਲਗਾ ਕੇ ਕਰਦੇ ਆ। ਔਰ ਇਸ ਤਰ੍ਹਾਂ ਦੇ ਰੀਅਲਟਰ ਨੇ ਨਾ ਜਿਹੜੇ ਕੈਂਪਵਾਰ ਦਾ ਖੈਰ ਇਸ ਖੇਤਰ ਦੇ ਵਿੱਚ ਬੜਾ ਮਸ਼ਹੂਰ ਰਿਹਾ ਹੈ। ਜਦੋਂ ਅਗਲਿਆਂ ਨੇ ਮੈਨੂੰ ਦੱਸਿਆ, ਕਹਿੰਦੇ ਲਓ ਭੈਣ ਜੀ, ਕਹਿੰਦੇ ਉਹਦੇ ਟਰੰਕ ਦੇ ਵਿੱਚ ਤਾਂ ਹਮੇਸ਼ਾ ਕਹਿੰਦੇ ਬੋਤਲਾਂ ਹੁੰਦੀਆਂ ਸੀ, ਵਿੱਚੇ ਗਲਾਸੀ। ਇਹ ਜਿਹੜੇ ਫਿਸ਼ ਪਕੌੜੇ ਉੱਥੋਂ ਚੱਕੇ, ਚਿਕਨ ਪਕੌੜੇ ਚੱਕੇ ਤੇ ਉੱਥੇ ਜਾ ਕੇ ਇਕੱਠੇ ਪੈਗ ਲਾਏ, ਗਲਾਸੀਆਂ ਲਾਈਆਂ, ਚੱਕ ਲੈ ਤੂੰ ਵੀ ਕਰ ਲੈ। ਇਹ ਉਹ ਸਾਰੇ ਦਿਸ ਇਜ਼ ਏ ਰੋਂਗ, ਐਥੀਕਲੀ ਸਭ ਤੋਂ ਜ਼ਿਆਦਾ ਗਲਤ ਸਲਾਹ ਹੈ ਕਿਸੇ ਨੂੰ। ਇਹ ਤਾਂ ਹੀ ਆਈ ਐਮ ਨॉट ਸਰਪ੍ਰਾਈਜ਼ ਕਿ ਉਹ ਕਦੇ ਟਾਊਨ ਹਾਊਸ ਹੈ ਹੀ ਨਹੀਂ ਸੀਗੇ। मैं बड़ी सरप्राइज हूँ। मैं कहा टाउन हाउस है ही नहीं, कैसे बिक गए? कहते यही तो आप लोगों को समझ नहीं आती है। ये कैंपवार से पूछो कि टाउन हाउस ना होते हुए भी उसे कैसे बेच दिए। मैं कहा कैंपवार कहीं लभदा ही नहीं। मैं बहुत कोशिश की कि उससे जाकर इंटरव्यू लूँ, उनसे बात करूँ, लेकिन मिलता ही नहीं कहीं। आई डोंट नो। मैं बड़ी कोशिश की। मैं उस दिन मेयर की फंड रेजिंग पर भी गई थी। मैं बाहर खड़ी थी अपने कैमरा लेके, सो दैट कि क्या आवे तो मैं उससे पूछूं कि बगैर टाउन हाउस एग्जिस्ट हुए आपने कैसे बेच दिया टाउन हाउसेस को, लेकिन मिला नहीं। ਬਿਲਕੁਲ ਕੀ ਕਹਿੰਦੇ ਨੇ ਪਿਕਸ ਦੀ AGM ਤੋਂ ਬਾਅਦ हाँ जी। ਆਪਣੀ ਜੁੰਡਲੀ ਦੇ 1-2 ਹੋਰ ਡਾਇਰੈਕਟਰਾਂ ਨੂੰ ਵਿੱਚ ਪਾਉਣ ਤੋਂ ਬਾਅਦ ਤਾਂ ਫਿਰ ਐ ਹੋ ਗਿਆ ਕੈਂਪਵਾਰ ਦਾ ਪਤਾ ਨਹੀਂ ਕਿਹਨੇ ਲਿਪ ਕੇ ਭੜੋਲੇ 'ਚ ਪਾਤਾ, ਭੜੋਲੇ 'ਚ ਪਾ ਕੇ ਭੜੋਲਾ Have ਲਿਪਿਆ। no idea, We are- have we are- no idea. we are looking into it ਵੀ ਕਿਹੜੇ ਭੜੋਲੇ ਦੇ ਵਿੱਚ ਪਾ ਕੇ ਉਹਨੂੰ ਲਿਪਿਆ ਹੋਇਆ ਉੱਤੋਂ ਵੀ ਜਿਹੜਾ ਦਿਖਾਈ ਨਹੀਂ ਦਿੰਦਾ। यस, मैं मुझे find कैंपवार कहीं पर भी मिले तो मैं उससे ज़रूर ये बात पूछना चाहूँगी कि जो ये लोग कह रहे हैं कि टाउन हाउस एग्जिस्ट नहीं हो रहा, टाउन हाउस बना भी नहीं है वहाँ पर, और वो प्रॉपर्टीज़ आपने टाउन हाउस का पैसे लेके लोगों से वो प्रॉपर्टीज़ बेच दिए। कैन नॉट बिलीव दिस कि पैदा ही नहीं हुआ वो टाउन हाउस, लेकिन उसे बेच भी डाले। खैर ये अलग बात है। गोइंग बैक टू द न्यूटन जी। जो ट्रांजैक्शन किए दीदी, हाँ 80 साल के बुजुर्ग आदमी ने जब हमारे पौड़ियाँ चढ़ के ऊपर आकर हम लोगों को डॉक्यूमेंट्स देकर गए, बड़ी शर्म महसूस की कि हमारे रियल्टर्स इस तरह के काम भी करते। सुना था कि रियल्टर्स ऐसे ऐसे कुछ चोरियाँ फोरियाँ अंदर अंदर ट्रांजैक्शंस में कर लेते हैं, लेकिन ये तो दिन दिहाड़े शरेआम चोरी हुई। What do you do about it? और पिक्स के बोर्ड ने, पिक्स के CEO ने इसे बोर्ड ऑफ डायरेक्टर बनाया हुआ है। देख लो, ऐसे लोग बोर्ड ऑफ डायरेक्टर बने हुए बैठे हैं पिक्स के, नॉन प्रॉफिट ऑर्गेनाइजेशन, गवर्नमेंट फंडेड संस्था की। इनको शर्म नहीं आती है। एक तरफ कहते जी बुजुर्गों के लिए गुरु नानक डाइवर्सिटी विलेज बनाना है, एक तरफ इनके बोर्ड ऑफ डायरेक्टर जो शरेआम 80 साल बुजुर्गों को चूना लगा गया।
पिक्स के अंदर क्या यही सारे चोर ठगियां ही बैठे हुए हैं? कोई बुजुर्गों के पैसे अपने पर्सनल अकाउंट में डाल देता है, कोई बुजुर्गों को ठगिया लगा जाता है रियल एस्टेट में। ये पिक्स की कारगुजारी है। दिस इज व्हाट पिक्स इज ऑल अबाउट। शर्म आती है कैंप पवार की ये बातें। मैं तो थोड़ी देर चुप खामोश बैठ गई। मैंने कहा वाकई अंकल ऐसा हुआ है? आप सही तो है, आपकी याददाश्त सही है? कहता है कि हाँ बिल्कुल सही है, अगर आप यकीन नहीं करो तो मेरी बेटी से पूछ लो। आई वॉज शॉक्ड कि वाकई कैंप पवार यू डिड दिस, कि किस तरह से इस 80 साल बुजुर्ग के घर आपने बेच के उस घर के अंदर आपने शेयर रख ली और पैसे क्या कहते हैं उसको ਮਾਰਕੀਟ ਜਿਹੜੀ ਵੈਲਿਊ ਹੈ ਉਹ ਤੋਂ ਘੱਟ ਦੇ ਵਿੱਚ ਵੇਚ ਦੇਣਾ। ਹਾਂਜੀ। ਔਰ ਖਾਸ ਤੌਰ ਦੇ ਉੱਤੇ ਮੈਂਟਲ ਮੈਨੂਪੂਲੇਸ਼ਨ ਕਹਿੰਦੇ ਆ ਇਹਨੂੰ। ਇਨਫੋਰਮੇਸ਼ਨ ਆਪਣੇ ਪਾਸ ਦੱਬ ਕੇ ਰੱਖ ਲੈਣੀ, ਘੱਟ ਦੇ ਵਿੱਚ ਉਹਨਾਂ ਤੋਂ ਬਕਵਾ ਕੇ ਜਾ ਕੇ ਕਿਸੇ ਹੋਰ ਨੂੰ ਮੁਨਾਫੇ ਦੇ ਵਿੱਚ ਵੇਚ ਦੇਣੀ, ਤੇ ਉਹਦੇ ਨਾਲ ਨਾਲ ਜਿਹੜਾ ਬਚਦਾ ਸੈਂਟਰ ਵਾਲੀ ਜਿਹੜੀ ਪੈਸਾ ਹੈ ਉਹਦੇ ਵਿੱਚੋਂ ਆਪਣਾ ਹਿੱਸਾ ਪਾਸੇ ਰੱਖ ਲੈਣਾ। ਔਰ ਇਸ ਤਰ੍ਹਾਂ ਦੀਆਂ ਕਤਾਈਆਂ ਬਹੁਤ ਸਾਰੇ ਰੀਅਲਟਰਾਂ ਨੇ ਕੀਤੀਆਂ ਨੇ। ਔਰ ਜਿਹੜੇ ਬੰਦਿਆਂ ਦੇ ਨਾਲ ਇੱਥੇ ਆਪਾਂ ਆਸ਼ਾ ਨਾ ਇਹ ਵੀ ਕਹਿਣਾ ਚਾਹਾਂਗੇ ਕਿ ਕਿਸੇ ਹੋਰ ਰੀਅਲਟਰ ਨੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ, ਪਲੀਜ਼ ਕੰਟੈਕਟ ਅਸ 6044493333 ਦੇ ਉੱਤੇ, ਕਿਉਂਕਿ ਅਨਐਥੀਕਲ ਹੈ, ਇਹ ਗਲਤ ਹੈ। ਜਿਹੜੇ ਬੋਰਡ, ਕੋਈ ਵੀ ਬੋਰਡ ਹੈ ਜਿਹਦਾ ਲਾਇਸੈਂਸ ਲੈ ਕੇ ਰੀਅਲਟਰ ਤੁਹਾਨੂੰ ਸੇਵਾਵਾਂ ਦੇਣ ਦੇ ਲਈ ਵਚਨਬੱਧ ਹੁੰਦਾ ਹੈ, ਉਹ ਆਪਣੇ ਕੰਮ ਦੇ ਲਈ ਨਿਰਧਾਰਤ ਜਿਹੜਾ ਕਮਿਸ਼ਨ ਹੈ ਉਸ ਨੂੰ ਦਿੱਤਾ ਜਾਂਦਾ ਹੈ। ਔਰ ਉਹ ਕਮਿਸ਼ਨ ਤੋਂ ਬਗੈਰ ਉਹ ਕਿਸੇ ਵੀ ਤਰ੍ਹਾਂ ਦਾ ਉਸ ਡੀਲ ਤੋਂ ਮੁਨਾਫਾ ਕਮਾਉਂਦਾ ਹੈ ਜਾਂ ਕਮਾਉਣ ਦੀ ਮਨਸ਼ਾ ਰੱਖਦਾ ਹੈ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਪਣੇ ਪਾਸ ਲੁਕੋ ਕੇ ਰੱਖਦਾ, ਉਸ ਨੂੰ ਡਿਸਕਲੋਜ਼ ਨਹੀਂ ਕਰਦਾ, ਤਾਂ ਤੁਸੀਂ ਉਸ ਰੀਅਲਟਰ ਨੂੰ ਸੂ ਕਰ ਸਕਦੇ ਹੋ, ਕਿਉਂਕਿ ਬੋਰਡ ਦੀ ਐਰਰ ਐਂਡ ਐਮਿਸ਼ਨ ਜਿਹੜੀ ਇੰਸ਼ੋਰੈਂਸ ਆ ਉਸ ਨੂੰ ਕਵਰ ਨਹੀਂ ਕਰਦੀ। ਚਾਹੇ ਉਹਨੇ ਫਿਰ ਜਿਹੜਾ ਘਰ ਹੈ, ਕਈ ਦਫਾ ਇਸ ਤਰ੍ਹਾਂ ਦੇ ਰੀਅਲਟਰ ਸਾਰੀ ਪ੍ਰੋਪਰਟੀ ਆਪਣੀ ਘਰ ਵਾਲੀਆਂ ਦੇ ਨਾਂ ਵੀ ਕਰਾ ਦਿੰਦੇ ਨੇ, ਇਸ ਕਰਕੇ ਘਰ ਵਾਲੀਆਂ ਜਿਹੜੀਆਂ ਨੂੰ ਖੁਸ਼ ਰਹਿੰਦੀਆਂ ਨੇ। ਪਰ ਇਹਦੀ ਜੜ੍ਹਾਂ ਤੱਕ ਫਿਰ ਜਾਇਆ ਜਾਂਦਾ ਕਿ ਇਸ ਪ੍ਰੋਪਰਟੀ ਨੂੰ ਲੈਣ ਲਈ ਘਰ ਵਾਲੀ ਨੇ ਘਰ ਵਾਲੀ ਕੋਲ ਪੈਸੇ ਕਿੱਥੋਂ ਆਇਆ ਸੀ। ਔਰ ਸੋਰਸ ਆਫ ਇਨਕਮ ਜਿਹੜਾ ਹੁੰਦਾ ਸੁੱਖ ਨਾਲ ਇਸ ਤਰ੍ਹਾਂ ਦੇ ਕਰਪਟ ਰੀਅਲਟਰਾਂ ਦਾ ਹੀ ਹੁੰਦਾ। ਸੋ ਨੈਵਰ ਗਿਵ ਅਪ। ਕਿਸੇ ਵੀ ਰੀਅਲਟਰ ਨੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਕਤਾਈ ਕੀਤੀ ਹੈ, ਤੁਹਾਨੂੰ ਭਿਣਕ ਵੀ ਹੈ, ਤੁਹਾਨੂੰ ਸ਼ੱਕ ਵੀ ਹੈ, ਗੋ ਫਾਰ ਇਟ। ਬੋਰਡ ਦੇ ਜਾਓ, ਸ਼ਿਕਾਇਤ ਕਰੋ, ਔਰ ਸਭ ਤੋਂ ਪਹਿਲਾਂ ਸਾਡੇ ਕੋਲ आओ। दीदी गोइंग बैक, मुझे अभी तक के बात हजम नहीं हुई। 2 दिन हो गए, आई एम ट्राइंग टू फिगर आउट। इन्होंने एक 80 साल बुजुर्ग का घर सेल पे लाया जी, अंडर प्राइस लाया, क्योंकि बुजुर्ग को उन्होंने बता उता के फुसला कर किस तरह से वट एवर वे उसको कहा कि घर बिक नहीं रहा है तो उस प्राइस थल्ले कर दो। तो बेचा इसने, जिसको उसके साथ अपने हिस्सेदारी रख ली, अपना बिट शेयर पा लिया। 50% पाया, कितना परसेंट पाया, दैट्स व्हाट। और वो भी ਉਹਦਾ यार सी। हाँ जी, somebody whom he knew। उसके बाद उस घर की दोबारा सेल करी, ਉਹਦੇ 'ਚ भी अपना हिस्सा रखा, और वो पार्टली ऑनर था, लेकिन उस घर को खुद ही सेल किया। फिर उसके बाद एक और ट्रांजैक्शन हुआ, उस घर को तीसरी बार बेचा गया, तीसरी बार भी अपना हिस्सा रखा। ये कारगुजारी कैंप पवार की है, पिक्स के बोर्ड ऑफ डायरेक्टर कैंप पवार, जो एक सस्पेंडेड रियल्टर है, इन्होंने किया है। और वो सारे डॉक्यूमेंट्स मेरे पास आ चुके हैं जिसमें कैंप पवार के सिग्नेचर्स हैं, उन्होंने कॉन्ट्रैक्ट साइन किया है। एंड दिस इज असली चेहरा ऑफ कैंप पवार। और ये जाकर अभी पिक्स के बोर्ड में बैठा है, वहाँ पर कितनी सेल करेगा, वहाँ पर कितनी इस तरह के अनएथिकल काम करेगा। व्हाट इज ही ट्राइंग टू डू? कम्युनिटी को पागल बनाना, उल्लू बनाना? इज दिस व्हाट ही इज ट्राइंग टू डू? मैं सोच रही हूँ कि ये बुजुर्ग जिनको अब पता चला, वो कहते हैं शुक्र है मैं रेडियो सुनते हुए पता चला मुझे कि ये तो वही कैंप पवार है जिसने मेरी भी ठगी लगा दी। Then he tried to contact us and he told us कि this is what happened। अब वो वकील से इस वक्त बातचीत कर रहा है उसको सू करने के लिए। मैंने उसको कहा कि सू करने से पहले आप रियल एस्टेट बोर्ड जाओ और जाकर बताओ कि ये मेरे साथ हुआ है। And this is very wrong।
मुझे तो समझ नहीं आ रही कि इस तरह के चालाकियाँ करके पैसे बनाकर कैंप पवार ने करना की है। व्हाट इज ही गोना डू? इन्ना भूख पैसे कमाने की, इन्ना भूख। आई एम जस्ट शॉक्ड कि आपके घर परिवार वाले कितने शॉक्ड होंगे कि हम ये कमाई खाते आ रहे हैं। ये हमारे शोहर के, हमारे बाप के, हमारे बेटे की कमाई, भाई की कमाई ये है जिसके हिस्सेदारी हम भी है क्योंकि हमने वो पैसे यूज़ किए। ये एक बहुत बहुत ज़्यादा गलत बात है। कम्युनिटी में ये काम होना नहीं चाहिए। अगर आप लोग ये काम करते हो तो स्टॉप इट। अगर आप ये पैसे नहीं भी कमाओगे तो भी जियोगे, तो भी जी सकते हो। मैं तो कहूँगी कि अगर आपके शोहर रियल्टर है, उनके हर एक कारगुजारी पर आँख रखो। अगर वो गलत करता है तो उनको कहो कि जाओ, आपको ये मुबारक हो, मैं नहीं चाहती हूँ, आई एम डन विद दिस। मैं अब इस पैसे की तरफ एक नज़र नहीं करूँगी क्योंकि ये ठगी मार काम है। ठगी मार के आपने ये पैसे बनाए, चोरी से ये पैसे बनाए। क्या जो लोग ठगी नहीं मारते वो जीते नहीं है? जो लोग ठगी नहीं मारते उनकी ज़िंदगी नहीं है, उनकी बीवी बच्चे नहीं है, वो नहीं अपने हिस्से के कमाई, मेहनत की कमाई खिलाकर अपने बीवी बच्चों को बड़े करते हैं, पालते हैं, घर पे ग्रॉसरीज लेकर जाते हैं, काम करते हैं, बच्चों को खिलाते हैं। इस तरह के ठगी मार कर अगर आप अपनी ज़िंदगी बसर करते हो तो मैं कहती हूँ लानत है ऐसी ज़िंदगी पर। नो, आई वुड नेवर एवर बी अराउंड एनीबडी जो इस तरह की ज़िंदगी बसर करते हैं। मेहनत करो, अगर कम पढ़े लिखे हो स्कूल जाओ और पढ़ाई करो, हासिल करो कुछ। कभी पता चलता है यही कैंप पवार के बारे में कि अपने दोस्त मित्र जो हॉस्पिटल में इनके साथ काम करते थे उनको भी ठगी लगा गए, 80 साल बुजुर्ग को ठगी लगा गए। ये तो ठग हो गया। और कितने लोग हैं जो इस तरह की बातें, दीदी मेरे पास इतने सारे इनके जो करतूत है सामने आई ना कि मैं सोचती हूँ मुझे एक हफ्ते में एक दिन स्केड्यूल सिर्फ कैंप पवार के ऊपर रख देना चाहिए। पता नहीं कब जाकर ये ख़त्म होंगे ये कंप्लेंट्स। बिल्कुल। और मैं हैरान हुई कि प्रोफेशनल रियल्टर्स को हम रिस्पेक्ट से देखते हैं, रिस्पेक्ट करते हैं कि चलो ये लोग अपने मेहनत के सेल्स करके अपने कमाई खाते हैं। लेकिन मुझे क्या पता था कि कैंप पवार ने 80 साल बुजुर्ग को भी ठगी मार गया, 3 बार उसका घर भी बेचकर हिस्से पाकर खा गया। हैरान हूं कि अपने कोलीग जिसके साथ काम करते हैं उसके साथ ठगी मार गए। हैरानी की बात दीदी, 32% इंटरेस्ट, इट्स जस्ट अनबिलीवेबल। ਮੈਨੂੰ ਔਰਤ ਦੀ ਆਵਾਜ਼ ਅਜੇ ਤੱਕ ਮੇਰੇ ਕੰਨਾਂ 'ਚ ਗੂੰਜਦੀ ਹੈ। ਕਹਿੰਦੇ ਵੀ ਇਹਨਾਂ ਨੇ ਸਾਨੂੰ, ਇਹਨੇ ਬੰਦੇ ਨੇ ਕਹਿੰਦੇ ਅਸੀਂ ਸੁਣਿਆ ਤੇ ਅਸੀਂ ਕਿਹਾ ਵੀ ਇਹ ਕੈਂਪ ਵਾਲਾ ਤਾਂ ਹੈ ਹੀ ਗੰਦਾ ਬੰਦਾ, ਇਹੋ ਜਿਹੇ ਬੰਦੇ ਸਿਟੀ ਦੇ ਵਿੱਚ ਚਲੇ ਜਾਣਗੇ ਤਾਂ ਕੀ ਹੋਏਗਾ। ਉਹਨਾਂ ਨੇ ਇਹ ਵੀ ਗੱਲ ਕਹੀ। ਕਹਿੰਦੇ ਜਦੋਂ ਸਿਟੀ ਦੇ ਵਿੱਚ ਇਹ ਕਾਉਂਸਲਰ ਦੇ ਤੌਰ ਦੇ ਉੱਤੇ ਖੜਾ ਹੋਇਆ ਸੀ, ਕਹਿੰਦੇ ਵੈਸੇ ਕਹਿੰਦੀ ਸੀ ਵੀ ਨਾ ਇਹੋ ਜਿਹੇ ਬੰਦੇ ਸਿਟੀ ਹਾਲ 'ਚ ਨਹੀਂ ਜਾਣੇ ਚਾਹੀਦੇ। ਇਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ, ਰੀਅਲ ਅਸਟੇਟ ਦੇ ਘਰਾਂ ਦੇ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਨੇ, ਤਾਂ ਇਹੋ ਜਿਹੇ ਲੋਕ ਅਗਰ ਸਿਟੀ ਹਾਲ ਦੇ ਵਿੱਚ ਚਲੇ ਗਏ ਤਾਂ ਸਰੀ ਦਾ ਤਾਂ ਬੇੜਾ ਗਰਕ ਹੈ। ਔਰ ਉਦੋਂ ਇੱਕ ਸਵਾਲ ਇਹ ਵੀ ਉੱਠਿਆ ਸੀ ਰਾਸ਼ਨ ਨਾ, ਜਦੋਂ ਕਹਿੰਦੇ ਸੀ ਵੀ ਮੇਰੀ ਤਾਂ ਲੱਖ ਵੋਟ ਹੈ, ਅਕਸਰ ਉਸ ਦਾ ਜ਼ਿਕਰ ਕਰਦੇ ਹੁੰਦੇ ਸੀਗੇ ਆਪਾਂ। ਔਰ ਮੇਰੀ ਤਾਂ ਲੱਖ ਵੋਟ ਆ, ਮੈਂ ਤਾਂ ਲੱਖ ਵੋਟ ਇਕੱਠੀ ਕਰ ਦੂੰਗਾ ਸਰੀ ਦੇ ਵਿੱਚੋਂ। ਮੈਂ ਸੋਚਦੀ ਸੀ ਲੱਖ ਵੋਟ ਕਿਵੇਂ। ਉਹਦੇ ਰਿਜ਼ਲਟ ਹੁਣ ਪਤਾ ਲੱਗਦੇ ਆ ਕਿ ਹਾਂ, ਜਿਹੜਾ ਵਿਅਕਤੀ ਅੰਧਾ ਧੁੰਦ ਇਸ ਤਰ੍ਹਾਂ ਦੀਆਂ ਠੱਗੀਆਂ ਆਪਣੇ ਦੋਸਤ ਮਿੱਤਰ ਜਾਣਕਾਰ ਬਜ਼ੁਰਗ ਸਾਰਿਆਂ ਨੇ ਠੱਗੀਆਂ ਲਾ ਕੇ ਜਾਂਦਾ, ਉਹਦੇ ਦਿਮਾਗ ਦੇ ਵਿੱਚ ਤਾਂ ਇਹ ਹੁੰਦਾ ਫਿਰ ਫਤੂਰ ਕਿ ਮੈਨੂੰ ਕੋਈ ਰੋਕਣ ਵਾਲਾ ਹੀ ਹੈ ਨਹੀਂ, ਮੈਂ ਸਾਰਿਆਂ ਨੂੰ ਬੇਵਕੂਫ ਬਣਾ ਸਕਦਾ, ਮੈਂ ਤਾਂ ਪੂਰੀਆਂ ਚੜ੍ਹਾਈਆਂ 'ਤੇ ਹੈ। ਔਰ ਚੰਗੀ ਤਰ੍ਹਾਂ ਉਹਦਾ ਦਿਮਾਗ ਹੈ ਜਿਹੜਾ ਚੰਗੇ ਗਵਾਰੇ ਵਾਂਗੂ ਭੁੱਲਿਆ ਹੁੰਦਾ। ਤਾਂ ਹੀ ਤਾਂ ਇਹ ਸੀ ਵੀ ਸਰੀ ਦੇ ਵਿੱਚ ਮੇਰੇ ਤੋਂ ਸਿਵਾਏ ਹੋਰ ਲੋਕਾਂ ਨੂੰ ਕੋਈ ਬੇਵਕੂਫ ਬਣਾਉਣ ਵਾਲਾ ਹੈ ਨਹੀਂ, ਔਰ ਸਾਰੇ ਜਣੇ ਮੇਰੇ ਪਿੱਛੇ ਨੇ, ਮੈਂ ਤਾਂ ਲੱਖ ਵੋਟ ਲੈ ਲੂੰਗਾ। ਤਾਂ ਹੀ ਉਹ 3800 ਵੋਟਾਂ ਪਈਆਂ ਸਾਰੀਆਂ।
खैर वापस आते हैं कैंप पवार की और बातचीत आप तक ज़रूर बताएंगे, जाइएगा कहीं नहीं, स्टे विद अस। पिक्स बोर्ड ऑफ डायरेक्टर कैंप पवार सस्पेंडेड रियल्टर के एक और स्कैंडल। खक्का खक्का गगा खक्का कर पापा ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ, ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ ਗੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਗੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਗੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਗੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਰੌਕ ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553 ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 A ਸਟਰੀਟ ਸਰੀ। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब कढ़ाई। बस बस हुण नहीं रह जांदा। बानीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416
चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीस कढ़ाई वाला कभी नहीं भूलोगे। आप खुश, बानीस कढ़ाई वाला खुश। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ। ਇੰਸ਼ੋਰੈਂਸ ਉਹ ਜਿਹੜੀ ਵਕਤ ਸਿਰ ਕੰਮ ਆਵੇ ਔਰ ਇਹਦੇ ਲਈ ਡੂੰਘੀ ਸਮਝ ਹੋਣੀ ਜ਼ਰੂਰੀ ਹੈ। ਤੁਸੀਂ ਵੀ ਲਾਈਫ ਟਰਮ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਲੈਣੀਆਂ ਨੇ ਤਾਂ ਤੁਹਾਡੀ ਲੋੜ ਮੁਤਾਬਕ ਢੁਕਵੀਂ ਇੰਸ਼ੋਰੈਂਸ ਪਲਾਨ ਕਰਨ ਦੇ ਵਿੱਚ ਮਦਦ ਕਰਨਗੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ। ਕਾਲ ਕਰੋ 6043632200 ਜਾਂ ਫਿਰ ਵਿਜ਼ਿਟ ਕਰੋ planinsurance.ca ਦੇ ਉੱਤੇ। ਗ੍ਰੇਟ ਬਲਾਈਂਡਸ ਪ੍ਰੋਗਰਾਮ ਦੇ ਸਪਾਂਸਰ ਨੇ। ਘਰ ਨਵਾਂ ਬਣਾ ਰਹੇ ਹੋ, ਰੈਨੋਵੇਟ ਕਰ ਰਹੇ ਹੋ ਤਾਂ ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦੇ ਵਿੱਚ ਜ਼ਰੂਰ ਜਾਓ। ਇਹ ਖੁਦ ਮੈਨੂਫੈਕਚਰਰ ਨੇ, ਲੋਕਲ ਮੈਨੂਫੈਕਚਰਰ ਨੇ, ਇਸ ਕਰਕੇ ਕੀਮਤਾਂ ਸਵੱਲੀਆਂ ਨੇ। ਮਾਡਰਨ ਡਿਜ਼ਾਈਨ ਦੇ ਬਲਾਈਂਡਸ ਬਣਾਉਣ ਦੇ ਵਿੱਚ ਬੜੀ ਮਹਾਰਤ ਹਾਸਲ ਹੈ ਇਹਨਾਂ ਨੂੰ। ਸ਼ੋਰੂਮ ਇਹਨਾਂ ਦਾ ਇਕਲੌਤਾ ਟੈਲੀਫੋਨ ਨੰਬਰ ਹੈ ਗ੍ਰੇਟ ਬਲਾਈਂਡਸ ਦਾ। ਸਰੀ ਵਿਖੇ ਸ਼ੋਰੂਮ ਦਾ ਪਤਾ ਹੈ ਯੂਨਿਟ ਨੰਬਰ 14134787 ਐਵਨਿਊ। ਟੈਲੀਫੋਨ ਨੰਬਰ 6045037007 ਤੇ ਕਰੋ ਕਾਲ ਜਾਂ ਫਿਰ info@greatblindscanada.com ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਬਾਕੀ ਦੱਸ ਰਹੀ ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। ਐਕਸੀਡੈਂਟ ਹੋ ਗਿਆ, ਗੱਡੀ ਟੁੱਟ ਭੱਜ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦੇ ਪਾਸ ਆਪਣੀ ਗੱਡੀ ਪਹੁੰਚਦੀ ਕਰੋ, ਉਹਨਾਂ ਨਾਲ ਸੰਪਰਕ ਕਰੋ। ਤੁਹਾਡੀ ਟੁੱਟੀ ਭੱਜੀ ਗੱਡੀ ਨੂੰ ਨਵੀਂ ਨਕੋਰ ਬਣਾ ਕੇ ਦੇਣਗੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ, ਪੂਰੇ ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦਾ ਕਹਿਣਾ ਕਿ ਕਲੇਮ ਤੁਹਾਡਾ ਪ੍ਰਾਈਵੇਟ ਹੈ ਜਾਂ ICBC ਦਾ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇੱਕ ਕਾਲ ਪੁਸ਼ਮਿੰਦਰ ਗੁਰਮ ਉਹਨਾਂ ਨੂੰ ਜ਼ਰੂਰ ਕਰੋ 6045030988 ਦੇ ਉੱਤੇ। ਔਰ ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦਾ ਪਤਾ ਹੈ ਯੂਨਿਟ ਨੰਬਰ 16B 7823 132 ਸਟਰੀਟ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। ਔਰ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸਾਡੇ ਟੇਸਟ ਆਫ ਲਾਹੌਰ ਵਾਲੇ। ਲਾਹੌਰ ਵਰਗੇ ਸਵਾਦੂ ਖਾਣਿਆਂ ਦਾ ਆਨੰਦ ਮਾਣਨਾ ਹੈ ਤਾਂ ਟਾਕ ਆਫ ਦ ਟਾਊਨ ਟੇਸਟ ਆਫ ਲਾਹੌਰ 'ਤੇ ਜਾਣਾ ਬਣਦਾ ਹੈ, ਜਿਨ੍ਹਾਂ ਦਾ ਪਤਾ ਹੈ 96 ਐਵਨਿਊ ਤੇ 120th ਸਟਰੀਟ, ਪਾਵਸਕਾਟ ਰੋਡ ਤੇ 96 ਦੇ ਕੋਨੇ ਦੇ ਉੱਤੇ ਪੈਂਦੇ ਵੱਡੇ ਪਲਾਜ਼ੇ 'ਚ ਬਿਲਕੁਲ ਕੋਨੇ 'ਚ ਬਹੁਤ ਵੱਡਾ ਰੈਸਟੋਰੈਂਟ ਹੈ। 200 ਬੰਦੇ ਦੀ ਕੈਪੈਸਿਟੀ ਹੈ ਔਰ ਸਵਾਦੂ ਖਾਣੇ ਦਾ ਆਨੰਦ ਮਾਣਨਾ ਹੈ ਤਾਂ ਜ਼ਰੂਰ ਕਰੋ ਜੀ ਕਾਲ 6044986555 ਦੇ ਉੱਤੇ। ਬਾਕੀ ਇਹਨਾਂ ਦਾ ਵੀਕਐਂਡ ਬਫੇ ਦੇ ਚਰਚੇ ਹਮੇਸ਼ਾ ਸਾਰੇ ਪਾਸੇ ਹੁੰਦੇ ਨੇ, ਤੁਸੀਂ ਵੀ ਜ਼ਰੂਰ ਪਧਾਰੋ। 11 ਤੋਂ ਲੈ ਕੇ 3 ਦੇ ਦੌਰਾਨ ਸੈਟਰਡੇ ਸੰਡੇ ਨੂੰ ਚਨਾ ਮਸਾਲਾ, ਆਲੂ ਕੀ ਸਬਜ਼ੀ, ਗੋਟ ਪਾਇਆ, ਬੀਫ ਨਿਹਾਰੀ, ਸੂਜੀ का हलवा, नान, पूरी, चाह सब कुछ ਦਾ ਮਾਣ ਸਕਦੇ ਹੋ ਆਨੰਦ। ਟੇਸਟ ਆਫ ਲਾਹੌਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਔਰ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਨਾਲ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਹੈ ਜੀ ਪਿਕਸ ਦੇ ਬੋਰਡ ਆਫ ਡਾਇਰੈਕਟਰ ਅਤੇ ਕੈਂਪ ਪਵਾਰ ਦਾ ਜਿਹੜਾ ਇੱਕ ਹੋਰ ਸਕੈਂਡਲ ਸਾਡੇ ਪਾਸ ਸਾਹਮਣੇ ਆਇਆ ਕਿ ਕਿਸ ਪ੍ਰਕਾਰ 80 ਸਾਲਾਂ ਦਾ ਇੱਕ ਬਜ਼ੁਰਗ ਉਸ ਤੋਂ ਅੰਡਰ ਪ੍ਰਾਈਸ ਹੈ ਜਿਹੜੀ ਪ੍ਰੋਪਰਟੀ ਉਹਦੇ ਰੀਅਲਟਰ ਸਨ, ਉਹਨਾਂ ਦੇ ਲਿਸਟਿੰਗ ਏਜੰਟ ਸਨ ਅਤੇ ਆਪ ਘੱਟ ਪ੍ਰਾਈਸ ਦੇ ਉੱਤੇ ਉਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਵਿਕਵਾ ਦਿੱਤੀ ਅਤੇ ਨਾਲ ਉਹਨਾਂ ਦੇ ਆਪਣੇ ਯਾਰ ਨੂੰ ਵਿਕਵਾ ਦਿੱਤੀ ਔਰ ਆਪ ਵੀ ਉਸ ਦੇ ਵਿੱਚ ਆਪਣਾ ਹਿੱਸਾ ਰੱਖ ਲਿਆ। ਫਿਰ ਕਹਿੰਦੇ ਅਗਲੀ ਵਾਰੀ ਫਿਰ ਉਸ ਦੀ ਜਿਹੜੀ ਪ੍ਰੋਪਰਟੀ ਵੇਚੀ ਗਈ। ਇਸ ਤਰ੍ਹਾਂ ਕਰਦੇ ਕਰਦੇ 3 ਵਾਰੀ ਕਹਿੰਦੇ ਸੇਮ ਪ੍ਰੋਪਰਟੀ ਨੂੰ ਵੇਚਿਆ ਗਿਆ। ਆਪਣਾ ਹਿੱਸਾ 50% ਵੀ ਰੱਖਿਆ, 3 ਵਾਰੀ ਕਮਿਸ਼ਨ ਵੀ ਕਮਾਇਆ ਅਤੇ ਨਾਲ ਦੀ ਨਾਲ ਅੰਡਰ ਪ੍ਰਾਈਸ ਹੈ ਜਿਹੜੀ। ਯਾਦ ਰਹੇ ਕਿ ਕੋਈ ਵੀ ਰੀਅਲਟਰ ਜਦੋਂ ਜਾਣ ਬੁੱਝ ਕੇ ਅਕਸਰ ਇਸ ਤਰ੍ਹਾਂ ਦੀਆਂ ਕੁਤਾਹੀਆਂ ਬੜੀ ਜਲਦੀ ਪਕੜੀਆਂ ਜਾਂਦੀਆਂ ਨੇ ਰੀਅਲ ਐਸਟੇਟ ਬੋਰਡ ਦੇ ਵਿੱਚ। ਅਗਰ ਕੋਈ ਜਦੋਂ ਸ਼ਿਕਾਇਤ ਲਾਉਂਦਾ ਕਿ ਕੋਈ ਪ੍ਰੋਪਰਟੀ ਖਰੀਦਣ ਤੋਂ ਬਾਅਦ ਯਕਦਮ ਥੋੜ੍ਹੀ ਦੇਰ ਬਾਅਦ ਜਾਂ ਕੁਝ ਮਹੀਨੇ ਤੋਂ ਬਾਅਦ, ਔਰ ਪਿਛਲੇ ਦਿਨਾਂ ਦੇ ਵਿੱਚ ਤਾਂ ਸੁਖਨਾ ਹਫ਼ਤੇ ਅਤੇ ਦਿਨਾਂ ਦੀ ਵੀ ਗੱਲ ਚੱਲਦੀ ਰਹੀ ਹੈ, ਉਹਦੇ ਵਿੱਚ ਤੁਸੀਂ ਵੱਡੀ ਕੀਮਤ ਦੇ ਵਾਧਾ ਜਿਹੜਾ ਉਸ ਦੇ ਉੱਤੇ ਪ੍ਰੋਪਰਟੀ ਲਿਸਟ ਕਰਦੇ ਹੋ। ਖਾਸ ਤੌਰ ਦੇ ਉੱਤੇ ਲਿਸਟਿੰਗ ਏਜੰਟ ਸੇਮ ਹੈ ਜਾਂ ਖਰੀਦੋ ਪ੍ਰੋਖਤ ਕਰਨ ਵਾਲਾ ਸੇਮ ਏਜੰਟ ਆ, ਉਹੀ ਇੱਕ ਪ੍ਰੋਪਰਟੀ ਦੇ ਵਿੱਚ ਇੱਕ ਹੀ ਰੀਅਲਟਰ ਬਾਰ-ਬਾਰ ਇਨਵੋਲਵ ਹੁੰਦਾ ਦਿਖਾਈ ਦਿੰਦਾ ਔਰ ਉਹਦੇ ਉੱਤੇ ਸ਼ੱਕੀ ਜਿਹੜੀ ਕਾਰਗੁਜ਼ਾਰੀ ਹੈ। ਯਾਦ ਰਹੇ ਇਹ ਗਲਤ ਹੈ, ਇਹ ਬਿਲਕੁਲ ਗਲਤ ਹੈ। ਬੋਰਡ ਜਾਂ ਕੋਈ ਵੀ ਜਿਹੜਾ ਸੰਸਥਾ ਉਹ ਇਸ ਨੂੰ ਪ੍ਰਮਾਣਤਾ ਨਹੀਂ ਦਿੰਦੀ। 80 ਸਾਲਾਂ ਦੇ ਬਜ਼ੁਰਗ ਨੂੰ ਮਾਰਕੀਟ ਜਿਹੜੀ ਵੈਲਿਊ ਹੈ
ਉਹ ਅੱਛੀ ਤਰ੍ਹਾਂ ਖੋਜ ਪੜਤਾਲ ਕਰਨ ਤੋਂ ਬਾਅਦ ਰਿਐਲਟਰ ਦਾ ਦੇਣ ਦਾ ਫਰਜ਼ ਬਣਦਾ ਹੈ। ਉਹ ਸਭ ਤੋਂ ਪਹਿਲੀ ਡਿਊਟੀ ਹੈ, ਤਾਂ ਹੀ ਤੁਹਾਨੂੰ ਉਹਨਾਂ ਨੇ ਰੀਅਲ ਅਸਟੇਟ ਦੇ ਤੌਰ ਦੇ ਉੱਤੇ ਤੁਹਾਨੂੰ ਕਮਿਸ਼ਨ ਦੇ ਰਹੇ ਆ ਕਿ ਤੁਸੀਂ ਮੌਜੂਦਾ ਮਾਰਕੀਟ ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਦੀ ਫੇਅਰ ਜਿਹੜੀ ਵੈਲਿਊ ਹੈ ਉਸ ਦੇ ਬਾਰੇ ਉਹਨਾਂ ਨੂੰ ਦੱਸ ਸਕੋ, ਔਰ ਉਹ ਫੇਅਰ ਵੈਲਿਊ ਹੈ ਜਿਹੜੀ ਉਹਨਾਂ ਨੂੰ ਲੈ ਕੇ ਦਿਓ, ਨਾ ਕਿ ਜਾਣਕਾਰੀ ਲੁਕੋ ਕੇ ਖਾਸ ਮਨਸ਼ਾਹਿਤ ਉਹਨਾਂ ਦੀ ਸਸਤੇ 'ਚ ਪ੍ਰਾਪਰਟੀ ਵਿਕਵਾ ਦਿਓ ਤੇ ਆਪਣਾ ਵਿੱਚ ਹਿੱਸਾ ਰੱਖ ਲਓ। ਇਸ ਆਸ਼ਾ ਨਾ ਕਈ ਦਫਾ ਇੱਦਾਂ ਹੁੰਦਾ, ਕੋਈ ਗੱਲ ਨਹੀਂ, ਇਹ ਮੇਰਾ ਕਮਿਸ਼ਨ ਹੈ ਨਾ ਜਿਹੜਾ, ਇਹਦੇ ਵਿੱਚ ਮੈਂ ਆਪਣਾ ਹਿੱਸਾ ਪਾ ਦਿਆਂਗਾ, ਕੋਈ ਗੱਲ ਨਹੀਂ, ਇੱਧਰੋਂ ਉੱਧਰੋਂ ਫੜੇ ਤੇ ਨੇ। ਇੱਕ ਹੋਰ ਵੀ ਗੱਲ ਹੋਈ ਹੈ, उसी तरह जैसे मेरा सीधा कनेक्शन मेरे छेवें फ्लोर पे, 6th फ्लोर ते एलिवेटर लेके मैं सीधा पहुंच जांदा, उत्थे ही ब्रेकफास्ट करदा, उत्थे ही चाय पींदा ते उत्थे डिनर करदा, फिर मैं सीधा घर आ जांदा। ਰਹੋ ਵੀ ਉੱਥੇ, ਘਰ ਆ ਕੇ ਕੀ ਕਰਨਾ, ਉੱਥੇ ਹੀ ਰਹੋ। ਦੇਖੋ ਤਾਂ ਸਹੀ, ਨਹੀਂ ਮੈਨੂੰ ਇਸ ਗੱਲ ਦਾ ਨਾ ਛਾਣਬੀਣ ਕਰੋ ਆਸ਼ਾ ਨਾ, ਤੁਸੀਂ ਯੂ ਆਰ ਰੀਅਲੀ ਗੁੱਡ ਐਟ ਇਟ, ਕਿ ਵਾਕਈ 6ਵੇਂ ਫਲੋਰ ਦਾ ਪਤਾ ਵੀ ਹੈ। ਮੇਅਰ ਦਾ ਨਾਂ ਕਿਤੇ ਉਹੀ ਤਾਂ ਨਹੀਂ ਬਦਨਾਮ ਕੀਤਾ ਜਾ ਰਿਹਾ ਜੀ। ਇਹ ਗੱਲ ਨਾ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਦੀਆਂ ਠੱਗੀਆਂ ਸਾਹਮਣੇ ਆ ਰਹੀਆਂ ਨੇ ਕਿ ਕੀ ਕੁਛ ਕੀਤਾ ਹੋਇਆ, ਇਹਨਾਂ ਦਾ ਕੁਝ ਨਹੀਂ ਪਤਾ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਹਾਂ, ਪਿਛਲੇ ਹੁਣ ਤਾਂ ਸੁੱਖ ਨਾਲ ਸਾਰਿਆਂ ਦੇ ਇੱਕ ਗੱਲ ਨੇ, ਜਿਹੜੇ ਨਵੇਂ ਜਾਂ ਪਾਰਟ ਟਾਈਮ ਰੀਅਲਟਰ ਬਣੇ ਸੀਗੇ, ਉਹਨਾਂ ਸਾਰਿਆਂ ਦੀਆਂ ਹੁਣ ਤਾਂ ਜਿਹੜੇ ਮੂੰਹ ਨੇ ਨਾ ਦੇਖਣ ਵਾਲੇ ਨੇ, ਬੜੇ ਚੰਗੀ ਤਰ੍ਹਾਂ ਐਸਾ ਲੱਗਦਾ ਜਿਵੇਂ ਫੂਕ ਨਿਕਲੀ ਹੁੰਦੀ ਆ। ਕਈਆਂ ਦਾ ਤਾਂ ਹਾਲਤ ਇਹ ਹੋਈ ਆ, ਜਿਹੜੇ ਉੱਡੇ ਫਿਰਦੇ ਸੀ, ਖਰਗੋਸ਼ ਵਾਂਗੂ ਬੁੱਧਕਦੇ ਫਿਰਦੇ ਸੀਗੇ ਜੀ। ਡੇਢ ਕੁ ਸਾਲ ਪਹਿਲਾਂ ਕਿਸੇ ਵਿਅਕਤੀ ਨੇ ਇਹ ਗੱਲ, 2-3 ਰੀਅਲਟਰ ਸੀਗੇ ਜਿਹੜੇ ਇਸ ਤਰ੍ਹਾਂ ਦੇ ਜ਼ਿਆਦਾ ਉਹ ਸੀ, ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਵੀ ਥੋੜਾ ਸ਼ਰਮ ਕਰ ਲਓ, ਰੌਲਾ ਕਿ ਇਹਨਾਂ ਨੇ ਚਰਨ ਕੀ ਚਲਾ ਦਿੱਤਾ ਸੁਖਨਾ ਸਰੀ ਦੇ ਵਿੱਚ, ਜਿਵੇਂ ਜ਼ਮੀਨ ਮੁੱਕ ਗਈ ਹੈ। ਆਫਰ ਐਕਸੈਪਟੈਂਸ ਦਾ ਰੌਲਾ ਪੈ ਗਿਆ, ਉਹ ਪ੍ਰਾਪਰਟੀਆਂ ਹੈ ਨਹੀਂ ਜੀ, ਬਸ ਜੀ ਮਲਟੀਪਲ ਆਫਰਸ ਨੇ, ਆਪਣੇ ਆਪ ਬਣਾਈਆਂ ਹੋਈਆਂ ਆਫਰਸ ਨੇ ਨਾ ਜਿਹੜੀਆਂ, ਉਹ ਦਿਖਾ ਕੇ ਈਮੇਲ ਆਈ ਹੈ ਜੀ, ਫਿਰ ਬਸ ਤਾਂ ਆਫਰ ਹੈ, ਨਹੀਂ ਜੀ ਐਕਸੈਪਟ ਨਹੀਂ ਹੋ ਸਕਦੀ। ਉਹਦੇ ਵਿੱਚ ਇੱਕ ਖਾਸ ਸਮੇਂ ਦੇ ਕੁਝ ਕੁ ਮਹੀਨਿਆਂ ਦੇ ਵਕਫੇ ਦੇ ਵਿੱਚ ਆਸ਼ਾ ਇਹਨਾਂ ਨੇ ਕੀ ਕੀਤਾ, ਆਫਰ ਐਕਸੈਪਟੈਂਸ ਦੇ ਲਈ ਸਾਈਡ ਤੋਂ ਪੈਸੇ ਫੜਨੇ ਸ਼ੁਰੂ ਕਰ ਦਿੱਤੇ। ਉਹਦੇ ਉੱਤੇ ਵੀ ਤਫਤੀਸ਼ ਕਰ ਰਹੇ ਹਾਂ ਅਸੀਂ, ਜਿਹੜੇ ਰੀਅਲਟਰਾਂ ਨੂੰ ਸਾਨੂੰ ਪਤਾ ਲੱਗ ਗਿਆ ਨਾ ਵੀ ਕਿਹੜੇ ਕੈਸ਼ ਫੜੇ ਨੇ, ਅਸੀਂ ਤੁਹਾਡੇ ਸਾਰਿਆਂ ਨੂੰ ਦੱਸਾਂਗੇ ਜ਼ਰੂਰ ਇਸ ਗੱਲ ਨੂੰ। ਇਹਨਾਂ ਨੇ ਕੈਸ਼ ਫੜ ਕੇ ਪਾਸੇ ਤੇ ਕਿਸੇ 20,000 ਫੜ ਲਿਆ, ਕਿਸੇ ਤੋਂ 30,000 ਫੜ ਲਿਆ, ਤੇਰੀ ਆਫਰ ਐਕਸੈਪਟ ਕਰਾ ਦੂੰਗਾ, ਕਮਿਸ਼ਨ ਦੀ ਕੋਈ ਜਾਂਚ ਨਹੀਂ, ਘਰ ਦੀ ਕੋਈ ਇਨਸਪੈਕਸ਼ਨ ਨਹੀਂ ਹੈ, ਨਥਿੰਗ ਐਟ ਆਲ। ਮੈਂ ਕਈਆਂ ਨੂੰ ਤਾਂ ਉਹਨਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਘਰ ਦੇਖੇ ਵੀ ਨਹੀਂ ਸੀਗੇ, ਦੇ ਡਿਡਨਟ, ਬਿਲਕੁਲ ਘਰ ਨਹੀਂ ਦੇਖੇ। ਸਾਲ 6 ਮਹੀਨੇ ਪਹਿਲਾਂ ਹੀ ਰੀਅਲਟਰ ਨੇ ਆਪਣਾ ਲਾਇਸੈਂਸ ਲਿਆ ਹੋਇਆ, ਰੀਅਲਟਰ ਦਾ ਜਿਹੜਾ ਪਿਓ ਆ ਉਹ ਡੀਲ ਕੰਪਲੀਟ ਕਰਾ ਰਿਹਾ ਹੈ, ਤੇ ਰੀਅਲਟਰ ਆਪਣਾ ਕਿਸੇ ਹੋਰ ਸੂਬੇ ਦੇ ਵਿੱਚ ਬੈਠਾ ਛੁੱਟੀਆਂ ਮਨਾ ਰਿਹਾ ਹੈ। ਉਹਨਾਂ ਦੀਆਂ ਆਫਰਸ ਨੇ ਜਿਹੜੀਆਂ ਬਿਨਾਂ ਦੇਖੇ, ਬਿਨਾਂ ਇਨਸਪੈਕਸ਼ਨ ਕੀਤੇ, ਨੋ ਸਬਜੈਕਟ ਐਟ ਆਲ, ਉਹਦੇ ਉੱਤੇ ਆਸ਼ਿਆਨਾ ਲੋਕਾਂ ਨੇ ਘਰ ਖਰੀਦਣੇ, ਔਰ ਬਾਅਦ ਦੇ ਵਿੱਚ ਆਪਣੇ ਵਾਲ ਪੱਟਦੇ ਮੈਂ ਦੇਖਿਆ। ਤੁਸੀਂ ਇਮੈਜਿਨ ਕਰੋ ਕਿ ਤੁਹਾਡੀ ਆਫਰ ਐਕਸੈਪਟ ਕਰਾਉਣ ਲਈ, ਸਰੀ ਦੇ ਵਿੱਚ ਹੀ ਹੋ ਰਿਹਾ, ਸੁਖਨਾ ਇੱਥੇ ਹੀ ਸਾਡੇ ਇਸ ਖੇਤਰੀ ਇਲਾਕੇ ਦੇ ਵਿੱਚ ਇਹੋ ਜਿਹੇ ਗੰਦੇ ਰੀਅਲਟਰਾਂ ਨੇ ਕਾਰਗੁਜ਼ਾਰੀਆਂ ਕੀਤੀਆਂ ਨੇ ਕਿ ਹਾਂ ਮੈਨੂੰ 20-30,000 ਪਾਸੇ ਤੋਂ ਦੇ ਤੇ ਮੈਂ ਤੇਰੀ ਆਫਰ ਐਕਸੈਪਟ ਕਰਾਂ ਦੂੰ, ਦੇਖਿਆ ਤੈਨੂੰ ਇੰਨੇ ਬਣਾ ਕੇ ਤੇ ਤੈਨੂੰ ਇੰਨੇ ਬਣਾ ਕੇ ਤੇ ਮੈਨੂੰ ਦੇ। ਕਈ ਬਸ਼ਰਮ ਰੀਅਲਟਰਾਂ ਨੇ ਤਾਂ ਇੱਥੇ ਤੱਕ ਗਏ ਨੇ ਕਿ ਤੈਨੂੰ ਇਸ ਪ੍ਰਾਪਰਟੀ ਦੇ ਵਿੱਚੋਂ 3 ਲੱਖ ਜੇ ਬਣਿਆ, ਜੇ ਮੈਨੂੰ 50 ਦੇ ਦੇਂਗਾ ਤਾਂ ਤੇਰਾ ਕੀ ਹੋ ਜਾਊਗਾ, ਮੇਰਾ ਹੱਕ ਬਣਦਾ, ਮੈਂ ਤੈਨੂੰ ਵਧੀਆ ਡੀਲ ਲੈ ਕੇ ਦਿੱਤੀ ਹੈ। ਜਦੋਂ ਕਿ ਹੋਣਾ ਇਹ ਚਾਹੀਦਾ ਕਿ ਜਿਹੜਾ ਰੀਅਲਟਰ ਹੈ ਉਹਨੇ ਇੱਕ ਵਧੀਆ ਡੀਲ ਲੱਭੀ ਹੈ, ਔਰ ਉਹਦਾ ਕਲਾਇੰਟ ਹੈ, ਕਿਉਂਕਿ ਕਲਾਇੰਟ ਖਰੀਦ ਰਿਹਾ ਹੈ, ਖਰੀਦਣ ਤੋਂ ਉਪਰੰਤ ਹੀ ਉਹਦਾ ਕਮਿਸ਼ਨ ਹੈ। ਇਟ ਬਿਕਮਸ ਅਦਰ ਵੇ ਰਾਊਂਡ, ਇਟ ਬਿਕਮਸ ਲਾਈਕ ਏ ਬੁਲਿੰਗ, ਕਿ ਕਿਸੇ ਵੀ ਵਿਅਕਤੀ ਨੂੰ ਬੁਲੀ ਕਰਕੇ ਉਹਦੇ ਤੋਂ ਸਾਈਨ ਕਰਾਉਣੇ। ਕਈਆਂ ਨੇ ਦਾਰੂ ਪਿਲਾ ਕੇ ਕਹੇ, ਕਈਆਂ ਨੇ ਕਰਤੂਤਾਂ ਕੀਤੀਆਂ, ਕਈਆਂ ਨੇ ਬਿਨਾਂ ਘਰ ਦੇਖੇ ਨਾ ਵਾਸਤਾ, ਉਂਝੀ ਜਿਹੜੀਆਂ ਵਿਦਾਊਟ ਸਬਜੈਕਟਸ ਨੇ, ਜਿਹੜੇ ਨੋ ਸਬਜੈਕਟਸ ਐਟ ਆਲ ਆਸ਼ਾ ਨਾ, ਟੁੱਟੇ ਭੱਜੇ ਜਿਹੜੇ ਘਰ ਨੇ ਉਹਨਾਂ ਨੂੰ ਵੇਚ ਦਿੱਤਾ ਤੇ ਆਪਣਾ ਕਮਿਸ਼ਨ ਲੈ ਕੇ ਪਰੇ ਹੋਏ, ਤੇ ਘਰ ਵਾਲਿਆਂ ਨੂੰ ਘਰ ਦੀ ਚਾਬੀ ਨੂੰ ਵੀ ਕਹਿੰਦਾ ਦਫ਼ਤਰ ਤੋਂ ਜਾ ਕੇ ਚੱਕ ਲਿਆਇਓ। ਆਹ ਕੁਛ ਕਾਰਗੁਜ਼ਾਰੀਆਂ ਹੋਈਆਂ ਨੇ, ਔਰ ਇਹੋ ਜਿਹੇ ਰੀਅਲਟਰਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਬਰਦਾਸ਼ਤ ਕੀਤਾ ਜਾਣਾ ਚਾਹੀਦਾ। ਨੰਬਰ 1, ਇਟਸ ਅ ਫੈਕਟ, ਜ਼ਿੰਦਗੀ ਦੀ ਕਿਸੇ ਦੀ ਵੀ, ਮੈਂ ਆ ਕਿ ਮੇਰੇ ਨਾਲ ਕੋਈ ਰੀਅਲਟਰ ਇਸ ਤਰ੍ਹਾਂ ਕਰੇ, ਮੈਂ ਨਹੀਂ ਉਹਨੂੰ ਬਖਸ਼ੂੰਗੀ ਕਦੇ ਵੀ, ਮੈਂ ਉਹਨੂੰ ਤੜੀ ਪਾਰ ਕਰਾ ਕੇ ਆਊਂ। ਮੇਰੀ ਜ਼ਿੰਦਗੀ ਦੀ ਪੂਰੀ ਮਿਹਤਰਾਨਾ
ਕੋਈ ਡਾਕਟਰ ਮੈਨੂੰ ਗਲਤ ਟੀਕਾ ਲਾ ਦੇਵੇ ਤਾਂ ਮੈਂ ਡਾਕਟਰ ਨੂੰ ਬਖਸ਼ ਦੂੰ? ਫਿਰ ਤਾਂ ਮੈਂ ਸਰਕਾਰ ਨੂੰ ਸੂ ਕਰਨ ਤੱਕ ਜਾਵਾਂ। ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਰਿਐਲਟਰ ਨੇ ਜਿਨ੍ਹਾਂ ਨੂੰ ਤੁਹਾਨੂੰ ਗਲਤ ਡੀਲਸ ਦੇ ਵਿੱਚ ਫਸਾਇਆ, ਤੁਹਾਨੂੰ ਪੂਰੀ ਤਰ੍ਹਾਂ ਜਿਹੜੀ ਜਾਣਕਾਰੀ ਨਹੀਂ ਦਿੱਤੀ, ਇਹ ਰਿਐਲਟਰ ਦਾ ਆਸ਼ਾਨਾ ਫਰਜ਼ ਹੈ। ਜਿਹੜਾ ਯਾਦ ਰਹੇ, ਮੈਂ ਕਲਾਇੰਟਸ ਨੂੰ ਦੱਸ ਦੇਵਾਂ, ਇਹ ਰਿਐਲਟਰ ਦਾ ਫਰਜ਼ ਹੈ ਤੁਹਾਨੂੰ ਸਾਰੀ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣੀ। ਤੁਹਾਡਾ ਫਰਜ਼ ਨਹੀਂ ਹੈ ਤੁਸੀਂ ਉਸ ਨੂੰ ਪੁੱਛੋ। ਔਰ ਇਸ ਤਰ੍ਹਾਂ ਦੇ ਕਰਪਟ ਰਿਐਲਟਰ ਨੇ ਜਿਹੜੇ ਜਾਣਕਾਰੀ ਲੁਕਾਉਂਦੇ ਵੀ ਹੈ ਔਰ ਮਨਸ਼ਾ ਹਿੱਤ ਤੁਹਾਨੂੰ ਡੈਸਪੀਰੇਟ ਵੀ ਉਹਨਾਂ ਨੇ ਕੀਤਾ, ਨਹੀਂ ਜੀ ਹੁਣ ਤਾਂ ਇਹ ਵਿਕਦੀ ਨਹੀਂ, ਕੀਮਤ ਘਟਾ ਦਿਓ, ਇੰਨੇ 'ਚ ਹੋਊ। 6 ਮਹੀਨਿਆਂ ਬਾਅਦ ਉਹਨੂੰ ਕਿ ਫੁੱਲ ਲੱਗ ਗਏ ਕਿ ਉਹਦੀ ਦੁੱਗਣੀ ਕੀਮਤ ਦੇ ਉੱਤੇ ਤੁਸੀਂ ਕਿਸੇ ਹੋਰ ਨੂੰ ਵੇਚ ਦਿੱਤੀ। ਯੂ ਟੈਲ ਮੀ। ਇਹ ਤਾਂ ਸ਼ਰੇਆਮ ਆਸ਼ਾਨਾ, ਸ਼ਰੇਆਮ ਠੱਗੀ ਹੈ। ਔਰ ਇਹੋ ਜਿਹੀ ਇਹ ਪਨੀਰੀ ਉਹੀ ਹੈ, ਕਹਿ ਸਕਦੀ ਹਾਂ ਪੁਰਾਣਿਆਂ ਦੇ ਵਿੱਚ ਕੋਈ ਇੱਕਾ ਦੁੱਕਾ ਹੁੰਦੇ ਸੀ ਜਿਨ੍ਹਾਂ ਦੇ 9 ਉਂਗਲੀਆਂ ਦੇ ਉੱਤੇ ਗਿਣ ਸਕਦੇ ਸੀ ਤੁਸੀਂ, ਔਰ ਉਹਨਾਂ ਦੇ ਨਾਲ ਕੋਈ ਰੈਪੂਟੇਬਲ ਕੰਪਨੀ ਜਾਂ ਰਿਐਲਟਰ ਡੀਲ ਨਹੀਂ ਸੀ ਕਰਦਾ ਕਿ ਇਹ ਜਿਹੜਾ ਰਿਐਲਟਰ ਹੈ ਇਹ ਗਲਤ ਕਾਰਗੁਜ਼ਾਰੀ ਕਰਦਾ, ਇਹ ਤਾਂ ਸਾਈਨ ਵੀ ਆਪੇ ਹੀ ਕਰ ਦਿੰਦਾ ਕਲਾਇੰਟ ਦੇ, ਅਸੀਂ ਇਹਦੇ ਨਾਲ ਡੀਲ ਨਹੀਂ ਕਰਨਾ, ਲੈਟਸ ਇਹਨੂੰ ਡਿਸਕਰੇਜ ਹੀ ਕਰੋ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਕੈਂਪ ਵਾਰ ਤੇ ਇਹੋ ਜਿਹਾ ਨੇ बड़ा तांडव नाच किया शना। दीदी अभी जब ब्रेक थी तो आई वाज टॉकिंग टू वो बुजुर्ग 80 साल वाला जो बुजुर्ग जिनके साथ ये हादसा हुआ, उन्होंने कहा कि मैं कोर्ट लॉयर नाल वकील नाल गल कर ली, अब कोर्ट लेकर जाना कैंपवार नू, ते जेड़े बंदे ने घर खरीदा था जो कैंपवार के एसोसीएट्स कहंदे जो सी उन्हां नू भी कोर्ट लेकर जाना, उन्हां नू भी समन कराना कि आकर दस्से कि वो कैंपवार दे नाल ओहदी की रिश्तेदारी सी और की एक्चुअल प्रॉब्लम सी। मैं कहा अंकल मे बी दे वुडंट कम एंड से इट, हो नहीं सकता कि यू नो अगर दे नो ईच अदर एंड दे आर फ्रेंड्स दे माइट नॉट कम टू द कोर्ट एंड से दिस। तो कहंदे कि मेरे कोल प्रूफ है कि कैंपवार दे यार बेलियां थे, दे नो हिम एंड नो ईच अदर। कहंदा मैं कोर्ट च एक गल प्रूव करना और कैंप नू मैं घसीटना कोर्ट च कि मेरा इन्ना पैसे, कहंदा मैं बुज़ुर्ग हूँ, एक एक पैनी जोड़ कर कमाया हूँ, बाहर मुल्क में इसीलिए आया था कि कमाई करूँगा। कहंदा आज मैं बुज़ुर्ग हूँ, कहंदा आपकी आंटी भी बुज़ुर्ग है, वी कैन नॉट यू नो सर्वाइव लाइक दिस, हमारा तो पैसे खा गए, ठगियाँ कर ली मेरे नाल। तो मैं कहा ठीक है अंकल जी, आप जब कोर्ट जाओगे तो मेक श्योर वकील हमें इन्फॉर्म रखना और हमारे पास टाइम होगा तो हम आपके साथ ही कोर्ट चलेंगे। वी वांट टू सी कि ये क्या हो रहा है, कैसे कैसे कैंपवार ने ठगी मारी और कैसे कैंपवार इसी प्रॉपर्टी पे अपने नाम 3 बार हिस्सा रख चुके हैं। नाले अशा ने दिन एक गल होर भी सामने आती है, हाँ जी बई सावधान रहो। रियल्टर चाहे थोड़ा कोई सगा भरा भी है, ਤੁਹਾਡਾ ਰਿਸ਼ਤੇਦਾਰ ਆ, ਤੁਹਾਡਾ ਦੋਸਤ ਆ, ਜਾਣ ਪਛਾਣ ਹੈ, ਸਾਵਧਾਨ ਤੁਸੀਂ ਆਪਣਾ ਆਪ ਧਿਆਨ ਦੇ ਨਾਲ ਜਾਣਕਾਰੀ ਪ੍ਰਾਪਤ ਕਰੋ। ਮੈਂ ਬਾਰ-ਬਾਰ ਕਹਾਂਗੀ ਤੁਸੀਂ ਆਪ ਜਾਣਕਾਰੀ ਜ਼ਰੂਰ ਪ੍ਰਾਪਤ ਕਰੋ। ਬੇਅੰਤ ਲੋਕ ਨੇ ਹਜੇ, ਉਹਨਾਂ ਦੇ ਸਾਰਿਆਂ ਦੇ ਕਿਸੇ ਸਾਡੇ ਪਾਸ ਆਉਣੇ ਨੇ ਜਿਨ੍ਹਾਂ ਰਿਐਲਟਰਾਂ ਨੇ ਕਿਹਾ ਕੋਈ ਗੱਲ ਨਹੀਂ, ਵਕੀਲ ਦਾ ਜਿਹੜਾ ਹੈਗਾ ਨਾ ਨੋਟਰੀ ਪਬਲਿਕ ਦਾ $500 ਮੈਂ ਦੇ ਦੂੰਗਾ, ਤੇ ਲੋਕਾਂ ਨੇ ਫਟਾਫਟ ਸਾਈਨ ਕਰ ਦਿੱਤੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਡੀਲ ਦੇ ਵਿੱਚ ਕੰਡੀਸ਼ਨ ਤੇ ਟਰਮਸ ਤੇ ਕੰਡੀਸ਼ਨਸ ਕੀ ਨੇ, ਟਰਮਸ ਤੇ ਕੰਡੀਸ਼ਨਸ ਕੀ ਨੇ ਜਿਨ੍ਹਾਂ ਨੇ ਇੰਸਪੈਕਟਰ ਦੇ ਪੈਸੇ ਰਿਐਲਟਰਾਂ ਨੇ ਦਿੱਤੇ ਹੈ। ਔਰ ਬਹੁਤੇਰੀ ਦਫਾ ਯਾਦ ਰਹੇ ਆਮ ਪਬਲਿਕ ਹੈ ਜਿਹੜੀ ਵਕੀਲ ਹੋਇਆ, ਇੰਸਪੈਕਸ਼ਨ ਕਰਨ ਵਾਲਾ ਹੋਇਆ, ਜਿੱਥੇ ਵੱਡੀ ਪ੍ਰਾਪਰਟੀ ਤੁਸੀਂ ਕੋਈ ਵੀ ਆਪਣਾ ਘਰ ਸਭ ਤੋਂ ਵੱਡੀ ਹੋਈ ਹੈ ਅੱਜ ਕੱਲ੍ਹ ਤਾਂ, ਔਰ ਉਹ ਖਰੀਦਣਾ ਤੇ ਉਹਦੇ ਜਿਹੜੇ ਪੈਸੇ ਨੇ ਤੁਸੀਂ ਸੋਚਦੇ ਹੋ ਵੀ ਉਹ ਨਾ ਤੁਹਾਡੇ ਰਿਐਲਟਰ ਵੱਲੋਂ ਹਾਇਰ ਕੀਤਾ ਹੋਇਆ ਜਿਹੜਾ ਇੰਸਪੈਕਟਰ ਹੈ ਉਹੀ ਰਿਪੋਰਟ ਦੇਗਾ ਜਿਹੜਾ ਪੈਸੇ ਦੇਗਾ, ਬਿਕਾਜ਼ ਦੇ ਆਰ ਓਬਲਾਈਜ਼ ਟੂ ਦੈਮ। ਲਾਇਰ ਦਾ ਵੀ ਇਹੀ ਗੱਲ ਹੈ, ਕਦੇ ਵੀ ਨੈਵਰ ਐਵਰ ਕੋਈ ਵੀ ਪ੍ਰਾਪਰਟੀ ਖਰੀਦੋ, ਤੁਸੀਂ 5 ਲੱਖ 10 ਲੱਖ 4 ਮਿਲੀਅਨ 2 ਮਿਲੀਅਨ ਦੀ ਪ੍ਰਾਪਰਟੀ ਖਰੀਦਦੇ ਹੋ, ਜਿਹੜਾ 1000 500 400 ਜੋ ਵੀ ਇੰਸਪੈਕਸ਼ਨ ਦਾ ਉਹ ਆਪਣੀ ਜੇਬ ਚੋਂ ਦਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰਾਪਰਟੀ 'ਚ ਕੀ ਨੁਕਸ ਹੈ। ਵਕੀਲ ਦੇ ਪੈਸੇ ਖੁਦ ਦਿਓ, ਔਰ ਵਕੀਲ ਨੂੰ ਇਹ ਗੱਲ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਰੋ ਕਿ ਕੱਲ੍ਹ ਨੂੰ ਜੇ ਥਾਂ ਗੱਲ ਹੁੰਦੀ ਆ ਤਾਂ ਮੈਂ ਪ੍ਰੋਟੈਕਟ ਹੋਣਾ ਚਾਹੀਦਾ, ਮੇਰਾ ਰਿਐਲਟਰ ਜਾਂ ਸੈਲਰ ਪ੍ਰੋਟੈਕਟ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਪਹਿਲੀ ਮੰਗ ਹੋਣੀ ਚਾਹੀਦੀ ਆ। ਕਿਤੇ ਵੀ ਦਸਤਖਤ ਕਰਨ ਦੀ ਬਜਾਏ ਪਹਿਲਾਂ ਇਸ ਗੱਲ ਨੂੰ ਰਾਖ ਵੀ ਰੱਖੋ। ਅਸੀਂ ਅਕਸਰ ਕੀ ਕਰਦੇ ਹਾਂ ਆਸ਼ਾ ਨਾ, ਜਿਹੜੇ ਨਾ ਆਟੇ ਦੇ ਬੋਰੇ ਦਾ ਭਾਅ ਜਿਹੜਾ ਸਾਨੂੰ ਉਹ ਤਾਂ ਦਿਖਦਾ ਹੈ, ਸਾਨੂੰ ਇਹ ਨਹੀਂ ਦਿਖਦਾ ਕਿ ਅਸੀਂ ਮਿਲੀਅਨ 1.5 ਮਿਲੀਅਨ 2 ਮਿਲੀਅਨ ਦਾ ਜਦੋਂ ਘਰ ਖਰੀਦਦੇ ਹਾਂ
ਤਾਂ ਅਸੀਂ ਕਾਨੂੰਨੀ ਤੌਰ ਦੇ ਉੱਤੇ ਕਿਹੜੇ ਪੇਪਰਾਂ ਦੇ ਉੱਤੇ ਸਾਈਨ ਕੀਤੇ ਆ? ਕੀ ਤੁਸੀਂ ਆਪਣੇ ਹੱਥ ਤਾਂ ਨਹੀਂ ਵਧਾ ਰਹੇ? ਔਰ ਯਾਦ ਰਹੇ ਜਿਹੜੇ ਰਿਐਲਟਰ ਨੇ ਨਾ ਅਸ਼ਾ ਨਾ, ਇਹਨਾਂ ਨੂੰ ਪ੍ਰੋਪਰਟੀ ਦੇ ਦਲਾਲ ਵੀ ਕਿਹਾ ਜਾਂਦਾ ਹੈ। ਔਰ ਦਲਾਲ ਆਪਣਾ ਮੁਨਾਫਾ ਮੁੱਖ ਰੱਖਦਾ ਹੈ। ਔਰ ਉਹ ਵਿਅਕਤੀ ਜਿਹੜਾ ਥੋੜ੍ਹੇ ਸਮੇਂ ਦੇ ਵਿੱਚ ਛੇਤੀ ਅਮੀਰ ਹੋਣ ਦਾ, ਐਯਾਸ਼ੀਆਂ ਕਰਨ ਦਾ, ਲਗਜ਼ਰੀ ਲਾਈਫ ਸਟਾਈਲ ਦਾ ਰੱਖਣ ਦਾ, ਹੰਡਾਉਣ ਦਾ ਇੱਛੁਕ ਹੋਏਗਾ, ਉਹ ਯਾਦ ਰਹੇ ਤਲਵਾਰ ਤੁਹਾਡੀ ਗਰਦਨ ਦੇ ਉੱਤੇ ਫੇਰੇਗਾ, ਤੁਹਾਡੀ ਗਰਦਨ ਦੇ ਉੱਤੇ ਫੇਰੇਗਾ। ਔਰ ਕੋਈ ਵੀ ਵਿਅਕਤੀ ਜਿਹੜਾ ਰੀਅਲ ਅਸਟੇਟ ਦੀ ਡੀਲ ਦੇ ਵਿੱਚ ਤੁਹਾਨੂੰ ਲਾਲਚ ਦੇ ਰਿਹਾ ਹੈ, ਤੁਹਾਨੂੰ ਲਾਲਚ ਦੇ ਰਿਹਾ ਹੈ, ਤੁਹਾਡੇ ਰੈੱਡ ਫਲੈਗਸ ਖੜੇ ਹੋ ਜਾਣੇ ਚਾਹੀਦੇ ਆ ਕਿ ਮੈਨੂੰ ਲਾਲਚ ਦੇਣ ਦੇ ਵਿੱਚ ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਪੂਰਾ ਹੁੰਦਾ ਹੈ। ਹਾਂਜੀ। ਔਰ ਯਾਦ ਰਹੇ ਬਿਨਾਂ ਮਤਲਬ ਦੇ ਗਊ ਭਰਾਵੇ ਜਉਂ ਵਰਗੀ ਇਹਨਾਂ ਦੀ ਮੈਂਟੈਲਿਟੀ ਹੁੰਦੀ ਆ। ਇਹੋ ਜਿਹੇ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ, ਕਿਸੇ ਦੇ ਵੀ। ਕਿਉਂਕਿ ਜਿਹੜੇ ਵਿਅਕਤੀ ਨੇ ਗੱਲ ਕਹੀ ਸੀ ਆਸ਼ਾ ਨਾ, ਰਿਐਲਟਰਾਂ ਨੂੰ ਵੀ ਸ਼ਰਮ ਕਰ ਲਓ, ਇਹ ਤੁਸੀਂ ਕਰ ਕੀ ਰਹੇ ਹੋ 20-30 ਹਜ਼ਾਰ ਵਾਲੇ। ਉਹ ਕਹਿੰਦਾ ਵੀ ਸਾਡੀ ਜੇ ਸ਼ੁਕਰ ਆ ਸਾਡੇ ਤੇ, ਕਹਿੰਦਾ ਗੋਗਲਿਆਂ ਦਾ ਮੀਂਹ ਵਰਿਆ, ਸਾਨੂੰ ਕਹਿੰਦਾ ਹੁਣ ਮਾੜਾ ਮੋਟਾ ਆਪਣਾ ਕੁਝ ਬਣਾ ਲੈਣ ਦਿਓ। ਲੋਕਾਂ ਤੋਂ ਕਹਿੰਦਾ ਜੇ ਸਾਨੂੰ ਕਮਲੇ ਹੋ ਕੇ ਪੈਸੇ ਦੇ ਰਹੇ ਆ ਤਾਂ ਅਸੀਂ ਲੈ ਲਈਏ, ਤਾਂ ਸਾਡਾ ਵੀ ਕੁਝ ਬਣ ਜਾਵੇ। ਸਾਡੀ ਜ਼ਿੰਦਗੀ ਦੇ ਵਿੱਚ ਉਹ ਤਾਂ ਕਦੇ ਹੋਇਆ ਨਹੀਂ, ਗਾਂ ਹੋਣਾ ਨਹੀਂ। ਬਿਲਕੁਲ। We'll continue this discussion after a quick commercial break. ਭੈਣ ਜੀ ਘਰ ਬਹੁਤ ਸੋਹਣਾ ਹੈ, ਪਰ ਅੰਦਰੋਂ ਤਾਂ ਲਿਸ਼ਕਾ ਮਾਰਦਾ, ਲੱਗਦਾ ਪੂਰਾ ਘਰ ਰੈਨੋਵੇਟ ਕਰਵਾਇਆ। ਨਾ ਜੀ ਨਾ, ਇਹ ਸਾਰਾ ਕਮਾਲ ਤਾਂ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਦਾ ਹੈ। ਔਰ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟ ਸਟੀਮ ਕਲੀਨਿੰਗ ਸਿਸਟਮ ਹੈ। ਇਸੇ ਕਰਕੇ ਕਾਰਪੈਟ ਕਲੀਨਿੰਗ ਤੋਂ ਲੈ ਕੇ ਅਪਹੋਲਸਟਰੀ, ਮੈਟਰੈਸ ਕਲੀਨਿੰਗ ਦੇ ਨਾਲ ਨਾਲ ਡਕ ਕਲੀਨਿੰਗ ਤੇ ਫਰਨੈਸ ਕਲੀਨਿੰਗ ਕਰਦੇ ਹੈ। ਹੋਰ ਸੁਣੋ, ਟਾਇਲ ਤੇ ਗਰਾਊਟ ਕਲੀਨਿੰਗ ਕਰਕੇ ਫਲੋਰ ਟਾਇਲਸ ਤੇ ਕਿਚਨ ਵਾਸ਼ਰੂਮ ਟਾਇਲਸ ਨੂੰ ਸਟੀਮ ਕਲੀਨਿੰਗ ਦੇ ਨਾਲ ਨਵੀਆਂ ਨਕੋਰ ਬਣਾ ਦਿੱਤਾ। ਕਮਰਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲ ਦੇ ਵਿੱਚ ਵੀ ਸੇਵਾਵਾਂ ਦੇਣ ਦੇ ਮਾਹਰ ਮਾਨ ਸਾਹਿਬ ਨੂੰ ਕਰੋ ਕਾਲ 6048613600 ਪੈਰਾਮਾਉਂਟ ਕਾਰਪੈਟ ਕਲੀਨਿੰਗ। ਪਲਾਨ ਇੰਸ਼ੋਰੈਂਸ ਕੋਲੋਂ ਲੋ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 6043632200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ਇਹ BC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 6043632200 6043632200 or visit planinsurance.ca। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ, ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638-152 A Street, Surrey. Reflection Banquet and Convention Center. ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 6045971110 ਯੂਨਿਟ ਨੰਬਰ 106 8077 ਕਿੰਗ ਜਾਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ। 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ ਪੀਜ਼ਾ ਐਂਡ ਕਰੀ ਹਾਊਸ 6045931110। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ? ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे ले कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604-767-9992 604-767-9992।
ਬਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟਰੀਟ 604 597 1119 ਆਈਡੀਆ ਇਮੀਗ੍ਰੇਸ਼ਨ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਪਿਕਸ ਦੇ ਬੋਰਡ ਆਫ ਡਾਇਰੈਕਟਰ ਕੈਂਪ ਪਵਾਰ, ਜਿਨ੍ਹਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ, ਉਹਨਾਂ ਦੇ ਰੀਅਲ ਅਸਟੇਟ ਦੇ ਸੰਬੰਧ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀਆਂ ਨੇ, ਸਕੈਂਡਲ ਨੇ ਜਿਹੜੇ ਵੱਡੀ ਮਾਤਰਾ ਦੇ ਵਿੱਚ ਸਾਹਮਣੇ ਆ ਰਹੇ ਆ। ਔਰ ਜਦੋਂ ਖਾਸ ਤੌਰ ਦੇ ਉੱਤੇ ਜਿਨ੍ਹਾਂ ਲੋਕਾਂ ਦੇ ਨਾਲ ਇਹ ਠੱਗੀਆਂ ਵੱਜੀਆਂ ਨੇ ਉਹ ਆ ਕੇ ਰੋ ਕੇ ਪਿੱਟ ਕੇ ਗੱਲ ਕਰਦੇ ਆ ਤਾਂ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਲੋਕ ਜਿਹੜੇ ਕਿ ਆਪਣੇ ਨਿੱਜੀ ਮਫਾਦ ਤੇ ਫਾਇਦੇ ਲਈ ਆਹ ਕਾਰਗੁਜ਼ਾਰੀਆਂ ਕਰਦੇ ਆ, ਉਹ ਸਿਟੀ ਦੇ ਵਿੱਚ ਜੀ ਕਾਉਂਸਲਰ ਦੇ ਤੌਰ ਦੇ ਉੱਤੇ ਵੀ ਖੜ੍ਹਦੇ ਆ। ਚੰਗਾ ਹੋ ਗਿਆ ਸਰੀ ਵਾਲਿਆਂ ਨੇ ਨਕਾਰ ਦਿੱਤੇ, ਲੱਖ ਤੋਂ 3800 ਵੋਟਾਂ ਪਈਆਂ, ਲੱਖ ਦੇ ਦਾਅਵੇ ਤਾਂ ਬੇਦਖੀ ਹੋ ਗਏ। ਤੇ ਉਹਦੇ ਨਾਲ ਪਿਕਸ ਦੇ ਬੋਰਡ ਆਫ ਡਾਇਰੈਕਟਰ ਕਿਵੇਂ ਨੇ? ਇੱਕ ਜਿਹੜੇ ਬੰਦੇ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਤੁਸੀਂ ਮੈਨੂੰ ਇੰਝ ਦੱਸੋ ਇਹ ਪਿਕਸ ਦੇ ਵਿੱਚ ਸਾਰਾ ਲੁੰਗਲਾਣਾ ਇਹੋ ਜਿਹਾ ਹੀ ਇਕੱਠਾ ਹੋਇਆ ਹੋਇਆ? ਮੈਂ ਕਿਹਾ ਜੀ ਲੱਗਦਾ ਤਾਂ ਐਸੇ ਤਰੀਕੇ ਨਾਲ ਹੈ। ਤੁਸੀਂ ਦੇਖਿਆ ਹੋਣਾ ਕੁਝ ਥਾਂ ਦੇ ਉੱਤੇ ਜਿਹੜੇ ਕੀੜੇ ਨੇ ਨਾ 21 ਤਰ੍ਹਾਂ ਦੀ ਮਨਸ਼ਾ ਰੱਖਣ ਵਾਲੇ ਇਕੱਠੇ ਹੋ ਜਾਂਦੇ ਆ। ਕੀ ਠੱਗੀ ਠੋਰੀ ਲਾਉਣੀ, ਦੂਜਿਆਂ ਦਾ ਨਜਾਇਜ਼ ਫਾਇਦਾ ਉਠਾਉਣਾ, ਬਜ਼ੁਰਗਾਂ ਦਾ ਸ਼ੋਸ਼ਣ ਕਰਨਾ, ਇਹ ਕੁਆਲੀਫਿਕੇਸ਼ਨਸ ਨੇ ਪਿਕਸ ਦੇ ਬੋਰਡ ਆਫ ਡਾਇਰੈਕਟਰ ਬਣਨ ਦੀ? ਜਾਂ ਕਿ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਕਹਿੰਦੇ ਵੀ ਇਟਸ ਨਾਰਮਲ? ਅਗਰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਨਾਰਮਲ ਮੰਨ ਲਿਆ ਗਿਆ ਹੈ ਆਸ਼ਾਨਾ, ਤਾਂ ਇਹ ਸਾਡੇ ਸਮਾਜ ਦੇ ਲਈ ਸਭ ਤੋਂ ਜ਼ਿਆਦਾ ਘਾਤਕ ਹੈ। ਇਹਦਾ ਮਤਲਬ ਰੱਬ ਵਾਲੀ ਕੋਡ ਆਫ ਕੰਡਕਟ ਤੇ ਕੋਡ ਆਫ ਐਥਿਕਸ ਨੇ ਜਿਹੜੇ ਖਾਸ ਤੌਰ ਦੇ ਉੱਤੇ ਬਜ਼ੁਰਗ ਹੋਏ, ਲਾਵਾਰਸ ਹੋਏ, ਉਹ ਲੋਕ ਜਿਨ੍ਹਾਂ ਨੂੰ ਜ਼ਰੂਰਤ ਹੈ ਮਦਦ ਦੀ, ਗਰੀਬੀ ਦੇ ਦਰ ਤੋਂ ਥੱਲੇ ਰਹਿਣ ਵਾਲੇ, ਮਾਨਸਿਕ ਪੀੜਾਂ ਦੇ ਕਾਰਨ ਨਾ ਜੂਝ ਰਹੇ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸਭਾ ਸੁਸਾਇਟੀਆਂ ਨੇ ਜਿਹੜੀਆਂ ਉਹ ਸਹਾਇਤਾ ਦਿੰਦੀਆਂ ਨੇ ਸਰਕਾਰੀ ਫੰਡਸ ਲੈਣ ਤੋਂ ਉਪਰੰਤ। ਔਰ ਉੱਥੇ ਬੋਰਡ ਦਾ ਜਿਹੜੇ ਬਣਾਏ ਜਾਂਦੇ ਨੇ ਖਾਸ ਤੌਰ ਦੇ 'ਤੇ ਵੀ ਜਿਹੜਾ ਕੰਮ ਚੱਲ ਰਿਹਾ, CEO ਕੀ ਕੰਮ ਕਰ ਰਿਹਾ, ਜਿਹੜੇ ਪ੍ਰੋਗਰਾਮਾਂ ਦੇ ਡਾਇਰੈਕਟਰ ਨੇ ਉਹ ਕੀ ਕਰ ਰਹੇ ਨੇ, ਉਹਨਾਂ 'ਤੇ ਪੂਰੀ ਨਿਗਾਹਖੋਰੀ ਰੱਖਣ ਦੇ ਲਈ ਬੋਰਡ ਬਣਾਇਆ ਜਾਂਦਾ। ਭਾਵ ਉਹਨਾਂ ਦੀਆਂ ਕਤਾਈਆਂ ਦੇ ਉੱਤੇ ਨਿਗਾਹ ਰੱਖਣ ਵਾਲੇ ਬੋਰਡ ਹੈ। ਔਰ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਬੈਠੇ ਨੇ ਜਿਹੜੇ ਇਹਨਾਂ ਦੇ ਕੋਡ ਆਫ ਕੰਡਕਟ ਆਪਣੇ ਆਪ ਦੇ ਵਿੱਚ ਹੀ ਧੱਜੀਆਂ ਉਡਾਇਆ ਹੋਇਆ। ਵੇਅਰ ਆਰ ਵੀ ਹੈਡਿੰਗ ਟੂ? ਕਿੱਧਰ ਜਾ ਰਹੇ ਆ? ਕਿੱਧਰ ਜਾ ਰਿਹਾ? ਇਹਨਾਂ ਦਾ ਤਾਲਮੇਲ ਦੇਖੋ ਸਾਰਿਆਂ ਦਾ ਇੱਕ ਹੈ ਕਿ ਬਗਾਨੀ ਸ਼ਾਹ ਦੇ ਉੱਤੇ ਮੁੱਛਾਂ ਮਨਾਉਣੀਆਂ ਨੇ। ਪਿਕਸ ਵਾਲਿਆਂ ਦਾ ਦੇਖ ਲਓ ਚਾਹੇ, ਔਰ ਉਹਨਾਂ ਦੇ ਡਾਇਰੈਕਟਰ ਹੈ ਜਿਹੜਾ ਬੋਰਡ ਆਫ ਡਾਇਰੈਕਟਰ ਕੈਂਪ ਪਰਿਵਾਰ ਵਰਗੇ ਰਿਐਲਟਰ ਜਾਂ ਇਹ ਆਪ, ਇਹਨਾਂ ਦਾ ਬਗਾਨੀ ਸ਼ਾਹ ਤੇ ਮੁੱਛਾਂ ਮਨਾਉਣਾ ਵਾਲਾ ਕੰਮ ਹੈ। ਔਰ ਉਹ ਲੋਕ ਜਿਹੜੇ ਇਹਨਾਂ ਦੀਆਂ ਗਲਤ ਕਾਰਗੁਜ਼ਾਰੀਆਂ ਤੇ ਇਹਨਾਂ ਨਾਲ ਗੱਲ ਵੀ ਕਰਦੇ ਆ ਕਿ ਤੁਸੀਂ ਆਹ ਨਹੀਂ ਕਰ ਸਕਦੇ, ਨਹੀਂ ਕਰਨਾ ਚਾਹੀਦਾ, ਤੁਸੀਂ ਤਾਂ ਕਮਲੇ, ਤੁਸੀਂ ਤਾਂ ਬੇਵਕੂਫ, ਯੂ ਆਰ ਨਾਟ ਸਮਾਰਟ ਇਨਫ। ਹਾਂ, ਇਹਨਾਂ ਦੇ ਦਾਅਵੇ ਨੇ ਯੂ ਆਰ ਨਾਟ ਸਮਾਰਟ ਇਨਫ। ਜਿਹੜੇ ਸਮਾਜ ਦੇ ਵਿੱਚ ਲੋਕੀ ਆਪਣੀ ਠੱਗੀ, ਆਪਣੀ ਬਦਕਾਰੀ ਤੇ ਨਾਲ ਦੀ ਨਾਲ ਆਪਣੀ ਬੇਈਮਾਨੀ ਨੂੰ ਸਮਾਰਟਨੈਸ ਸਮਝਦੇ ਹੋਣ, ਤੁਸੀਂ ਸੋਚ ਸਕਦੇ ਹੋ ਕਿ ਇਹੋ ਜਿਹੇ ਵਿਅਕਤੀ ਕੀ ਹੋ ਸਕਦੇ ਹੈ। ਇਹੋ ਜਿਹੇ ਵਿਅਕਤੀ ਕੀ ਹੋ ਸਕਦੇ ਹੈ? ਇੱਕ ਰਿਐਲਟਰ ਦਾ ਕੰਮ ਇਹ ਹੈ ਕਿ ਕੋਈ ਵੀ ਉਹਦਾ ਜਿਹੜਾ ਕਲਾਇੰਟ ਹੈ ਉਹਦੇ ਨਾਲ ਕਮਿਟਡ ਹੋਣਾ, ਉਹਦੀ ਬਿਹਤਰੀ, ਉਹਦੇ ਬੈਨੀਫਿਟਸ ਦੇ ਲਈ ਸਰਵਿਸਿਜ਼ ਦੇਣੀਆਂ, ਜਿਹਦੇ ਲਈ ਉਹਨੂੰ ਕਮਿਸ਼ਨ ਦਿੱਤਾ ਜਾਂਦਾ। ਔਰ ਯਾਦ ਰਹੇ ਸਾਡੀ ਕਮਿਊਨਿਟੀ ਦੇ ਵਿੱਚ ਆਸ਼ਾ ਨਾ ਕੁਛ ਕੁ ਬੜੇ ਲੋਕ ਸੋਚਦੇ ਆ, ਬੜੇ ਭੋਲੇ ਵੀ ਹੈਗੇ ਆ, ਉਹ ਫਲਾਣਾ ਤਾਂ ਕਹਿੰਦੇ ਜੀ ਫਲਾਣਾ ਬੰਦਾ ਨਾ ਕਮਿਸ਼ਨ ਬੜਾ ਘੱਟ ਲੈਂਦਾ ਹੈ ਨਾ, ਉਹ ਤਾਂ ਜੀ ਫਲਾਣੇ ਨੇ ਘਰ ਵੇਚਿਆ ਸਾਡਾ। ਮੈਨੂੰ ਯਾਦ ਆਉਂਦਾ ਇੱਕ ਵਾਰ ਦੀ, ਮੈਂ ਉਦਾਹਰਨ ਦਿੰਦੀ ਹਾਂ ਤੁਹਾਨੂੰ, ਜਿਹੜੇ ਲੋਕਾਂ ਨੇ ਖੁਦ ਖਤਾ ਖਾਂਦੇ ਆ।
ਇੱਕ ਰਿਐਲਟਰਾਂ ਨੇ ਆਪਣਿਆਂ ਨੇ ਸੁੱਖ ਨਾਲ ਕਈਆਂ ਨੇ ਇਹ ਕਿਹਾ ਵੀ ਹਾਂਜੀ ਘਰ ਵੇਚੋ ਤਾਂ ਕਮਿਸ਼ਨ ਹੈ ਜਿਹੜਾ ਉਹਦੇ ਵਿੱਚੋਂ ਤੁਹਾਨੂੰ ਅਸੀਂ ਕਈ ਵਾਰ 50 ਕਈ ਵਾਰ 25% ਜਾਂ 2000 ਜਾਂ 3000 ਹੈ ਜਿਹੜਾ ਤੁਹਾਨੂੰ ਅਸੀਂ ਦੇਵਾਂਗੇ। ਇਸ ਤਰ੍ਹਾਂ ਦੀ ਲੋਕਾਂ ਦੀ ਕਾਰਗੁਜ਼ਾਰੀ ਚੱਲਦੀ ਹੁੰਦੀ ਸੀ 20 ਸਾਲ ਪਹਿਲਾਂ 25 ਸਾਲ ਪਹਿਲਾਂ। ਲਿਸਟ ਕਰਨਾ ਜੀ, ਘਰ ਵਾਲੀ ਕਹਿੰਦੀ ਜ਼ਰੂਰ ਲਿਸਟ ਕਰਨਾ, ਤੁਸੀਂ ਕਰਨਾ, ਚਲੇ ਗਏ। ਤੇ ਘਰ ਵਾਲਾ ਕਹਿੰਦਾ ਜੀ ਅੱਛਾ ਜਦੋਂ ਤੁਸੀਂ ਵੇਚੋਗੇ ਕਿੰਨੇ ਪੈਸੇ ਮੈਨੂੰ ਵਾਪਸ ਦਿਓਗੇ? ਮੈਂ ਕਿਹਾ ਜੀ ਕਾਹਦੇ, ਕਿਸ ਚੀਜ਼ ਦੇ? ਕਹਿੰਦੇ ਲੈ ਸਾਰੇ ਰਿਐਲਟਰ ਐਂ ਕਹਿੰਦੇ ਆ। ਕਿਕਬੈਕ ਦਿੰਦੇ? ਹਾਂ, ਉਹਨੂੰ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਉਹਨੂੰ ਕਿਕਬੈਕ ਕਹਿੰਦੇ ਆ ਨਾ। ਮੈਂ ਆਪਣੀ ਜਿਹੜੀ ਪੇਪਰ ਸੀ ਉਹ ਇਕੱਠੇ ਕੀਤੇ। ਮੈਂ ਕਿਹਾ ਤੁਸੀਂ ਕਿੱਥੇ ਕੰਮ ਕਰਦੇ ਹੋ? ਕਹਿੰਦੇ ਲੌਂਗ ਸ਼ੋਰ 'ਤੇ ਕੰਮ ਕਰਦਾ। ਮੈਂ ਭੈਣ ਜੀ $36 ਘੰਟੇ ਦੇ ਲੈਣਾ। ਮੈਂ ਤੁਸੀਂ ਉਹ ਲੌਂਗ ਸ਼ੋਰ ਵਾਲਿਆਂ ਨੂੰ ਵਾਪਸ ਕਿੰਨੇ ਦੇ ਕੇ ਆਉਂਦੇ ਹੋ? ਕਹਿੰਦਾ ਲੈ ਮੇਰੀ ਮਿਹਨਤ ਦੀ ਕਮਾਈ ਹੈ ਅਤੇ ਮੈਂ ਕਿਉਂ ਵਾਪਸ ਦਊਂਗਾ? ਮੈਂ ਕਿਹਾ ਜਿਹੜਾ ਮੈਂ ਕੰਮ ਕਰਦੀ ਹਾਂ ਇਹ ਮਿਹਨਤ ਦਾ ਨਹੀਂ ਹੈ। ਲੈ ਕਹਿੰਦਾ 2 ਘੁੱਗੀਆਂ ਹੀ ਨੇ। ਬੰਦਾ ਹਟਿਆ ਨਹੀਂ। ਉਹਦੀ ਘਰ ਵਾਲੀ ਨੂੰ ਇਸ਼ਾਰੇ ਕਰਦੇ ਚੁੱਪ ਕਰ ਜਾਓ, ਤੁਸੀਂ ਚੁੱਪ ਕਰ ਜਾਓ, ਤੂੰ ਕੀ ਬੋਲੀ ਜਾਂਦਾ? ਆਪਸ ਵਿੱਚ ਹੀ ਖਹਿਬਣ ਲੱਗੇ। ਮੈਂ ਉਹਨੂੰ ਕਿਹਾ, ਮੈਂ ਕਿਹਾ 1 ਮਿੰਟ, ਮੈਂ ਕਿਹਾ ਇੱਕ ਕੰਮ ਨਹੀਂ। ਕਹਿੰਦਾ ਲੈ 2 ਘੁੱਗੀਆਂ ਮਾਰਨੀਆਂ ਭੈਣ ਜੀ। ਮੈਂ ਕਿਹਾ ਤੈਨੂੰ ਇਹ ਘੁੱਗੀਆਂ ਮਾਰੀਆਂ ਹੁਣ ਕਾਕਾ ਹੀ ਦਿਖਦੀਆਂ ਨੇ? ਮੈਂ ਕਿਹਾ ਮੈਨੂੰ ਮੇਰੇ ਬਾਪੀ ਦੀ ਜੁੱਤੀ ਦੇ ਵਿੱਚ ਗਲੀਆਂ ਦਿਖਦੀਆਂ ਨੇ। ਜਦੋਂ ਮੈਂ ਪੜ੍ਹਦੀ ਹੁੰਦੀ ਸੀ ਮੈਨੂੰ ਹੋਸਟਲ ਦੇ ਵਿੱਚ ਪੈਸੇ 110 ਰੁਪਏ ਮਹੀਨੇ ਦੇ ਦੇਣ ਜਾਂਦੇ ਸੀ। ਆਪਣੀ ਕੁਰਮ ਦੀ ਜੁੱਤੀ ਨਹੀਂ ਸੀ ਨਵੀਂ ਲੈਂਦੇ, ਬਟ ਹੀ ਮੇਕ ਸ਼ੋਰ ਕਿ ਮੇਰੀ ਪੜ੍ਹਾਈ ਦੀ ਫੀਸ ਆ ਟਾਈਮ ਸਿਰ ਜਾਵੇ। ਉਹ ਮਿਹਨਤ ਨਹੀਂ ਹੈ। ਉਹਨੇ ਮਿੰਨਤਾਂ ਕਰ ਲੀਆਂ, ਬਾਅਦ 'ਚ ਮੱਥਾ ਵੀ ਟੇਕ ਲਿਆ, ਪੱਗ ਵੀ ਰੱਖਣ ਤੱਕ ਜਾਵੇ ਵੀ ਘਰ ਲਿਸਟ ਕਰਦੇ। ਮੈਂ ਘਰ ਨਹੀਂ ਲਿਸਟ ਕਰਾਂਗੀ ਤੇਰਾ, ਨੋ। ਕਿਉਂਕਿ ਯਾਦ ਰਹੇ ਅਕਸਰ ਸਾਡੇ ਲੋਕ ਇਸ ਤਰ੍ਹਾਂ ਦੀਆਂ ਨਿੱਕੇ ਨਿੱਕੇ ਫਾਇਦਿਆਂ ਲਈ ਵੱਡਾ ਨੁਕਸਾਨ ਉਠਾ ਜਾਂਦੇ ਹੈ। ਰਿਐਲਟਰ ਤੁਸੀਂ ਹਾਇਰ ਕੀਤਾ, ਰਿਐਲਟਰ ਤੋਂ ਹਰ ਜਵਾਬ ਮੰਗੋ ਔਰ ਰਿਐਲਟਰ ਮੇਕ ਸ਼ੋਰ ਕਿ ਉਹ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਹਾਤੋਂ ਨਾ ਲੁਕੋਵੇ। ਔਰ ਇੱਕ ਐਥੀਕਲ ਰਿਐਲਟਰ ਹੈ ਜਿਹੜਾ, ਇਹ ਉਹਦਾ ਫਰਜ਼ ਬਣਦਾ ਹੈ ਕਿ ਉਹਨੂੰ ਕੋਈ ਵੀ ਜਾਣਕਾਰੀ ਉਸ ਪ੍ਰਾਪਰਟੀ ਬਾਰੇ ਪਤਾ, ਚਾਹੇ ਘਰ ਦੇ ਵਿੱਚ ਇੱਕ ਨਿੱਕੀ ਜਿਹੀ ਝੀਤ ਹੈ ਉਹਦੇ ਬਾਰੇ, ਕੋਈ ਟੁੱਟੀ ਹੋਈ ਜਿਹੜੀ ਆਪਣੀ ਫਲੋਰ ਦੇ ਉੱਤੇ ਟਾਇਲ ਵੀ ਹੈ ਨਾ ਆਸ਼ਿਆਨਾ, ਤਾਂ ਉਹਦੇ ਬਾਰੇ ਵੀ ਤੁਹਾਡਾ ਫਰਜ਼ ਬਣਦਾ ਆਪਣੇ ਕਲਾਇੰਟ ਨੂੰ ਸਾਰਾ ਕੁਝ ਦੱਸਣ ਦਾ ਔਰ ਉਹਨੂੰ ਇਹ ਕਹਿਣ ਦਾ ਕਿ ਤੁਸੀਂ ਇਨਸਪੈਕਸ਼ਨ ਕਰਾਓ ਔਰ ਮੈਂ ਤੁਹਾਨੂੰ ਇੰਸਪੈਕਟਰ ਦਾ ਨੰਬਰ ਨਹੀਂ ਦੇਵਾਂਗੀ। ਜਾਂ ਵੱਧ ਤੋਂ ਵੱਧ ਤੁਸੀਂ ਇਹ ਕਰ ਸਕਦੇ ਹੋ ਕਿ 5-7 ਜਿਹੜੇ ਕਾਰਡ ਪਏ ਹੁੰਦੇ ਆ ਦਫ਼ਤਰਾਂ ਦੇ ਵਿੱਚ, ਉਹ ਤੁਸੀਂ ਉਹਨਾਂ ਨੂੰ ਦਿੰਦੇ ਹੋ ਵੀ ਜਿਹਨੂੰ ਮਰਜ਼ੀ ਤੁਸੀਂ ਫੋਨ ਕਰ ਲਓ, ਪਰ ਆਪਣੀ ਮਰਜ਼ੀ ਨਾਲ ਵਕੀਲ ਆਪਣਾ ਲਓ। ਫਿਰ ਤਾਂ ਮੈਂ ਤੁਹਾਨੂੰ ਮੰਨਾਂ ਕਿ ਹਾਂ ਤੁਹਾਡੇ ਕੋਈ ਐਥਿਕਸ ਨੇ। ਜੇ ਤੁਸੀਂ ਸਾਰਾ ਕੁਝ ਆਪ ਹੀ ਮਿਲਗੋਭਾ ਕਰਦੇ ਹੋ ਇਸ ਕਰਕੇ ਕਿ ਡੀਲ ਕੰਪਲੀਟ ਕਰਦੇ ਅਸੀਂ ਪੈਸੇ ਲੈਣੇ ਆ, ਲਾਉਣੇ ਕਿੱਥੇ ਆ? ਦਾਰੂ ਦੀਆਂ ਬੋਤਲਾਂ 'ਤੇ, ਉਹ ਸਾਡੀ ਲਗਜ਼ਰੀ ਗੱਡੀ ਆ, ਉਹ ਸਹੇਲੀ ਨੂੰ ਰੋਟੀ ਖਿਲਾਉਣੀ ਆ, ਉਹ ਫਲਾਣੇ ਨੂੰ ਟਾੜ ਮਾਰਨੀ ਆ, ਉਹ ਰਿਸ਼ਤੇਦਾਰਾਂ ਦੇ ਉੱਤੇ ਡੰਮ ਚੜਾਉਣੀ ਆ ਅਤੇ ਆਹ ਕਰਨਾ। ਜੇ ਤੁਸੀਂ ਇਹਨਾਂ ਗੱਲਾਂ ਦੀ ਪ੍ਰਾਇਓਰਟੀ ਕਰਕੇ ਆਪਣਾ ਆਪ ਜਿਹੜਾ ਵੇਚਿਆ ਹੋਇਆ ਆਲਰੇਡੀ ਤੁਸੀਂ ਟੁਕੜਿਆਂ ਦੇ ਵਿੱਚ, ਤਾਂ ਤੁਸੀਂ ਆਪਣਾ ਜਿਹੜਾ ਕਲਾਇੰਟ ਹੈ, ਜਿਹੜਾ ਤੁਹਾਡਾ ਕਹਿ ਸਕਦੇ ਕਸਟਮਰ ਹੈ, ਉਹਨੂੰ ਕਦੇ ਵੀ ਨਿਪੁੰਨ ਅਤੇ ਇਮਾਨਦਾਰ ਸੇਵਾਵਾਂ ਨਹੀਂ ਦੇ ਸਕੋਗੇ। ਔਰ ਇਸ ਤਰ੍ਹਾਂ ਦੇ ਰਿਐਲਟਰ ਨੂੰ ਆਸ਼ਿਆਨਾ ਕਦੇ ਵੀ ਹਾਇਰ ਨਹੀਂ ਕਰਨਾ ਚਾਹੀਦਾ। ਇਹ ਤਾਂ ਪੈਸੇ ਦੇ ਕੇ ਉਹਨਾਂ ਨੂੰ ਮੌਕਾ ਦੇਣ ਦੀ ਗੱਲ ਹੈ ਵੀ ਜਦੋਂ ਮਰਜ਼ੀ ਤੁਹਾਡੀ ਜੇਬ ਦੇ ਵਿੱਚ ਹੱਥ ਪਾ ਕੇ ਪੈਸੇ ਕੱਢ ਲੈਣ। खैर, आज गलबात हो रही है पिक्स बोर्ड ऑफ डायरेक्टर कैंप पवार जो सस्पेंडेड रियल्टर रह चुके हैं, और उनकी एक और नई स्कैंडल जो लोग हमारे प्रोग्राम सुनकर हम लोगों को कॉल करके बताते हैं और बताते हैं कि जी आप एक स्कैंडल की बात कर रहे हैं, ये सुनो जी 3 बार मेरा घर इस तरह से बिक गया जी। और लोगों ने आकर ये भी बताया कि साथ साथ काम करते थे, जान पहचान थी, उनको किस तरह से $92,000 प्राइवेट लेंडर से दिलाकर इंटरेस्ट लेते रहे और फिर प्रॉपर्टी में भी नाम रखा गया। ऐसे बहुत सारे केसेस कैंप पवार के बारे में हमारे पास आए हुए हैं। अगर आपके साथ भी रियल एस्टेट कोई धोखा हुआ है तो ज़रूर बताइएगा। एरिया कोड 604-449-3333 विल बी राइट बैक। अपने ड्रीम हाउस बना रहे हो या घर रेनोवेट कर रहे हो, अपने ख्वाबों को सच कीजिए HTA प्रोडक्ट्स के साथ। इटली, जर्मनी या दुनिया के हर कोने से क्वालिटी डिजाइन, लग्जरी ब्रांड नेम प्रोडक्ट्स, बाथटब्स, जकूजी, किचन एंड बाथरूम सिंक्स, फॉसेट्स, टॉयलेट्स और बहुत कुछ। चमकते 18 कैरेट गोल्ड फॉसेट को देखकर आप हैरान रह जाओगे। HTA प्रोडक्ट्स। HTA नॉर्थ अमेरिका के बेस्ट लग्जरी शोरूम, जहां से सिर्फ डिस्प्ले नहीं लेकिन प्रोडक्ट्स को चला के भी दिखाया जाता है, यानी फुल फंक्शनिंग शोरूम। कॉर्नर ऑफ ब्रिजपोर्ट एंड सिम्पसन, रिचमंड। हाई टेक एक्रेलिक प्रोडक्ट्स, 604-231-9592।
ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨਿਟ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਖੱਕਾ ਖੱਕਾ ਗੱਗਾ ਖੱਕਾ ਘਰ ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। बिरयानी गोट कढ़ाई, निहारी चिकन कढ़ाई, बाबा की बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਨਿਟ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ, ਵਾਈਟ ਫੈਮਿਲੀ ਕੇਅਰ ਫਾਰਮੇਸੀ। ਮੀਡੀਆਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਚੱਲ ਰਹੀਆਂ ਕੈਂਪ ਬਾਰ ਦੇ ਸਕੈਂਡਲ ਨੇ ਜਿਹੜੇ ਜਿਸ ਭਾਰੀ ਮਾਤਰਾ ਦੇ ਵਿੱਚ ਫਾਈਲ ਉੱਚੀ ਹੋ ਰਹੀ ਹੈ। ਲੱਗਦਾ ਸ਼ਨਾ ਹੀ ਤੁਹਾਡੀ ਤਾਂ ਫਾਈਲ ਦਾ ਰੋਜ਼ਾਨਾ ਵੀਕਐਂਡ ਦੇ ਉੱਤੇ ਹੋਰ ਭਰ ਜਾਣੀ ਹੈ। ਔਰ ਯਾਦ ਰਹੇ ਕਿ ਇਸ ਚੀਜ਼ ਦਾ ਖੁਲਾਸਾ ਜਿਹੜਾ ਉਹ ਵੀ ਤੁਹਾਡੇ ਸਾਰਿਆਂ ਨਾਲ ਜ਼ਰੂਰ ਕਰਾਂਗੇ ਕਿ ਕਿਸ ਪ੍ਰਕਾਰ ਜਿਹੜੇ ਟਾਊਨ ਹਾਊਸ ਕਿਤੇ ਗਿਣਤੀ ਮਿਣਤੀ 'ਚ ਨਹੀਂ ਉਹ ਵੇਚੇ ਹੋਏ ਨੇ। ਨਾ ਟਾਊਨ ਹਾਊਸ ਲੋਕਾਂ ਨੂੰ ਦਿਖਦੇ ਨੇ ਤੇ ਨਾ ਹੀ ਉਹਨਾਂ ਦਾ ਜਿਹੜਾ ਪੈਸਾ ਦਿੱਤਾ ਸੀ ਲੋਕਾਂ ਨੂੰ ਉਹਦਾ ਕੀ ਦੇਖਣਾ। ਕਹਿੰਦੇ ਜੀ ਪੈਸਾ ਕਿੱਥੇ? ਮੈਂ ਕਿਹਾ ਜਿੱਧਰ ਗਈਆਂ ਬਾਣੀਆਂ ਉੱਧਰ ਗਏ ਮਲਾ, ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ। ਤੇ ਮੈਂ ਕਿਹਾ ਹੁਣ ਤੁਹਾਡੇ ਟਾਊਨ ਹਾਊਸ ਜਿੱਥੇ ਗਏ ਨੇ ਜੀ ਪੈਸੇ ਵੀ ਤੁਹਾਡੇ ਉੱਥੇ ਹੀ ਗਏ ਨੇ। ਮੈਂ ਹੈਰਾਨ ਆ ਸਾਡੀ ਕਮਿਊਨਿਟੀ ਦੇ ਵਿੱਚ ਕਿ ਜਾਂ ਤਾਂ ਲੋਕਾਂ ਨੂੰ ਭਰਸਾਉਣ ਦੇ ਵਿੱਚ ਇੰਨੇ ਜ਼ਿਆਦਾ ਮਾਹਰ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ? ਕਹਿੰਦੇ ਜੀ ਲਲਾ ਸੀਗੀ, ਲੋਕੀ ਸਾਰੇ ਪੈਸੇ ਬਣਾ ਗਏ, ਅਸੀਂ ਤਾਂ ਪਿੱਛੇ ਹੀ ਰਹਿ ਗਏ। ਅਰੇ ਸਾਨੂੰ ਕਹਿੰਦੇ ਸੀ ਫਲਾਣੇ ਨੂੰ ਮੈਂ ਇੰਨਾ ਪੈਸਾ ਬਣਾ ਕੇ ਦਿੱਤਾ, ਫਲਾਣੇ ਨੂੰ ਮੈਂ ਸਾਲ ਦੇ ਵਿੱਚ $1 ਮਿਲੀਅਨ ਬਣਾਤਾ, ਮੈਂ 5 ਲੱਖ ਬਣਾਵਾ ਤਾਂ ਉਹਨੂੰ 7 ਲੱਖ ਬਣਵਾ ਦਿੱਤਾ। ਕਹਿੰਦੇ ਅਸੀਂ ਕਿਸ ਤਾਂ ਪਿੱਛੇ ਰਹਿ ਗਏ, ਇਸ ਕਰਕੇ ਕਹਿੰਦੇ ਅਸੀਂ ਕੀਤਾ ਤੇ ਬਾਅਦ ਦੇ ਵਿੱਚ ਹੁਣ ਦੇਖੋ ਜੀ ਕਹਿੰਦੇ ਕੀ ਹਾਲ ਆ ਸਾਡਾ। ਮੈਂ ਕਿਹਾ ਤੁਹਾਡੇ ਪਾਸ ਤੁਸੀਂ ਮੇਰੇ ਤੋਂ ਕੋਈ 5 ਰੁਪਏ ਲੈ ਕੇ ਦਿਖਾ ਦੇਵੇ, ਮੈਂ ਆਸ਼ਾ ਨਾ 5 ਰੁਪਏ ਦੇ ਮੈਂ ਦਮੜੀ ਨਾ ਦੇਵਾਂ ਕਿਸੇ ਨੂੰ। ਕਿਸੇ ਨੂੰ ਮਦਦ ਦੀ ਲੋੜ ਹੈ, ਮੇਰੇ ਤੋਂ ਕੋਈ ਮੰਗੇ, ਮੈਂ ਅਫੋਰਡ ਕਰ ਸਕਦੀ ਹਾਂ, ਮੈਂ ਉਹਨੂੰ 4 ਦਮੜੀਆਂ ਦੇ ਦੂੰ। ਜੇ ਮੈਂ ਨਹੀਂ ਕਰ ਸਕਦੀ ਮੈਂ ਸਾਫ਼ ਕਹਿ ਦੂੰਗੀ ਨਹੀਂ, ਪਰ ਮੇਰਾ ਮੁਨਾਫਾ ਬਣਾਉਣ ਦੇ ਲਈ ਕੋਈ ਮੇਰੇ ਤੋਂ ਇੱਕ ਨਵਾਂ ਪੈਸਾ ਲੈ ਕੇ ਦਿਖਾ ਦੇਵੇ। ਇਹ ਸਾਡੀ ਪਹਿਲੀ ਡਿਊਟੀ ਬਣਦੀ ਆ ਕਿ ਅਸੀਂ ਦੇਖੀਏ
ਜਿੱਥੇ ਤੁਹਾਨੂੰ ਟਾਊਨ ਹਾਊਸ ਵੇਚ ਰਿਹਾ ਜਗ੍ਹਾ ਤਾਂ ਦੇਖੋ, ਥਾਂ ਤਾਂ ਦੇਖੋ, ਜਿਹਨੂੰ ਤੁਸੀਂ ਪੈਸੇ ਦੇ ਰਹੇ ਹੋ ਉਹਦੇ ਬਾਰੇ ਪਤਾ ਕਰੋ। ਉਹ ਟਾਊਨ ਹਾਊਸ ਸਿਰਫ ਇਹੀ ਨਹੀਂ ਵੇਚ ਰਿਹਾ ਹੋਣਾ, ਕੋਈ ਹੋਰ ਵੀ ਵੇਚ ਰਿਹਾ ਹੋਣਾ ਹੈ। ਇਹ ਹਵਾਈ ਕਿਲੇ ਕਿੱਥੇ ਵੇਚ ਗਏ? ਇਹ ਫਿਰ ਉਹੀ ਹਾਲ ਹੋ ਗਈ ਵੀ ਵੋਟਾਂ ਵਾਲੀ ਨਹਿਰ, ਵੀ ਵੋਟਾਂ ਦੇ ਟਾਈਮ ਦੇ ਉੱਤੇ ਦੇ ਪਾਣੀ ਪਕਾਉਣ ਦਾ ਰੌਲਾ ਪੈਂਦਾ, ਨਾਟ ਅਦਰਵਾਈਜ਼। ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ ਹੈ। ਔਰ ਜਿੱਥੇ ਗੱਲ ਹੁਣ ਜੋ ਹਾਲ ਪਿਛਲੇ ਕੁਝ ਸਮੇਂ ਦੇ ਵਿੱਚ ਹੋਇਆ, ਪਿਛਲੇ ਟਾਈਮਾਂ ਦੇ ਵਿੱਚ ਅੱਛਾ ਨਾ ਹਮੇਸ਼ਾ ਇਸ ਤਰ੍ਹਾਂ ਹੁੰਦਾ ਸੀਗਾ 30 years ਬੈਕ ਇਟ ਵਾਜ਼ ਸਟੈਂਡਰਡ ਕਿ ਜਦੋਂ ਤੁਸੀਂ ਪ੍ਰਾਪਰਟੀ ਖਰੀਦਦੇ ਹੋ ਤਾਂ ਪ੍ਰਾਪਰਟੀ ਦੇ ਵਿੱਚੋਂ ਅਗਰ ਕੋਈ ਅਨਿਊਟੀ ਜਾਂ ਤੁਹਾਡਾ ਫਾਇਦਾ ਐਟਲੀਸਟ 5 to 7 years ਯੂ ਕੈਰੀ ਦਾ ਪ੍ਰਾਪਰਟੀ, ਤੇ ਜਦੋਂ ਤੁਸੀਂ ਉਹਦੇ 'ਚ ਵੇਚਦੇ ਹੋ ਤਾਂ ਕੁਛ ਥੋੜ੍ਹਾ ਬਹੁਤ ਤੁਹਾਨੂੰ ਜਿਹੜਾ ਉਹਦੇ 'ਚੋਂ ਪ੍ਰੋਫਿਟੇਬਿਲਿਟੀ ਹੈ ਜਿਹੜੀ, ਤੇ ਕੁਛ ਤੁਹਾਡੀਆਂ ਆਪਣੇ ਪੇਮੈਂਟ ਦੇ ਤੌਰ 'ਤੇ ਕੀਤੀਆਂ ਹੋਈਆਂ ਕੰਟਰੀਬਿਊਸ਼ਨ ਆ ਉਹਦੇ ਵਿੱਚੋਂ ਤੁਹਾਨੂੰ ਅਨਿਊਟੀ ਹੈ ਜਿਹੜੀ ਉਹ 'ਚ ਵਾਧਾ ਹੁੰਦਾ ਸੀ ਜੀ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਇਸ ਤਰ੍ਹਾਂ ਦੀ ਹਨੇਰੀ ਜੀ ਵਗਾ ਦਿੱਤੀ, ਜਿਹਦੇ ਵਿੱਚ ਧੰਨਵਾਦ ਇਹੋ ਜਿਹੇ ਰਿਐਲਟਰਾਂ ਦਾ ਜਿਹੜੇ ਆਪਣੇ ਨਿੱਜੀ ਮਫਾਦ ਨੂੰ ਬਾਹਰ ਮਲਟੀਪਲ ਟਾਈਮਸ ਆਪਣਾ ਕਮਿਸ਼ਨ ਆ ਜਿਹੜਾ ਉਹ ਕਲੈਕਟ ਕਰਨ ਦੀ ਮਨਸ਼ਾ ਹਿੱਤ ਜੋ ਕੁਝ ਹੋਇਆ, ਉਹਦੇ ਕਰਕੇ ਅਸਾਈਨਮੈਂਟਸ ਦੇ ਰੂਪ ਦੇ ਵਿੱਚ ਵੀ ਬੜਾ ਕੁਝ ਕੀਤਾ ਇਹਨਾਂ ਨੇ, ਥੋੜਾ ਨਹੀਂ ਬਹੁਤ ਕੁਝ ਕੀਤਾ। ਹਾਈਡਿੰਗ ਦਾ ਇਨਫੋਰਮੇਸ਼ਨ ਨਾਲ ਅਸੂਲ ਇਹ ਬਣਾ ਲਿਆ, ਡੂ ਨਾਟ ਆਸਕ ਡੋਂਟ ਟੈਲ, ਇਹ ਵੀ ਕਨਸੈਪਟ ਚਲਾਇਆ ਬਹੁਤ ਸਾਰੇ ਰਿਐਲਟਰਾਂ ਨੇ। ਜੇ ਮੈਨੂੰ ਕਲਾਇੰਟ ਨੇ ਨਹੀਂ ਪੁੱਛਿਆ ਤਾਂ ਮੈਂ ਨਹੀਂ ਦੱਸਣਾ। ਇਮੇਜਿਨ ਕਰੋ ਕਲਾਇੰਟ ਨੂੰ ਜੇ ਸਾਰੀ ਜਾਣਕਾਰੀ ਹੋਵੇ, ਹਾਂ, ਜੇ ਕਲਾਇੰਟ ਨੂੰ ਰੀਅਲ ਅਸਟੇਟ ਦੀ ਪ੍ਰਾਪਰਟੀ ਖਰੀਦਣ ਦੀ ਜਾਂਚ ਹੈ, ਉਹ ਖੁਦ ਹੀ ਖਰੀਦ ਲੈਣਗੇ, ਉਹਨੂੰ ਥੋੜੀ ਕੀ ਲੋੜ ਹੈ? ਤੁਸੀਂ ਦਰਸ਼ਨੀ ਘੋੜੇ ਦਰਵਾਜ਼ੇ ਬੰਨ੍ਹ ਕੇ ਉਹਨਾਂ ਨੇ ਕਰਨੇ ਕੀ ਹੈ? ਤੁਹਾਨੂੰ ਪੈਸੇ ਕਾਹਦੇ ਲਈ ਦੇਣੇ ਹੈ? ਡੂ ਨਾਟ ਆਸਕ ਡੂ ਨਾਟ ਟੈਲ, ਉਹ ਸ਼ਰਮਨਾਕ ਕਨਸੈਪਟ ਰਿਹਾ ਹੈ ਔਰ ਕੁਝ ਲੋਕਾਂ ਨੇ ਉਸ ਚੀਜ਼ ਨੂੰ ਅਪਣਾਇਆ, ਜਦੋਂ ਕਿ ਬੇਸਿਕ ਫਾਰਮੂਲਾ ਹੈ ਰੀਅਲ ਅਸਟੇਟ ਦੀ ਟ੍ਰਾਂਜੈਕਸ਼ਨ ਦਾ ਡਿਸਕਲੋਜ਼ ਡਿਸਕਲੋਜ਼ ਡਿਸਕਲੋਜ਼। ਤੁਹਾਡੇ ਆਪਣੀ ਕੋਈ ਵੀ ਹਿੱਤ ਹੈ ਕਮਿਸ਼ਨ ਦੇ ਤੌਰ ਤੇ ਜਾਂ ਫਿਰ उस प्रॉपर्टी दे बेचण दे विच अगर तुसी टाइटल दो यू डिस्क्लोज दीदी एंड यू डोंट गेट इन्वॉल्व इन इट। मैं समझ सकती हूँ कि ये जो बुजुर्ग जिसने कहा कि नो सू करना है तो दैट वुड बी समथिंग दैट कोर्ट विल मेक अ डिसीजन कि यू नो इनके हक में या उनके ना हक में, वो तो कोर्ट के फैसला होगा। लेकिन रियल एस्टेट बोर्ड को अगर कंप्लेंट जाती है तो क्या होगा कि इस तरह की हरकत रियल्टर कैंप पवार ने किया है, तो रियल एस्टेट बोर्ड ने क्या करना है? बोर्ड ਇਹਦੀ ਪੂਰੀ ਤਫਤੀਸ਼ ਕਰਦਾ ਸ਼ਨਾ। ਤੁਸੀਂ ਸਬੂਤਾਂ ਸਮੇਤ ਬੋਰਡ ਦੇ ਪਾਸ ਜਾ ਕੇ ਸ਼ਿਕਾਇਤ ਲਾਓ ਔਰ ਤੁਹਾਨੂੰ ਇਹ ਵੀ ਪਤਾ ਲੱਗ ਜਵੇ, ਤੁਹਾਨੂੰ ਸ਼ੱਕ ਵੀ ਹੋ ਜਵੇ ਤੁਸੀਂ ਸਾਈਨ ਨਹੀਂ ਕੀਤੇ, ਡੇਟ ਦੀ ਅਦਲਾ ਬਦਲੀ ਹੋਈ ਹੈ ਉਹਦੇ ਉੱਤੇ ਤੁਸੀਂ ਸਾਈਨ ਨਹੀਂ ਕੀਤੇ ਔਰ ਰਿਐਲਟਰ ਨੇ ਇਸ ਤਰ੍ਹਾਂ ਦੀ ਕੁਤਾਹੀ ਕੀਤੀ ਆ, ਉੱਥੇ ਪੂਰੀ ਦੀ ਪੂਰੀ ਤਫਤੀਸ਼ ਹੁੰਦੀ ਹੈ ਔਰ ਰਿਐਲਟਰ ਨੂੰ ਉਸ ਪੈਨਲ ਦੇ ਸਾਹਮਣੇ ਪੇਸ਼ ਹੁੰਦਾ ਰਿਐਲਟਰ। ਔਰ ਯਾਦ ਰਹੇ ਕਿ ਤੁਹਾਡੇ ਨਾਂ ਦੀ ਘੁੱਗੀ ਮਾਰਨ ਦੇ ਵਿੱਚ ਬਹੁਤ ਸਾਰੇ ਰਿਐਲਟਰਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਵਰਤ ਦਿੱਤੀ ਹੈ ਔਰ ਕਈਆਂ ਨੂੰ ਸ਼ਰਮਿੰਦਗੀ ਤੇ ਨਮੋਸ਼ੀ ਦੇ ਸਾਹਮਣੇ ਕਰਨ ਵੇ ਕੋਰਟ ਦੇ ਵਿੱਚ ਜਾਂਦੇ ਆ, ਸਿਵਲ ਕੋਰਟ ਦੇ ਵਿੱਚ ਵੀ ਤੁਹਾਡੇ ਜਿਹੜੇ ਕੇਸ ਨੇ ਉਹ ਜਾਂਦੇ ਆ, ਪਰ ਬੋਰਡ ਆਪਣੇ ਤੌਰ ਦੇ ਉੱਤੇ ਤੇ ਤਹਿਕੀਕਾਤ ਵੀ ਕਰਦਾ ਔਰ ਸਸਪੈਂਡ ਵੀ ਕਰਦੇ ਆ ਰਿਐਲਟਰ ਨੂੰ, ਕੱਚੇ ਤੌਰ ਤੇ ਵੀ ਪੱਕੇ ਤੌਰ ਤੇ ਵੀ ਹੋ ਜਾਂਦੇ ਨੇ ਕਈ। यानी आप अपने लाइसेंस से हाथ बचा सकते ਤੇ ਔਨ ਟਾਪ ਆਫ ਦੈਟ ਇਹਨਾਂ ਕੁਝ ਕੰਡੀਸ਼ਨ ਹਾਲਾਤਾਂ ਦੇ ਵਿੱਚ ਤੁਹਾਨੂੰ ਰੀਅਲ ਅਸਟੇਟ ਬੋਰਡ ਦੀ ਇੱਕ ਇੰਸ਼ੋਰੈਂਸ ਹੁੰਦੀ ਹੈ, ਐਰਰ ਐਂਡ ਓਮਿਸ਼ਨ। ਜਦੋਂ ਕਿਸੇ ਨੂੰ ਕੋਰਟ ਦੇ ਵਿੱਚ ਲੈ ਕੇ ਜਾਂਦੇ ਨੇ ਉੱਥੋਂ ਹੀ ਜਿਹੜੀਆਂ ਵਕੀਲਾਂ ਦੀਆਂ ਫੀਸਾਂ ਨੇ, ਜਿਹੜੀਆਂ ਕਵਰੇਜ ਹੁੰਦੀਆਂ ਨੇ ਕਿਸੇ ਤਰ੍ਹਾਂ ਦੇ ਜਿਹੜੇ ਹਾਨੀਆਂ ਨੇ ਉਹ ਕਵਰ ਕੀਤੀਆਂ ਜਾਂਦੀਆਂ ਨੇ, ਪਰ ਉਹਦੇ ਲਈ ਜ਼ਿੰਮੇਵਾਰ ਰਿਐਲਟਰ ਹੁੰਦਾ, ਨਾ ਕਿ ਜਿਹੜਾ ਕਲਾਇੰਟ ਹੈ ਤੁਹਾਡਾ, ਚਾਹੇ ਉਹ ਬਾਇਰ ਹੈ ਚਾਹੇ ਸੈਲਰ ਹੈ। ਔਰ ਇਸ ਦੇ ਲਈ ਹਰ 2 ਸਾਲਾਂ ਬਾਅਦ ਸਾਰੇ ਰਿਐਲਟਰਸ ਨੂੰ ਟ੍ਰੇਨਿੰਗ ਦੁਬਾਰਾ ਦਿੱਤੀ ਜਾਂਦੀ ਹੈ। ਇੱਕ ਲੀਗਲ ਅਪਡੇਟਸ ਹੁੰਦੀਆਂ ਨੇ ਜਿਹਦੇ ਵਿੱਚ ਕਾਨੂੰਨ ਦੇ ਵਿੱਚ ਆਈਆਂ ਹੋਈਆਂ ਤਰਤੀਬਾਂ ਤੇ ਤਬਦੀਲੀਆਂ ਨੇ ਜਿਹੜੀਆਂ ਉਹ ਵਿਸ਼ੇਸ਼ ਤੌਰ ਦੇ ਉੱਤੇ ਸਿਖਾਈਆਂ ਤੇ ਪੜ੍ਹਾਈਆਂ ਜਾਂਦੀਆਂ ਨੇ ਕਲਾਸਿਸ ਦੇ ਵਿੱਚ। ਨਾਮਵਰ ਵਕੀਲ ਆਉਂਦੇ ਆ, ਉਹ ਦੱਸਦੇ ਆ ਕਿ ਤੁਹਾਡੀਆਂ ਆਹ ਕੀਤੀਆਂ ਹੋਈਆਂ ਜਿਹੜੀਆਂ ਕਤਾਈਆਂ ਨੇ ਉਹ ਇੰਨੀਆਂ ਜ਼ਿਆਦਾ ਮਹਿੰਗੀਆਂ ਪੈਂਦੀਆਂ ਨੇ ਬੋਰਡ ਨੂੰ, ਯੂ ਕੈਨ ਨਾਟ ਡੂ ਦੈਟ। ਹਰ 2 ਸਾਲਾਂ ਬਾਅਦ ਰਿਵਾਈਜ਼ ਕਰਾਇਆ ਜਾਂਦਾ ਹੈ ਔਰ ਜੇ ਤੁਸੀਂ ਉਹ ਰਿਵਾਈਜ਼ ਕਰਕੇ ਉਹ ਆਪਣੇ ਕੋਰਸਿਸ ਪੂਰੇ ਨਹੀਂ ਕਰਦੇ ਤਾਂ ਤੁਸੀਂ ਪ੍ਰੈਕਟਿਸ ਨਹੀਂ ਕਰ ਸਕਦੇ। ਵਾਓ। ਔਰ ਇੰਨਾ ਕੁਛ ਬੋਰਡ ਦਾ ਕਰਦਾ ਹੈ, ਪਰ ਕਹਿੰਦੇ ਨੇ ਚੋਰ ਜਿਹੜੇ ਹੁੰਦੇ ਨੇ ਨਾ, ਜਿਹੜੇ ਠੱਗ ਹੁੰਦੇ ਨੇ, ਬੰਦਾ ਦੀ ਆਦਤ ਨਹੀਂ ਜੀ ਜਾਂਦੀ ਹੁੰਦੀ, ਚਾਹੇ ਉਹ ਯਾਰ ਮਾਰ ਕਰਨ ਦੀ ਹੋਵੇ, ਚਾਹੇ ਠੱਗੀ ਲਾਉਣ ਦੀ ਹੋਵੇ, ਚਾਹੇ ਚੋਰੀ ਕਰਨ ਦੀ ਹੋਵੇ। ਔਰ ਇਹੋ ਜਿਹੇ ਲੋਕਾਂ ਨੂੰ ਆਪ ਨਕਾਰਨਾ ਪੈਂਦਾ ਤੁਹਾਨੂੰ
ਔਰ ਇਹਨਾਂ ਦਾ ਪਹਿਲਾ ਲੱਛਣ ਹੁੰਦਾ ਜਿਵੇਂ ਕਹਿੰਦੇ ਨੇ ਬੁਖਾਰ ਚੜਨ ਤੋਂ ਪਹਿਲਾਂ ਸਿਰ ਦੁਖਣ ਲੱਗ ਜਾਂਦਾ, ਛਿੱਕਾਂ ਆਉਣ ਲੱਗ ਜਾਂਦੀਆਂ ਨੇ ਨਾ, ਸਾਈਨਸਸ ਤੰਗ ਕਰਨ ਲੱਗ ਜਾਂਦੇ ਨੇ। ਇਸ ਤਰ੍ਹਾਂ ਦੇ ਰੀਅਲਟਰ ਨੇ ਜਿਹੜੇ ਜਿਨ੍ਹਾਂ ਨੇ ਠੱਗੀਆਂ ਮਾਰਨੀਆਂ ਹੁੰਦੀਆਂ ਨੇ ਆਸ਼ਾ ਨਾ, ਉਹ ਤੁਹਾਨੂੰ ਤੁਹਾਡਾ ਲਾਲਚ ਦੇਣਗੇ ਆਪਣੇ ਫਾਇਦੇ ਦਾ। ਜਿਹੜਾ ਰੀਅਲਟਰ ਤੁਹਾਨੂੰ ਤੁਹਾਡੀ ਪ੍ਰਾਪਰਟੀ ਵੇਚ ਕੇ ਉਹਦੇ ਵਿੱਚ ਲਾਲਚ ਦਾ ਬੇਸਿਕ ਵਰਤਦਾ, ਜੀ ਹਾਂ ਤੁਹਾਨੂੰ ਇੰਨੇ ਪੈਸੇ ਬਣਾ ਦੂੰਗਾ, ਤੁਸੀਂ ਐਂ ਹੋ ਜਾਊਗਾ, ਤੁਹਾਡਾ ਆਹ ਹੋ ਜਾਊਗਾ, ਸਮਝੋ ਠੱਗ ਆਪਣਾ ਜਾਲ ਵਿਛਾ ਰਿਹਾ। ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹਦੀ ਦਿੱਤੀ ਹੋਈ ਬੁਰਕੀ ਖਾਣੀ ਹੈ ਕਿ ਨਹੀਂ ਖਾਣੀ। ਕਈ ਬੰਦੇ ਨੇ ਇਹੋ ਜਿਹੇ ਰੀਅਲਟਰਾਂ ਨੂੰ ਆਊਟਸਮਾਰਟ भी कर ਲੈਂਦੇ ਨੇ और वही जे भजदे फिर उन्हां पासों। एक सवाल और आपसे पूछना चाहती हूँ कि जिस तरह से कॉलर ने हमें कल फ़ोन करके बताया, आपने सुना ही है जब वो फ़ोन कर रहे थे कि टाउन हाउस जी बना ही नहीं, या वो टाउन हाउस मुझे बेच दिया। वो किस्सा कैसे है? वो मुझे अभी तक नहीं समझ आ रही कि चीज़ जो बना ही नहीं है उसको सेल कैसे कर दिया। मैं तुहानूं दस दियां, ये ग्रोह इकट्ठा हो जाता। हाँ हाँ, ग्रोह इकट्ठा हो के ना लै भी फलानी थां ते ਉਹ ਆਪਾਂ ਲੈ ਲੈਂਦੇ ਆ ਹੈ ਨਾ ਜ਼ਮੀਨ, ਇਹਨਾਂ ਦੇ ਆਪਣੇ ਫਰਜ਼ੀ ਉਹ ਬਣਾਏ ਹੁੰਦੇ ਨੇ। हाँ जी, ਉਹ ਫਲਾਣੇ ਦੇ ਚ ਇੰਨੇ ਕਰ ਦਿਆਂਗੇ, ਇੰਨੇ ਟਾਊਨ ਹਾਊਸ ਬਣਾ ਲਾਂਗੇ। हाँ हाँ, ਤੁਹਾਨੂੰ ਯਾਦ ਹੋਣਾ ਆਸ਼ਾ ਨਾ 10 ਕੁ ਸਾਲ ਪਹਿਲਾਂ ਇੱਕ ਬਿਲਡਰ ਦੇ ਨਾਲ ਗੱਲ ਹੋਈ ਸੀ। हाँ हाँ, ਉਸ ਬਿਲਡਰ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਆ, ਭੈਣ ਜੀ ਵੀ ਅਸੀਂ ਤਾਂ ਕਹਿੰਦੇ ਕਮਲੀ ਰਹੇ ਵੀ ਘਰ ਬਣਾਉਂਦੇ ਹੁੰਦੇ ਸੀ ਤਾਂ ਘਰ ਦੇ ਵਿੱਚੋਂ ਸਾਨੂੰ ਕੋਈ 70-50 ਹਜ਼ਾਰ ਡਾਲਰ ਦਾ ਫਾਇਦਾ ਹੁੰਦਾ ਸੀ, ਜਿਹੜਾ ਕਿ ਪੂਰਾ ਘਰ ਬਣਾ ਕੇ ਇੰਨੀ ਸਰਵਿਸਿਜ਼ ਲੈ ਲਓ, ਸਾਲ ਡੇਢ ਸਾਲ ਦੇ ਤੁਸੀਂ ਲੋਨ ਕੈਰੀ ਕਰਦੇ ਹੋ, ਤੁਸੀਂ ਬਣਾ ਕੇ ਦਿੰਦੇ ਹੋ, ਤੁਹਾਡੇ ਆਪਣੇ ਟਾਈਮ ਲਾਉਂਦੇ ਹੋ जी, ਸਾਨੂੰ ਤਾਂ ਪਤਾ ਹੀ ਨਹੀਂ ਸੀ। ਕਹਿੰਦੇ ਟਾਊਨ ਹਾਊਸ ਬਣਾ ਕੇ ਵੇਚੋ, ਲੱਖ 1.5 ਲੱਖ ਬਣਦਾ ਹੈ। ਕੰਧ ਆ ਜਿਹੜੀ ਉਹ ਇੱਕ ਹੀ ਬਾਹਰਲੀ ਹੁੰਦੀ ਆ, ਇੱਕ ਉਧਰ ਸੈਂਟਰ ਦੇ ਵਿੱਚ ਤਾਂ ਕੰਧਾਂ ਹੀ ਪਾਉਣੀਆਂ ਹੁੰਦੀਆਂ ਨੇ। ਔਰ ਮੈਂ ਉਸ ਤੋਂ ਬਾਅਦ 10 ਸਾਲਾਂ ਤੋਂ ਬਾਅਦ ਸਾਡੀ ਕਮਿਊਨਿਟੀ ਦੇ ਨਾਲ ਸੰਬੰਧਿਤ ਇੰਨੇ ਜ਼ਿਆਦਾ ਬਿਲਡਰਸ ਨੂੰ ਇਹ ਡੱਬਾ ਰੂਪੀ ਛੋਟੇ ਹੋਰ ਜ਼ਿਆਦਾ ਮਿਨੀ ਜਿਹੜੇ ਟਾਊਨ ਹਾਊਸਸ ਬਣਾਉਂਦੇ ਦੇਖਿਆ। ਯੂ ਵਿਲ ਬੀ ਸਰਪ੍ਰਾਈਜ਼। ਔਰ ਇਹਦੇ ਆਫਟਰ ਇਫੈਕਟਸ ਤਕਰੀਬਨ ਹੋਰ 20 ਸਾਲਾਂ ਤੱਕ ਮੈਂਟਲ ਹੈਲਥ ਦੇ ਰੂਪ ਦੇ ਵਿੱਚ ਡਿਜ਼ਾਸਟਰ ਤੌਰ ਦੇ ਉੱਤੇ ਡਿੱਗਣਗੇ। ये आपने तो टाउन हाउस बना के बेचने वाली गल की, पर बगैर बनाए हुए टाउन हाउस कैसे बेचना? ਉਹ ਹੁੰਦਾ ਠੱਗੀ ਵਾਲਾ। ਇਹ ਕਹਿੰਦੇ ਫਲਾਣੀ ਥਾਂ ਤੇ ਆਪਾਂ ਨੇ ਲੈ ਲਏ ਜੀ 5 ਏਕੜ ਮਿਲ ਕੇ ਜਾਂ 2 ਏਕੜ ਮਿਲ ਕੇ, ਉਹਦੇ ਵਿੱਚ ਬਸ ਆਪਾਂ ਨੇ ਸਿਟੀ ਦੇ ਵਿੱਚ ਆਪਣੀ ਚੱਲਦੀ ਆ, ਆਪਣੇ 6ਵੇਂ ਫਲੋਰ ਦੇ ਉੱਤੇ ਜਾ ਕੇ ਅਸੀਂ ਬੈਠਦੇ ਆ, ਲੰਚ ਬ੍ਰੈਕਫਾਸਟ ਸਾਰਾ ਕੁਝ ਅਸੀਂ ਉੱਥੇ ਕਰਦੇ ਆ, ਪਾਸ ਕਰਾ ਕੇ ਇਸ ਦਾ ਫਟਾਫਟ ਬਣਾ ਦੇਣੇ। ਦੱਸੋ ਤੁਹਾਨੂੰ ਪਰ ਡੋਰ ਬਿਨਾਂ ਕੰਪਲੀਟ ਕੀਤਾ ਹੈ, ਚਲੋ ਤੁਹਾਨੂੰ 2 ਲੱਖ ਦਾ ਦਿੰਨੇ ਆ, 3 ਲੱਖ ਦਾ ਦਿੰਨੇ ਆ, ਔਰ ਉਹਦੇ ਲਈ ਤੁਸੀਂ ਕੈਸ਼ ਦਿਓ ਜੀ। ਕੋਈ ਗੱਲ ਨਹੀਂ, 4 ਪੈਸੇ ਬਣਾਉਣੇ ਆ, ਤੁਸੀਂ ਫੜ ਕੇ ਕਿਸੇ ਤੋਂ ਦੇ ਦਿਓ। ਲੋਕਾਂ ਨੇ ਸੈਕੰਡ ਮੌਰਗੇਜ ਚੱਕ ਕੇ 3-4% ਦੇ ਉੱਤੇ ਸੈਕੰਡ ਮੌਰਗੇਜ ਚੱਕ ਕੇ ਦੇ ਦਿੱਤੀ। ਹੁਣ ਸੈਕੰਡ ਮੌਰਗੇਜ ਆ ਜਿਹੜੀ 3-4 ਤੋਂ ਲੈ ਕੇ 10% ਤੱਕ ਹੋ ਗਈ, 8-9% ਤੱਕ, ਔਰ ਕਈਆਂ ਹਾਲਾਤਾਂ ਦੇ ਵਿੱਚ 14% ਤੱਕ ਚਲੀ ਗਈ। ਉਹ ਬੈਠੇ ਇਹਨਾਂ ਦੇ ਧੀਆਂ ਪੁੱਤ ਪਿੱਟਦੇ ਆ, ਇਹਨਾਂ ਨੂੰ ਉਹ ਦੁਰਾਸੀਸਾਂ ਤੇ ਗਾਲਾਂ ਕੱਢਦੇ ਆ, ਔਰ ਇਹਨਾਂ ਨੇ ਉਹ ਪੈਸੇ ਦਾ ਕੋਈ ਲਿਖਤੀ ਰੂਪ ਨਹੀਂ, ਕੋਈ ਕੰਟਰੈਕਟ ਆਫ ਪਰਚੇਜ਼ ਐਂਡ ਸੇਲ ਨਹੀਂ ਭਰਿਆ ਹੋਇਆ, ਕੋਈ ਅਸਾਈਨਮੈਂਟ ਹੈ ਨਹੀਂ, ਨਥਿੰਗ। ਉਹ ਫਲਾਣਾ ਪਾ ਰਿਹਾ। ਔਰ ਇਹਦੇ ਵਿੱਚ ਟ੍ਰੇਡਸਮੈਨ ਨੇ ਨਾ ਜਿਹੜੇ ਆਸ਼ਾ ਨਾ, ਉਹ ਵੱਡੀ ਪੱਧਰ ਦੇ ਉੱਤੇ ਮੁੰਡੇ ਨੇ ਜਿਹੜੇ ਉਹ ਲੁੱਟੇ ਗਏ। ਕੰਮਕਾਰ ਤੋਂ ਥੱਕੇ ਹੋਏ ਇਕੱਠੇ ਹੋਏ, ਵੈਨ ਲਿਆਂਦੀ, ਉੱਥੇ ਖੜਾ ਕੀਤਾ ਤੇ ਇਹ ਕੈਂਪ ਬਾਰ ਵਰਗਿਆਂ ਨੇ ਲਿਜਾ ਕੇ ਉੱਤੇ ਮੱਛੀ ਦੇ ਪਕੌੜੇ ਤੇ ਚਿਕਨ ਦੇ ਪਕੌੜੇ ਰੱਖੇ, ਨਾਲ ਦਾਰੂ ਦੀਆਂ ਬੋਤਲਾਂ 2 ਰੱਖੀਆਂ ਤੇ ਉਦੋਂ ਪੈਗ ਲਵਾਏ, ਚੱਲ ਵੀ ਚੱਕ ਦੇ, ਤੂੰ ਕਾਹਨੂੰ ਪਿੱਛੇ ਕਾਹਦੇ ਆ, ਤੂੰ ਵੀ ਚੱਲ। ਤਾਏ ਦੀ ਤੀ ਚੱਲੀ, ਮੈਂ ਕਿਉਂ ਰਹਿ ਗਈ ਇਕੱਲੀ। ਇਹ ਉਹ ਨੇ ਜਿਨ੍ਹਾਂ ਨੂੰ ਟਾਊਨ ਹਾਊਸ ਵੇਚੇ ਨੇ, ਔਰ ਜਿਨ੍ਹਾਂ ਨੂੰ ਵੱਡੇ ਮੁਨਾਫੇ ਦੇ ਵਾਅਦੇ ਦਵਾਏ। ਨਾ ਟਾਊਨ ਹਾਊਸ ਸੀ, ना हुण उन्होंने दे टाउन हाउस तक ही मिलना सी, उन्होंने पैसे भी नहीं मिलने। कहते जी फिर कहा गया कि हम तुम्हारे पैसे दूसरे थाते लगा देते हैं जी, जब टाउन हाउस ही नहीं बना, जब टाउन हाउस ही नहीं रहा, तो फिर उसके बाद में क्या हुआ कि उनको पैसे ही नहीं मिले। बिल्कुल लोग बड़े नाराज़ है, बड़े खफा है, बड़े खिलाफ हुए हैं, बड़े ऑफ कोर्स हम यहाँ मेहनत कर करके मिनिमम वेज पर लोग काम कर करके पैसे बनाए, तो ऐसे ठग मारने वालों को थोड़े देना। खैर, और भी स्कैम पवार के पिक्स के बोर्ड ऑफ डायरेक्टर कैम पवार सस्पेंडेड रियल्टर के बारे में हम ज़रूर लेकर आएंगे। जैसे जैसे हमारे पास फाइल्स पहुँचते हैं, कॉन्ट्रैक्ट्स पहुँचते हैं, उसके बाद में हम आप तक पहुँचाते हैं। एंड स्टे ट्यून्ड, नेक्स्ट वीक एक और स्कैंडल लेकर आएंगे। आज के इस प्रोग्राम में साथ देने के लिए शुक्रिया, थैंक यू, और अंटिल नेक्स्ट टाइम गुड बाय एंड बी सेफ। याद रहे, पैसा जिन्नी देर तुहाडी जेब 'ਚ ਤੁਹਾਡਾ, वरना ਇਹ ਜੇ ਛਾਤਰ लोग
ਤੁਹਾਡੀ ਜੇਬ ਦੇ ਵਿੱਚ ਹੱਥ ਪਾ ਕੇ ਪੈਸਾ ਵੀ ਕੱਢਦੇ ਆ ਔਰ ਤੁਹਾਡੇ ਹਲਕ ਦੇ ਵਿੱਚੋਂ ਬੁਰਕੀ ਵੀ। ਸੋ ਸਾਵਧਾਨ ਰਹੋ ਕੈਂਪ ਬਾਰ ਵਰਗੇ ਰਿਐਲਟਰਾਂ ਤੋਂ ਔਰ ਕੈਂਪ ਬਾਰ ਤੋਂ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।